ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ ਸਕਸੈਸ ਟਰੀ ਪੰਜਾਬ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ। ਬੱਚੇ ਆਪਾਂ ਪੰਜਾਬ ਦੇ ਜਿਹੜੇ ਪ੍ਰੀਵੀਅਸ ਈਅਰ ਐਗਜ਼ਾਮਸ ਨੂੰ ਲੈ ਕੇ ਸੀਰੀਜ਼ ਸਟਾਰਟ ਕੀਤੀ ਸੀ, ਜਿਹਦੇ ਵਿੱਚ ਆਪਾਂ ਕੁਆਂਟਸ ਤੇ ਰੀਜ਼ਨਿੰਗ ਦਾ ਡੇਲੀ ਇੱਕ ਸੈਸ਼ਨ ਅਟੈਂਡ ਕਰ ਰਹੇ ਹਾਂਗੇ। ਉਹਦੇ ਵਿੱਚ ਅੱਜ ਆਪਣੀ ਅਗਲੀ ਕਲਾਸ ਹੈ, ਕੁਆਂਟਸ ਦੀ ਅੱਜ ਆਪਣੀ ਤੀਜੀ ਕਲਾਸ ਹੈ। ਅਦਰਵਾਈਜ਼ ਆਪਾਂ ਨੂੰ ਹਫਤੇ ਦੇ ਕਰੀਬ ਹੋ ਗਿਆ ਇਹ ਸੈਸ਼ਨ ਚੱਲਦਿਆਂ। ਤਾਂ ਪਿਛਲੇ ਕਲਾਸਿਸ ਦੇ ਵਿੱਚ ਜਿਵੇਂ ਤੁਸੀਂ ਰਿਸਪੌਂਸ ਦੇ ਰਹੇ ਹੋ, ਉਹਦੇ ਹਿਸਾਬ ਨਾਲ ਮਤਲਬ ਸਾਨੂੰ ਵੀ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਆਪਾਂ ਇਹਨੂੰ ਥੋੜ੍ਹਾ ਜਿਹਾ ਚੰਗੇ ਤਰੀਕੇ ਨਾਲ ਹੋਰ ਇੰਪਰੂਵ ਕਰਦੇ ਹੋਏ ਖਿੱਚੀਏ। ਤਾਂ ਮੈਂ ਪਿਛਲੀ ਜਿਹੜੀ ਵੀਡੀਓ ਆਪਣੀ ਅਪਲੋਡ ਹੋਈ ਆ, ਉਹਦੇ ਕਮੈਂਟਸ ਦੇ ਵਿੱਚ ਦੇਖ ਰਿਹਾ ਸੀ ਕਿ ਇੱਕ ਦੋ ਬੱਚਿਆਂ ਨੇ ਕੁਝ ਡਿਮਾਂਡਸ ਕੀਤੀਆਂ ਹੋਈਆਂ ਸੀ ਕਿ ਫਲਾਣੇ ਤਰ੍ਹਾਂ ਦੇ ਕੁਐਸਚਨਸ ਕਰਵਾਓ। ਤਾਂ ਪਿਛਲੀ ਵੀਡੀਓ 'ਚ ਇੱਕ ਤਾਂ ਬੱਚੇ ਨੇ ਕਿਹਾ ਸੀ ਕਿ ਹੈਂਡਸ ਐਂਡ ਕਾਊਜ਼ ਵਾਲੇ ਕੁਐਸਚਨ ਕਰਵਾਓ, ਤੇ ਇੱਕ ਸਟੂਡੈਂਟ ਨੇ ਕਿਹਾ ਸੀ ਕਿ DI ਦੇ ਕੁਐਸਚਨਸ ਕਰਵਾਓ ਨਾਲ। ਹੈਂਡਸ ਐਂਡ ਕਾਊਜ਼ ਬੱਚੇ ਰੀਜ਼ਨਿੰਗ ਦਾ ਇੱਕ ਛੋਟਾ ਜਿਹਾ ਟੌਪਿਕ ਹੈ, ਜਿਹਨੂੰ ਆਪਾਂ ਐਲੀਗੇਸ਼ਨ ਦੇ ਵਿੱਚ ਵੀ ਪੜ੍ਹ ਲੈਂਦੇ ਹਾਂ। ਉਹ ਮੈਂ ਕਿਸੇ ਕਲਾਸ ਦੇ ਵਿੱਚ ਲਿਆਉਂਗਾ। ਇੱਕ ਛੋਟਾ ਜਿਹਾ ਟੌਪਿਕ ਆ, ਇੱਕ ਤਰ੍ਹਾਂ ਦਾ ਕੁਐਸਚਨ ਆ, ਉਹ ਆਪਾਂ ਕਰ ਲਾਂਗੇ। DI ਮੈਂ ਅੱਜ ਦੀ ਕਲਾਸ ਦੇ ਵਿੱਚ ਐਡ ਕੀਤੀ ਆ। ਤਾਂ DI ਵੈਸੇ ਆਮ ਤੌਰ ਤੇ ਗੱਲ ਕਰੀਏ, ਕਿਉਂਕਿ ਆਪਾਂ ਪਿਛਲੇ 8-10 ਸਾਲ ਦੇ ਐਗਜ਼ਾਮਸ ਚੱਕੇ ਨੇ, ਤਾਂ 8-10 ਸਾਲਾਂ 'ਚ ਜਦੋਂ ਨਿਗਾਹ ਮਾਰਾਂਗੇ ਉਦੋਂ ਬੱਚੇ DI ਪੰਜਾਬ ਦੇ ਪੇਪਰਾਂ 'ਚ ਬਹੁਤੀ ਨਹੀਂ ਪੁੱਛੀ ਗਈ, ਕਦੇ ਬਹੁਤ ਥੋੜੀ ਪੁੱਛੀ ਗਈ ਆ। ਪਰ ਜੇ ਪਿਛਲੇ 2-3 ਸਾਲਾਂ ਤੋਂ ਦੇਖੀਏ ਤਾਂ 2-3 ਸਾਲਾਂ ਦੇ ਵਿੱਚ DI ਜਿਹੜਾ ਆਪਣਾ ਸਿਵਲਸ ਦਾ PCS ਦਾ ਐਗਜ਼ਾਮ ਹੁੰਦਾ, ਉਹਦੇ ਵਿੱਚ ਤਾਂ ਪੁੱਛੀ ਹੀ ਜਾਂਦੀ ਸੀ ਹਮੇਸ਼ਾ। ਐਤਕੀ ਉਹਨਾਂ ਨੇ DI ਦੀ ਵੇਟੇਜ ਵੀ ਵਧਾਈ ਹੈ ਤੇ ਲੈਵਲ ਵੀ ਚੱਕਿਆ, ਤੇ ਜਿਹੜੇ ਬਾਕੀ ਐਗਜ਼ਾਮਸ ਨੇ ਉਹਨਾਂ ਦੇ ਵਿੱਚ DI ਪੁੱਛਣੀ ਸ਼ੁਰੂ ਕੀਤੀ ਆ। ਜਿਵੇਂ ਪਿਛਲੇ ਸਾਲ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ 2 ਪੇਪਰ ਹੋਏ ਸੀ। ਪੇਪਰ 1 ਦੇ ਵਿੱਚ ਤਾਂ 30 ਨੰਬਰਾਂ ਦਾ ਮੈਥ ਹੋਣਾ ਸੀਗਾ। ਪੇਪਰ 2 ਦੇ ਵਿੱਚ ਜਿਹੜਾ 50 ਨੰਬਰ ਦਾ ਰੀਜ਼ਨਿੰਗ ਦਾ ਸੈਕਸ਼ਨ ਸੀ, ਉਹ ਰੀਜ਼ਨਿੰਗ ਪਲੱਸ DI ਸੀਗਾ। ਮਤਲਬ DI ਪਾਉਣੀ ਸ਼ੁਰੂ ਹੋਈ ਪੰਜਾਬ ਦੇ ਪੇਪਰਾਂ 'ਚ। ਤਾਂ ਅੱਜ ਦੀ ਕਲਾਸ ਦੇ ਵਿੱਚ ਮੈਂ DI ਦੇ ਕੁਝ ਕੁਐਸਚਨਸ ਇਨਕਲੂਡ ਕੀਤੇ, ਤਾਂ ਹਰ 2-3 ਕਲਾਸਾਂ ਦਾ ਗੈਪ ਪਾ ਕੇ ਹਰ ਤੀਜੀ ਕਲਾਸ ਦੇ ਵਿੱਚ ਆਪਾਂ ਥੋੜੀ ਜਿਹੀ DI ਵੀ ਕਰਦੇ ਜਾਵਾਂਗੇ। DI ਬਾਰੇ ਮੈਂ ਥੋੜੀ ਜਿਹੀ ਡਿਟੇਲਡ ਗੱਲ ਇਸ ਕਰਕੇ ਕਰ ਰਿਹਾ ਕਿ ਕੁਆਂਟਸ ਬਾਰੇ ਜਿਹੜੇ ਆਪਣੇ ਸਾਰੇ 15-16 ਚੈਪਟਰ ਨੇ, ਉਹਨਾਂ ਬਾਰੇ ਆਪਾਂ ਗੱਲ ਕੀਤੀ ਹੋਈ ਹੈ। DI ਜੇ ਕੁਝ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਤਾਂ ਮੈਂ ਥੋੜੀ ਜਿਹੀ ਡਿਟੇਲ 'ਚ ਗੱਲ ਦੱਸਦਾ ਕਿ DI ਨੇ ਇੱਕ ਤਾਂ ਸਾਡਾ ਜੇ ਪੇਪਰ 'ਚ DI ਆਉਂਦੀ ਆ, ਉਹਦੇ ਬਾਰੇ ਆਈਡੀਆ ਬਿਲਡ ਕਰਨਾ ਹੈਗਾ। ਸਾਨੂੰ ਉਹਦੇ ਬਾਰੇ ਆਈਡੀਆ ਹੋਊਗਾ ਕਿ ਕਿਹੋ ਜਿਹੇ ਸਵਾਲ ਆ ਸਕਦੇ ਨੇ, ਸਾਨੂੰ ਐਗਜ਼ਾਮੀਨਰ ਕਿਹੋ ਜਿਹਾ ਡਾਟਾ ਦੇ ਸਕਦਾ, ਅਸੀਂ ਉਸ ਡਾਟਾ ਨੂੰ ਕਿਵੇਂ ਰੀਡ ਕਰਨਾ, ਫਿਰ ਉਹਦੇ ਵਿੱਚੋਂ ਜਿਹੜੇ ਸਵਾਲ ਪੁੱਛੇ ਜਾਣਗੇ ਅਸੀਂ ਉਹਨਾਂ ਨੂੰ ਕਿਵੇਂ ਸੋਲਵ ਕਰਨਾ। DI ਦਾ ਇੱਕ ਤਾਂ ਸਿੱਧਾ ਫਾਇਦਾ ਇਹ ਹੈ ਕਿ ਜੇ ਪੇਪਰ 'ਚ DI ਆਉਂਦੀ ਆ। ਦੂਜੀ ਗੱਲ ਹੈ ਜਿਹੜੀ ਕਿ DI ਇਨ ਕੇਸ ਪੇਪਰ 'ਚ ਨਹੀਂ ਵੀ ਆਉਂਦੀ, ਅਸੀਂ ਜਦੋਂ DI ਦੀ ਪ੍ਰੈਕਟਿਸ ਕਰਾਂਗੇ, ਅੱਜ ਦੀ ਕਲਾਸ 'ਚ ਤੁਸੀਂ ਦੇਖੋਗੇ DI ਦੀ ਪ੍ਰੈਕਟਿਸ ਕਰਨ ਨਾਲ ਸਾਡੀ ਕੈਲਕੂਲੇਸ਼ਨ ਬਹੁਤ ਇੰਪਰੂਵ ਹੁੰਦੀ ਆ। ਤੇ ਕੈਲਕੂਲੇਸ਼ਨ ਤਾਂ ਜਿਹੜਾ ਮਰਜ਼ੀ ਸਵਾਲ ਹੈ, ਹਰ ਇੱਕ ਸਵਾਲ 'ਚ ਆਉਂਦੀ ਹੈ, ਚਾਹੇ ਕੁਆਂਟਸ ਦਾ ਪਰਸੈਂਟੇਜ ਦਾ ਸਵਾਲ ਹੈ, ਚਾਹੇ ਟਾਈਮ ਸਪੀਡ ਡਿਸਟੈਂਸ ਦਾ ਸਵਾਲ ਹੈ, ਮੈਂਸੂਰੇਸ਼ਨ ਦਾ ਸਵਾਲ ਹੈ, ਏਜਿਸ ਜਾਂ ਪਾਰਟਨਰਸ਼ਿਪ ਦਾ ਸਵਾਲ ਹੈ। ਕੈਲਕੂਲੇਸ਼ਨ ਤਾਂ ਹਰ ਸਵਾਲ 'ਚ ਆਉਣੀ ਹੈ। ਤਾਂ DI ਦੀ ਪ੍ਰੈਕਟਿਸ ਕਰਨ ਨਾਲ ਸਾਡੀ ਕੈਲਕੂਲੇਸ਼ਨ ਤਾਂ ਇੰਪਰੂਵ ਹੋਣੀ ਹੀ ਹੋਣੀ ਹੈ। ਜੇ ਪੇਪਰ 'ਚ DI ਆਉਂਦੀ ਹੈ ਤਾਂ ਸਾਡੀ ਉਹਦੀ ਵੀ ਪ੍ਰੈਕਟਿਸ ਹੋ ਰਹੀ ਹੈ। ਤਾਂ DI ਇਸ ਕਰਕੇ ਆਪਾਂ ਹਰ ਦੂਜੀ ਤੀਜੀ ਕਲਾਸ ਦੇ ਵਿੱਚ DI ਪਾਲਿਆ ਕਰਾਂਗੇ। ਤੇ ਜਿਹੜੇ ਸਟੂਡੈਂਟ ਨੇ ਹੈਂਡਸ ਐਂਡ ਕਾਊਜ਼ ਵਾਲਾ ਕੁਐਸਚਨ ਕਿਹਾ ਸੀਗਾ, ਉਹਨੇ ਖੈਰ ਹੈਂਡਸ ਐਂਡ ਪੀਕੌਕਸ ਲਿਖਿਆ ਸੀਗਾ। ਉਹ ਕੁਐਸਚਨ ਮੈਂ ਕਿਸੇ ਕਲਾਸ ਦੇ ਵਿੱਚ 3-4 ਕੁਐਸਚਨਸ ਦੀ ਪ੍ਰੈਕਟਿਸ ਕਰਾ ਲੂੰਗਾ ਵੀ ਭਾਈ ਕਦੇ ਵੀ ਇਹੋ ਜਿਹਾ ਕੋਈ ਵੀ ਸਵਾਲ ਆ ਜੇ, ਆਹ ਤਰੀਕਾ ਹੈ, ਉਹ ਇੱਕ ਦਿਨ 'ਚ ਕਰ ਲਾਂਗੇ। ਜਿਵੇਂ ਪਿਛਲੀ ਕਲਾਸ ਦੇ ਵਿੱਚ ਆਪਾਂ ਫਰੈਸ਼ ਫਰੂਟਸ ਵਾਲੇ ਕੁਐਸਚਨ ਕੀਤੇ ਸੀ ਕਿ ਜਿਹੋ ਜਿਹਾ ਮਰਜ਼ੀ ਕੁਐਸਚਨ ਪੁੱਛਿਆ ਜਾਵੇ, ਆਹ ਅੱਧੇ ਮਿੰਟ ਦੇ ਵਿੱਚ ਸੋਲਵ ਹੋ ਜਾਊਗਾ। ਤਾਂ ਬੱਚੇ ਅੱਜ ਦੀ ਕਲਾਸ ਦੇ ਵਿੱਚ ਆਪਣੇ ਐਵਰੇਜ ਚੈਪਟਰ ਦੇ ਕੁਐਸਚਨਸ ਨੇ, ਆਪਣੇ ਪ੍ਰੋਫਿਟ ਲੋਸ ਦੇ ਕੁਐਸਚਨਸ ਨੇ, ਕੁਝ DI ਦੇ ਕੁਐਸਚਨਸ ਨੇ। ਤਾਂ ਅੱਜ ਦੀ ਕਲਾਸ ਦੇ ਵਿੱਚ ਆਪਣਾ ਇਹ ਚੱਲਣਾ ਹੈ। ਸਟਾਰਟ ਕਰਦੇ ਹਾਂ। ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ। ਐਗਜ਼ਾਮੀਨਰ ਕਹਿੰਦਾ ਦਾ ਐਵਰੇਜ ਏਜ ਆਫ 45 ਸਟੂਡੈਂਟਸ ਇਨ ਏ ਕਲਾਸ ਇਜ਼ 13 ਈਅਰਸ। ਐਗਜ਼ਾਮੀਨਰ ਕਹਿੰਦਾ ਕਲਾਸ 'ਚ 45 ਬੱਚੇ ਨੇ ਜਿਨ੍ਹਾਂ ਦੀ ਐਵਰੇਜ ਏਜ 13 ਸਾਲ ਦਿੱਤੀ ਆ। ਦੇਖੋ ਮੈਂ ਤਾਂ ਉਮੀਦ ਕਰਦਾ ਕਿ ਯਾਰ ਸਾਰਿਆਂ ਨੇ ਐਵਰੇਜ ਚੈਪਟਰ ਪੜ੍ਹਿਆ ਹੋਊਗਾ, ਪਰ ਫਿਰ ਵੀ ਜੇ ਮੈਂ ਇੱਕ ਬੇਸਿਕ ਗੱਲ ਦੱਸਣੀ ਹੋਵੇ ਕਿ ਜਿਹੜੇ ਬੱਚੇ ਮੇਰੇ ਕੋਲੋਂ ਪੜ੍ਹੇ ਨੇ ਉਹਨਾਂ ਨੂੰ ਮੈਂ ਬੋਲ ਕੇ ਕੀ ਦੱਸਿਆ, ਤਾਂ ਮੈਂ ਇਹ ਦੱਸ ਦਿੰਦਾ। ਬੱਚੇ ਐਵਰੇਜ ਦੀ ਗੱਲ ਹੋ ਰਹੀ ਆ। ਐਗਜ਼ਾਮੀਨਰ ਕਹਿੰਦਾ 45 ਬੱਚਿਆਂ ਦੀ ਐਵਰੇਜ ਏਜ ਹੈ ਜਿਹੜੀ ਉਹ 13 ਸਾਲ ਹੈ। ਤਾਂ ਅਸਲ 'ਚ ਜੇ ਸੋਚੀਏ, ਮੰਨ ਲਓ ਤੁਹਾਡੀ ਕਲਾਸ 'ਚ 45 ਬੱਚੇ ਨੇ, ਤਾਂ ਇਹ ਤਾਂ ਨਹੀਂ ਹੋਊਗਾ ਕਿ ਯਾਰ 45 ਦੇ 45 ਬੱਚਿਆਂ ਦੀ ਉਮਰ ਸੇਮ ਹੀ ਹੋਊਗੀ। ਇਹ ਤਾਂ ਨਹੀਂ ਹੋਊਗਾ। ਕੋਈ 11 ਸਾਲ ਦਾ ਹੋਊਗਾ, ਕੋਈ 16 ਸਾਲ ਦਾ ਹੋਊਗਾ, ਕੋਈ 10 ਦਾ ਹੀ ਹੈਗਾ, ਕੋਈ 19 ਦਾ, ਕੋਈ 13 ਦਾ, ਕੋਈ 14 ਦਾ। ਹਰ ਇੱਕ ਦੀ ਕੁਛ ਨਾ ਕੁਛ ਉਮਰ ਹੈ, ਵੱਧ ਘੱਟ। ਐਗਜ਼ਾਮੀਨਰ ਨੇ ਜਦੋਂ ਉਹ 45 ਦੇ 45 ਬੱਚਿਆਂ ਦੀ ਐਵਰੇਜ ਕੱਢੀ, ਐਵਰੇਜ 13 ਸਾਲ ਆ ਗਈ। ਤਾਂ ਬੱਚੇ ਆਪਾਂ ਐਵਰੇਜ 13 ਸਾਲ ਦਾ ਕੀ ਫਾਇਦਾ ਲੈ ਸਕਦੇ ਹਾਂ? ਕੀ ਫਾਇਦਾ ਲੈ ਸਕਦੇ ਹਾਂ ਕਿ ਭਾਈ ਅਸਲ 'ਚ ਤਾਂ 45 ਦੇ 45 ਬੱਚਿਆਂ ਦੀ, ਤੁਸੀਂ ਹਮੇਸ਼ਾ ਐਵਰੇਜ ਨੂੰ ਲੈ ਕੇ ਯਾਦ ਵੀ ਰੱਖਣੀ ਹੈ ਇਹ ਗੱਲ ਕਿ ਅਸਲ 'ਚ ਤਾਂ 45 ਦੇ 45 ਬੱਚਿਆਂ ਦੀ ਉਮਰ ਅਲੱਗ-ਅਲੱਗ ਹੋਣੀ ਹੈ ਕੁਛ, ਪਰ ਜਦੋਂ ਉਹਨਾਂ ਦੀ ਐਵਰੇਜ ਆਪਾਂ 13 ਸਾਲ ਕੱਢ ਲਈ ਤਾਂ ਇਹਦਾ ਮਤਲਬ ਭੁੱਲ ਜਾਓ ਉਹਨਾਂ ਦੀ ਉਮਰ ਕਿੰਨੀ ਹੈ, ਸਭ ਦੀ 13 ਮੰਨਾਂਗੇ ਆਪਾਂ।
ਤਾਂ ਐਵਰੇਜ ਦਾ ਮਤਲਬ ਹੁੰਦਾ ਇਕੁਅਲੀ ਡਿਸਟ੍ਰੀਬਿਊਟ ਕਰ ਦੇਣਾ, ਤੇ ਜੇ ਇਕੁਅਲੀ ਡਿਸਟ੍ਰੀਬਿਊਟ ਕਰਕੇ 13 ਸਾਲ ਉਮਰ ਆ ਗਈ, ਐਵਰੇਜ ਉਹਨਾਂ ਦੀ 13 ਆ ਗਈ, ਤਾਂ ਤੁਸੀਂ ਮੰਨ ਕੇ ਚੱਲੋ ਯਾਰ ਸਾਰਿਆਂ ਦੀ ਉਮਰ 13 ਸਾਲ ਹੈ, ਤੁਹਾਨੂੰ ਅਲੱਗ-ਅਲੱਗ ਤੋਂ ਕੋਈ ਲੈਣਾ ਦੇਣਾ ਨਹੀਂ। ਉਸ ਤੋਂ ਬਾਅਦ ਐਗਜ਼ਾਮੀਨਰ ਕਹਿੰਦਾ ਦੈਨ 15 ਨਿਊ ਸਟੂਡੈਂਟਸ ਵਿਦ ਐਨ ਐਵਰੇਜ ਏਜ ਆਫ 18 ਇਅਰਸ ਜੁਆਇਨ ਦਾ ਕਲਾਸ। ਜਿਹੜੀ ਕਲਾਸ 'ਚ 45 ਬੱਚੇ ਸੀ ਵਿਦ ਐਨ ਐਵਰੇਜ ਆਫ 13 ਇਅਰਸ, ਉਹਦੇ ਵਿੱਚ 15 ਨਵੇਂ ਜਵਾਕ ਆਉਂਦੇ ਨੇ, ਉਹ 15 ਦੀ ਐਵਰੇਜ 18 ਸਾਲ ਹੈ। ਐਗਜ਼ਾਮੀਨਰ ਕਹਿੰਦਾ ਜਿਹੜੇ ਕੁੱਲ ਬੱਚੇ ਹੁਣ ਕਲਾਸ 'ਚ ਹੋ ਗਏ 45, ਪਹਿਲਾਂ ਸੀ 15 ਉੱਤੇ ਆ ਗਏ, 60 ਦੇ 60 ਬੱਚਿਆਂ ਦੀ ਐਵਰੇਜ ਦੱਸੋ। ਤਾਂ ਬੱਚੇ ਦੇਖੋ, ਕਲਾਸ 'ਚ ਪਹਿਲਾਂ 45 ਸਟੂਡੈਂਟ ਸੀ, ਉਹਨਾਂ 45 ਸਟੂਡੈਂਟਸ ਦੀ ਐਵਰੇਜ ਕੀ ਦਿੱਤੀ ਹੋਈ ਹੈ 13 ਸਾਲ। ਫਿਰ ਕਲਾਸ 'ਚ 15 ਬੱਚੇ ਹੋਰ ਆ ਗਏ, ਉਹ 15 ਬੱਚਿਆਂ ਦੀ ਐਵਰੇਜ ਕੀ ਦਿੱਤੀ ਹੋਈ ਹੈ 18 ਸਾਲ। ਇਹ ਤਾਂ ਸਾਨੂੰ ਕੁਐਸਚਨ ਦੇ ਵਿੱਚ ਡਾਟਾ ਗਿਵਨ ਹੈ। ਐਗਜ਼ਾਮੀਨਰ ਕਹਿੰਦਾ ਆ ਜੇ ਗਰੁੱਪ ਜੋੜ ਦੀਏ, 45 ਪਹਿਲਾਂ ਸੀ 15 ਉੱਤੇ ਆ ਗਏ, 60 ਦੀ ਐਵਰੇਜ ਦੱਸੋ ਕੀ ਹੈ। ਬੱਚੇ ਐਵਰੇਜ ਕੱਢਣ ਦਾ ਬਹੁਤ ਦੇਸੀ ਜਿਹਾ ਤਰੀਕਾ, ਜਦੋਂ ਗਰੁੱਪ ਮਰਜ ਹੋ ਰਹੇ ਨੇ, ਗਰੁੱਪ ਮਰਜ ਹੋ ਰਹੇ ਨੇ ਨਾ, ਇੱਕ ਗਰੁੱਪ 'ਚ 45 ਬੱਚੇ ਪਹਿਲਾਂ ਹੀ ਸੀ, ਇੱਕ 15 ਜਾਣੇ ਦਾ ਗਰੁੱਪ ਉਹਦੇ ਵਿੱਚ ਆ ਕੇ ਜੁੜ ਕੇ ਮਰਜ ਹੋ ਗਏ, ਤਾਂ ਪਹਿਲੇ ਗਰੁੱਪ ਦੀ ਐਵਰੇਜ 13, ਦੂਜੇ ਦੀ 18, ਤਾਂ ਓਵਰਆਲ ਐਵਰੇਜ ਦੱਸੋ ਸਾਰਿਆਂ ਦੀ ਜੋੜ ਕੇ ਕੀ ਬਣੂ। ਤਾਂ ਪਹਿਲੀ ਗੱਲ ਤਾਂ ਪਹਿਲੇ ਗਰੁੱਪ 'ਚ 45 ਬੱਚੇ ਨੇ, ਦੂਜੇ ਗਰੁੱਪ 'ਚ 15 ਬੱਚੇ ਨੇ, ਇਹਦੀ ਤੁਸੀਂ ਰੇਸ਼ੀਓ ਜੇ ਲੈ ਸਕਦੇ ਹੋ ਤਾਂ ਲੈ ਲਓ, ਕਿਉਂਕਿ ਇਹਦੀ ਰੇਸ਼ੀਓ ਨਿਕਲ ਸਕਦੀ ਹੈ, ਤਾਂ ਚੁੱਪ ਕਰਕੇ ਰੇਸ਼ੀਓ ਲੈ ਲਓ। 45 ਤੇ 15 ਦੀ ਆ ਗਈ 3 ਤੇ 1, ਤਾਂ ਤੁਸੀਂ ਹੁਣ ਭੁੱਲ ਜਾਓ ਵੀ 45 ਬੱਚੇ ਸੀ ਤੇ 15 ਬੱਚੇ ਸੀ, ਤੁਸੀਂ ਪਹਿਲੇ ਗਰੁੱਪ 'ਚ 3 ਬੱਚੇ ਮੰਨੋ, ਦੂਜੇ ਗਰੁੱਪ 'ਚ 1 ਬੱਚਾ ਮੰਨੋ, ਤੇ ਕੁੱਲ 4 ਬੱਚੇ। ਆਪਾਂ 4ਾਂ ਦੀ ਐਵਰੇਜ ਕੱਢਣੀ ਹੈ। ਬੱਚੇ 3 ਬੱਚਿਆਂ ਦੀ ਐਵਰੇਜ 13 ਸਾਲ ਹੈ, ਇੱਕ ਜਿਹੜਾ ਬੱਚਾ ਹੋਰ ਆ ਗਿਆ ਉਹਦੀ ਏਜ 18 ਸਾਲ ਹੈ। ਜ਼ਿਆਦਾ ਐਵਰੇਜ ਕਿਹਦੀ ਹੈ 18 ਵਾਲੇ ਦੀ ਜ਼ਿਆਦਾ ਹੈ ਨਾ, ਮਤਲਬ ਇਹਦੇ ਵਿੱਚ 13 ਸਾਲ ਤਾਂ ਹੈਗੇ ਹੀ ਨੇ, ਤਾਂ ਬੱਚੇ 13 ਸਾਲ ਐਵਰੇਜ 3 ਬੱਚਿਆਂ ਦੀ ਹੈ, 13 ਸਾਲ ਇੱਕ ਬੱਚੇ ਦੀ ਵੀ ਹੈਗੀ ਆ, 13 ਤੋਂ 5 ਉੱਤੇ ਨੇ ਉਹ ਅਲੱਗ ਗੱਲ ਹੈ। ਤਾਂ ਤੁਸੀਂ ਐਵਰੇਜ ਮੰਨ ਕੇ ਚੱਲੋ ਕਿ 13 ਤਾਂ ਸਾਰਿਆਂ ਦੀ ਹੀ ਹੈ, 13 ਤਾਂ ਸਾਰਿਆਂ ਦੀ ਹੀ ਹੈ। ਤੁਸੀਂ 13 ਤੇ 18 ਦੇ ਵਿੱਚ ਵੀ ਕੋਈ ਵੈਲਿਊ ਮੰਨ ਸਕਦੇ ਹੋ। ਜਿਹੜੇ ਬੱਚੇ ਮੇਰੇ ਕੋਲ ਪੜ੍ਹੇ ਨੇ, ਜਦੋਂ ਆਪਾਂ ਇਹਦੀ ਐਗਜ਼ਾਮਪਲਸ ਕੀਤੀਆਂ ਸੀ, ਉਦੋਂ ਆਪਾਂ ਕਿਹਾ ਸੀ ਕਿ ਜ਼ਰੂਰੀ ਨਹੀਂ ਕਿ 13 ਤੇ 18 ਦੀ ਗੱਲ ਹੈ ਤਾਂ 13 ਮੰਨ ਲਓ, 15 ਮੰਨ ਲਓ। ਪਹਿਲੇ ਦੀ 2 ਘੱਟ ਹੈ, ਦੂਜੇ ਗਰੁੱਪ ਦੀ 3 ਜ਼ਿਆਦਾ ਹੈ, ਜੇ 15 ਮੰਨਦੇ ਆ। ਹੁਣ ਆਪਾਂ 13 ਮੰਨ ਲਿਆ, ਤਾਂ ਪਹਿਲੇ ਗਰੁੱਪ ਦੀ ਐਵਰੇਜ ਤਾਂ ਐਕਚੁਅਲ 'ਚ 13, ਕੋਈ ਵੱਧ ਨਹੀਂ ਕੋਈ ਘੱਟ ਨਹੀਂ, ਦੂਜੀ ਤਾਂ ਐਵਰੇਜ 13 ਹੀ ਰਹਿ ਜੂ। ਦੂਜੇ ਗਰੁੱਪ 'ਚ ਜਿਹੜਾ ਇੱਕ ਬੱਚਾ ਉਹਦੀ 13 ਤੋਂ 5 ਜ਼ਿਆਦਾ ਹੈ, ਤਾਂ ਉਹਦੇ ਕੋਲ 13 ਸਾਲ ਉਮਰ ਤਾਂ ਹੈਗੀ ਆ, 13 ਸਾਲ ਉਮਰ ਹੋਣ ਕਰਕੇ ਐਵਰੇਜ 13 ਹੀ ਰਹੇਗੀ। ਪਰ ਜਿਹੜੇ ਉਹ 5 ਸਾਲ ਐਕਸਟਰਾ ਲੈ ਆਇਆ, ਉਹ ਵੀ ਤਾਂ ਐਵਰੇਜ ਦੇ ਵਿੱਚ ਐਡਜਸਟ ਹੋਣਗੇ, ਤਾਂ ਉਹ ਬੱਚੇ 5 ਸਾਲਾਂ ਨੂੰ ਐਵਰੇਜ 'ਚ ਐਡਜਸਟ ਕਰੋ 4 ਬੱਚਿਆਂ ਦੇ ਵਿੱਚ ਬਰਾਬਰ ਵੰਡ ਕੇ, ਤਾਂ 4 ਬੱਚਿਆਂ 'ਚ ਬਰਾਬਰ ਵੰਡੇ ਜਾਣਗੇ। ਜਿਹੜੀ ਐਵਰੇਜ ਆਪਾਂ ਮੰਨ ਲਈ ਉਹੀ ਹਵਾ 'ਚ ਮੰਨ ਲਈ, 3 ਬੱਚਿਆਂ ਦੀ ਐਵਰੇਜ 13 ਸੀ, ਇੱਕ ਬੱਚੇ ਦੀ ਐਵਰੇਜ 18 ਹੈ, ਤਾਂ ਆਪਾਂ ਮੰਨ ਲਿਆ ਕਿ 13 ਐਵਰੇਜ ਆ, ਸਾਰਿਆਂ ਦੀ ਉਮਰ 13 ਹੈ, ਤਾਂ ਸਾਰਿਆਂ ਦੀ ਉਮਰ 13 ਹੈ, ਤਾਂ ਅਸੀਂ ਐਵਰੇਜ 13 ਕੱਢ ਲਈ। ਪਹਿਲੇ ਗਰੁੱਪ 'ਚ ਦੇਖਿਆ ਉਹ ਅਸਲ 'ਚ 13 ਹੈ, ਤਾਂ ਕੁਛ ਵੱਧ ਨਹੀਂ ਕੁਛ ਘੱਟ ਨਹੀਂ, ਤਾਂ ਕੋਈ ਫਰਕ ਨਹੀਂ ਪੈਣਾ। ਦੂਜੇ ਗਰੁੱਪ 'ਚ 18 ਹੈ, 18 'ਚੋਂ ਜਿਹੜੇ 13 ਸਾਲ ਨੇ ਉਹ ਤਾਂ ਐਵਰੇਜ ਦੇ ਵਿੱਚ ਐਡਜਸਟ ਹੋ ਗਏ, ਐਵਰੇਜ ਉਨੀ ਰਹੇਗੀ, ਪਰ ਜਿਹੜੇ 5 ਸਾਲ ਉੱਤੇ ਨੇ ਉਹਨੂੰ ਵੀ ਐਵਰੇਜ ਦੇ ਵਿੱਚ ਐਡਜਸਟ ਕਰਨਾ, ਤਾਂ ਉਹ 4 'ਚ ਵੰਡੇ ਜਾਣਗੇ, ਤਾਂ 5/4 ਆ ਗਏ ਬੱਚੇ 1.25, ਤਾਂ ਓਵਰਆਲ ਐਵਰੇਜ ਵਿਲ ਵੀ 14.25 ਸਾਲ। ਤਾਂ ਇਸ ਕੁਐਸਚਨ ਦਾ ਆਨਸਰ ਆ ਜਾਊ ਤੁਹਾਡਾ ਸੈਕਿੰਡ ਆਪਸ਼ਨ 14.25 ਸਾਲ, 14.25। ਕਲੀਅਰ ਹੈ ਬੱਚੇ? ਜਿਵੇਂ ਜਿਵੇਂ ਚੀਜ਼ਾਂ ਸਮਝ ਆਉਂਦੀਆਂ ਜਾਣਗੀਆਂ ਉਵੇਂ ਉਵੇਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਦੇ ਜਾਇਓ। ਮੈਂ ਜਿਹੜੇ ਮਰਜ਼ੀ ਤਰੀਕੇ ਨਾਲ ਪੜ੍ਹਾ ਰਿਹਾ, ਜਿਹੜੇ ਬੱਚਿਆਂ ਦੀ ਤਾਂ ਨਿਰੋਲ ਨਿਰਭਰਤਾ ਮੇਰੇ ਤੇ ਹੈ, ਪੂਰੀ ਦੀ ਪੂਰੀ ਡਿਪੈਂਡੈਂਸੀ ਮੇਰੇ ਤੇ ਹੈ, ਉਹ ਤਾਂ ਜਿਵੇਂ ਮੈਂ ਪੜ੍ਹਾ ਰਿਹਾ ਦੇਖਦੇ ਜਾਓ। ਜਿਹੜੇ ਬੱਚਿਆਂ ਨੂੰ 2-4 ਅੱਖਰ ਆਲਰੇਡੀ ਆਉਂਦੇ ਨੇ, ਜੋ ਕਿ ਮੈਂ ਪਹਿਲਾਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਬੱਚਿਆਂ ਨੂੰ ਰੈਕਗਨਾਈਜ਼ ਕਰਦਾ ਕਿ ਇਹਨਾਂ ਨੂੰ 4 ਅੱਖਰ ਆਉਂਦੇ ਨੇ, ਪੜ੍ਹਦੇ ਰਹੇ ਨੇ ਜਾਂ ਪੁਰਾਣੇ ਮੇਰੇ ਕੋਲ ਵੀ ਪੜ੍ਹੇ ਹੋਏ ਨੇ, ਉਹ ਬੱਚੇ ਮੇਰਾ ਸਵਾਲ ਸੋਲਵ ਕਰਨ ਦੀ ਉਡੀਕ ਨਾ ਕਰਿਆ ਕਰੋ, ਨਾਲ ਦੀ ਨਾਲ ਸੋਲਵ ਕਰਨ ਦੀ ਜਿਹੜੇ ਮਰਜ਼ੀ ਤਰੀਕੇ ਨਾਲ, ਜੋ ਤਰੀਕੇ ਆਉਂਦੇ ਨੇ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਥੋੜੀ ਜਿਹੀ ਸਪੀਡ ਬਣਾ ਕੇ ਰੱਖਿਆ ਕਰੋ, ਥੋੜਾ ਟੀਚਰ ਤੋਂ ਅੱਗੇ ਚੱਲਣ ਦੀ ਕੋਸ਼ਿਸ਼ ਕਰਿਆ ਕਰੋ। ਜਿਹੜੇ ਬੱਚਿਆਂ ਨੇ ਚੀਜ਼ਾਂ ਥੋੜੀ ਜਿਹਾ ਨਵੇਂ ਸਿਰੇ ਤੋਂ ਸਿੱਖਣੀਆਂ ਨੇ ਕਿ ਚਲੋ ਹੁੰਦਾ ਤਾਂ ਕੁਝ ਹੈਗਾ ਸੀ, ਸਾਰਾ ਵਾਲੇ ਤਰੀਕੇ ਸਿੱਖ ਲਈਏ, ਉਹ ਥੋੜਾ ਜਿਹਾ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ। ਉਹ ਕੋਈ ਕਾਲੀ ਨਾ ਕਰਿਆ ਕਰੋ ਕਿ ਸਵਾਲ ਸੋਲਵ ਕਰਨਾ। ਇਹਦੇ ਨਾਲ ਦੀ ਪ੍ਰੈਕਟਿਸ ਕਰਦੇ ਆ ਬੱਚੇ। ਅਮਰ ਬਾਇਜ਼ 3 ਸ਼ਰਟਸ ਐਟ ਐਨ ਐਵਰੇਜ ਕਾਸਟ ਆਫ ₹1250। ਅਮਰ ਨੇ 3 ਕਮੀਜ਼ਾਂ ਖਰੀਦੀਆਂ 1250 ਦੀ ਐਵਰੇਜ ਕੋਸਟ। ਬੱਚੇ ਐਵਰੇਜ ਸ਼ਬਦ ਲਿਖਿਆ ਤਾਂ ਇਹਦਾ ਮਤਲਬ ਇਹ ਨਾ ਮੰਨ ਲਿਓ ਕਿ ਉਹਨੇ 3 ਸ਼ਰਟਾਂ 1250 ਦੀਆਂ ਖਰੀਦੀਆਂ। ਐਵਰੇਜ ਕੋਸਟ ਦਾ ਮਤਲਬ 3 ਸ਼ਰਟਾਂ 1250, 1250, 1250। ਇਫ ਹੀ ਬਾਇਜ਼ 2 ਮੋਰ ਸ਼ਰਟਸ ਐਟ ਐਨ ਐਵਰੇਜ ਕੋਸਟ ਆਫ 1450, ਉਹਨੇ 2 ਨਵੀਆਂ ਕਮੀਜ਼ਾਂ ਖਰੀਦੀਆਂ ਐਟ ਐਨ ਐਵਰੇਜ ਕੋਸਟ ਆਫ 1450, ਤਾਂ ਵਟ ਵਿਲ ਬੀ ਦਾ ਐਵਰੇਜ ਕੋਸਟ ਆਫ ਆਲ ਦਾ 5 ਸ਼ਰਟਸ ਹੀ ਬਾਇਜ਼। ਤਾਂ ਜਿਹੜੀਆਂ ਹੁਣ ਕੁੱਲ ਉਹਦੇ ਕੋਲ 5 ਕਮੀਜ਼ਾਂ ਹੋ ਗਈਆਂ, 3 ਪਹਿਲਾਂ ਖਰੀਦੀਆਂ 2 ਮਗਰੋਂ, ਸਾਰਿਆਂ ਦੀ ਐਵਰੇਜ ਦੱਸੋ। ਤਾਂ ਬੱਚੇ ਬਿਲਕੁਲ ਸਿਮਿਲਰ ਕੁਐਸਚਨ ਹੈ। 3 ਸ਼ਰਟਸ ਨੇ,
ਉਹਨਾਂ ਦੀ ਐਵਰੇਜ ਕਾਸਟ ਹੈ ਰੁਪੀਜ਼ 1250। ਫਿਰ 2 ਸ਼ਰਟਸ ਹੋਰ ਲੈ ਕੇ ਆਇਆ ਉਹ, ਉਹਨਾਂ ਦੀ ਐਵਰੇਜ ਕਾਸਟ ਆ 1450। ਆਪਾਂ ਇਹਨਾਂ ਨੂੰ ਮਰਜ ਕਰਨਾ ਤੇ ਦੱਸਣਾ ਕਿ ਕੁੱਲ ਐਵਰੇਜ ਕੀ ਬਣ ਜੂ। ਤਾਂ ਬੱਚੇ ਐਵਰੇਜ ਕੀ ਬਣ ਜੂ, ਜਿਹੜੀ ਵੈਲਿਊ ਘੱਟ ਹੈ, ਕਿਉਂਕਿ 2 ਗਰੁੱਪਸ ਨੂੰ ਮਰਜ ਕਰਨਾ ਤਾਂ ਜਿਹੜੀ ਵੈਲਿਊ ਘੱਟ ਹੈ ਉਹਨੂੰ ਐਵਰੇਜ ਮੰਨ ਲਓ। ਤਾਂ ਆਪਾਂ 1250 ਐਵਰੇਜ ਮੰਨ ਲਈ। ਉਹ ਤਾਂ ਜ਼ਰੂਰੀ ਨਹੀਂ ਕਿ 1250 ਨੂੰ ਮੰਨਣਾ, ਇਹਨਾਂ ਦੋਨਾਂ ਦੇ ਵਿਚਲੀ ਕਿਸੇ ਵੈਲਿਊ ਨੂੰ 1300 ਨੂੰ, 1322 ਰੁਪਏ ਨੂੰ, 1400 ਰੁਪਏ ਨੂੰ, ਜਿਹਨੂੰ ਮਰਜ਼ੀ ਤੁਸੀਂ ਐਵਰੇਜ ਮੰਨ ਸਕਦੇ ਹੋ। ਜਿਹੜੀ ਵੈਲਿਊ ਅਸਲ 'ਚ ਇੱਕ ਐਗਜ਼ਿਸਟ ਕਰਦੀ ਹੈ ਦੋਨਾਂ 'ਚੋਂ, ਉਹਨੂੰ ਐਵਰੇਜ ਮੰਨ ਕੇ ਥੋੜਾ ਜਿਹਾ ਸੌਖਾ ਹੋ ਜਾਂਦਾ। ਤਾਂ 1250 ਐਵਰੇਜ ਮੰਨ ਲਈ। ਬੱਚੇ ਜਿਹੜਾ ਪਹਿਲਾ ਗਰੁੱਪ ਹੈ ਉਹਦੀ ਤਾਂ ਐਵਰੇਜ 1250 ਹੀ ਆ, ਤਾਂ ਆਪਾਂ 1250 ਹੀ ਐਵਰੇਜ ਮੰਨੀਏ ਤਾਂ ਕੋਈ ਵੱਧ ਨਹੀਂ, ਕੋਈ ਘੱਟ ਨਹੀਂ, ਕੋਈ ਫਰਕ ਨਹੀਂ ਪੈਣਾ। ਜਿਹੜੇ ਦੂਜਾ ਗਰੁੱਪ ਹੈ ਜਿਹਦੇ 'ਚ 2 ਸ਼ਰਟਾਂ ਨੇ, ਉਹਦੇ ਵਿੱਚ ਹਰ ਇੱਕ ਸ਼ਰਟ ਕਿੰਨੇ ਦੀ ਹੈ, 1450 ਦੀ। ਆਪਾਂ ਕਿੰਨੇ ਦੀ ਮੰਨੀ ਹੈ, ਆਪਾਂ 1250 ਦੀ ਮੰਨੀ ਹੈ। ਜੇ 1250 ਦੀ ਗੱਲ ਕਰੀਏ ਤਾਂ ਐਵਰੇਜ ਉਨੀ ਹੀ ਮੰਨੀ ਹੈ, ਤਾਂ ਕੋਈ ਫਰਕ ਨਹੀਂ ਪੈਣਾ। ਪਰ 200 ਉੱਤੇ ਹੈ ਨਾ ਉਹ ਸ਼ਰਟ, 1450 ਦੀ ਹੈ ਇੱਕ ਸ਼ਰਟ, 200 ਉੱਤੇ ਹੈ ਤਾਂ ਬੱਚੇ 2 ਸ਼ਰਟਾਂ ਨੇਗੀਆਂ, ਤਾਂ 200 ਰੁਪਏ ਦੀਆਂ 2 ਸ਼ਰਟਾਂ, ਮਤਲਬ ਕੁੱਲ 400 ਰੁਪਏ ਐਕਸਟਰਾ ਨੇ। 5 ਦੀਆਂ 5 ਜਿਹੜੀਆਂ ਸ਼ਰਟਾਂ ਨੇ ਉਹ 1250 ਦੀਆਂ ਤਾਂ ਹੈਗੀਆਂ ਨੇ, ਪਹਿਲੀਆਂ 3 ਤਾਂ ਅਸਲ 'ਚ ਹੀ 1250 ਦੀਆਂ ਨੇ, ਜਿਹੜੀਆਂ ਅਗਲੀਆਂ 2 ਨੇ ਉਹ 1250 ਤੋਂ 200 ਉੱਤੇ ਨੇ। ਤਾਂ 1250 ਵਾਲਾ ਹਿੱਸਾ ਤਾਂ ਐਵਰੇਜ 'ਚ ਐਡਜਸਟ ਹੋ ਗਿਆ, ਜਿਹੜੀ ਮੰਨੀ ਬੈਠੇ ਆ। ਤਾਂ ਜਿਹੜੇ 200 ਰੁਪਏ ਐਕਸਟਰਾ ਨੇ, ਦੋਹਾਂ ਕਮੀਜ਼ਾਂ ਦੇ 200 ਰੁਪਏ ਐਕਸਟਰਾ, ਦੋਹਾਂ ਕਮੀਜ਼ਾਂ ਦੇ 200 ਰੁਪਏ ਐਕਸਟਰਾ, ਬੱਚੇ 400 ਰੁਪਏ ਐਕਸਟਰਾ। ਉਹ 400 ਰੁਪਏ ਨੂੰ ਜਦੋਂ ਆਪਾਂ ਐਵਰੇਜ ਦੇ ਵਿੱਚ ਐਡਜਸਟ ਕਰਾਂਗੇ ਤਾਂ 5 'ਚ ਵੰਡਾਂਗੇ, ਕਿਉਂਕਿ 5 ਸ਼ਰਟਾਂ ਨੇ। ਤਾਂ 5 'ਚ ਵੰਡਿਆ 80, 1250 'ਚ 80 ਜੋੜ ਦਿਓ, 1330 ਰੁਪਏ ਨਵੀਂ ਐਵਰੇਜ ਆਜੂ। ਸੈਕਿੰਡ ਆਪਸ਼ਨ ਬੱਚੇ। ਪਿਛਲੇ ਕੁਐਸਚਨ 'ਚ ਇਹ ਆਪਾਂ ਕਿਉਂ ਨਹੀਂ ਸੀ ਕੀਤਾ 2 ਗੁਣਾ, ਕਿਉਂਕਿ ਪਿਛਲੇ ਕੁਐਸਚਨ 'ਚ ਜਿਹਦੇ ਕੋਲ ਕੁਝ ਐਕਸਟਰਾ ਸੀਗਾ ਉਹ ਸਿਰਫ ਇੱਕੋ ਹੀ ਸੀ, ਤਾਂ 1 ਗੁਣਾ ਤਾਂ ਮਤਲਬ ਤਾਂ ਹੀ ਆਪਾਂ 5 ਹੀ ਵਰਤਿਆ। ਜੇ ਕਿਤੇ ਇੱਥੇ 30 ਹੁੰਦਾ, ਯਾਨੀ ਕਿ ਇੱਥੇ ਰੇਸ਼ੋ 'ਚ 2 ਆ ਜਾਂਦਾ, ਫਿਰ 5 ਐਕਸਟਰਾ 2 ਜਾਣਿਆਂ ਕੋਲ ਹੈ, ਤਾਂ 5 ਗੁਣਾ 2 10 ਨੂੰ ਐਡਜਸਟ ਕਰਦੇ, ਫਿਰ ਆਪਾਂ ਇਹ ਕਰਦੇ। ਹੁਣ ਆਪਾਂ 1 ਗੁਣਾ ਹੀ ਕਰਨਾ ਸੀਗਾ, ਇਸ ਕਰਕੇ 5 ਹੀ ਚੱਕ ਲਿਆ, ਬਟੇ 4 ਕਰਤਾ ਉਹਨੂੰ। ਅਗਲਾ ਕੁਐਸਚਨ ਬੱਚੇ, ਸਿਮਿਲਰ ਐਗਜ਼ਾਮਪਲ। ਇਨ ਏ ਕਲਾਸ ਦਾ ਐਵਰੇਜ ਮਾਰਕਸ ਆਫ 39 ਗਰਲਸ ਇਜ਼ 113। ਕਲਾਸ 'ਚ 39 ਕੁੜੀਆਂ ਨੇ ਜਿਨ੍ਹਾਂ ਦੇ ਐਵਰੇਜ ਮਾਰਕਸ 113 ਨੇ। whereas the average marks of 26 boys is 89। ਤੇ 26 ਮੁੰਡੇ ਨੇ ਕਲਾਸ 'ਚ, ਉਹਨਾਂ ਦੇ ਐਵਰੇਜ ਮਾਰਕਸ 89 ਨੇ। ਫਾਈਂਡ ਦਾ ਓਵਰਆਲ ਐਵਰੇਜ ਆਫ ਦਾ ਕਲਾਸ। ਤਾਂ ਕਲਾਸ ਦੀ ਓਵਰਆਲ ਐਵਰੇਜ ਦੱਸਣੀ ਹੈ ਬੱਚੇ। ਤਾਂ ਬੱਚੇ ਕਲਾਸ ਦੇ ਵਿੱਚ 39 ਕੁੜੀਆਂ ਨੇ, ਉਹਨਾਂ ਦੇ ਐਵਰੇਜ ਮਾਰਕਸ ਕਿੰਨੇ ਆ, 113। ਕਲਾਸ ਦੇ ਵਿੱਚ 26 ਮੁੰਡੇ ਨੇ। ਆ ਜਿਹੜਾ ਮੈਂ ਲਿਖੀ ਜਾਂਦਾ ਇਹ ਸਕਰੀਨ ਤੇ ਦਿਖ ਰਿਹਾ ਤੁਹਾਨੂੰ ਕੁਐਸਚਨ ਦੇ ਵਿੱਚ ਲਿਖਿਆ, ਤਾਂ ਇਹ ਏਡਾ ਲਿਖਣ ਦੀ ਲੋੜ ਨਹੀਂ ਹੈਗੀ। ਮੈਂ ਕਿਉਂਕਿ ਸਮਝਾਉਣਾ ਤਾਂ ਇਸ ਕਰਕੇ ਮੈਨੂੰ ਲੋੜ ਪੈ ਰਹੀ ਹੈ ਲਿਖਣ ਦੀ। ਤੁਹਾਡਾ ਤਾਂ ਇਹ ਲਿਖਣ ਵਾਲਾ ਸਮਾਂ ਬਹੁਤ ਜ਼ਿਆਦਾ ਬਚੂਗਾ, ਪ੍ਰੈਕਟਿਸ ਕਰਨੀ ਸ਼ੁਰੂ ਕਰੋ ਮਾੜੀ ਜੀ। 26 ਮੁੰਡੇ ਨੇ, ਉਹਨਾਂ ਦੇ ਐਵਰੇਜ ਮਾਰਕਸ ਕੀ ਹੈ, 89। ਤਾਂ ਆਪਾਂ ਪੂਰੀ ਕਲਾਸ ਦੇ ਐਵਰੇਜ ਮਾਰਕਸ ਦੱਸਣੇ ਆ। ਤਾਂ ਬੱਚੇ ਪੂਰੀ ਕਲਾਸ ਦੀ ਐਵਰੇਜ, ਸਭ ਤੋਂ ਪਹਿਲਾਂ ਤਾਂ ਰੇਸ਼ੀਓ ਲੈ ਲਓ। 39 ਤੇ 26 2 ਗਰੁੱਪ ਨੇ, ਜਿਹੜੇ 3:2 ਦੇ ਵਿੱਚ ਨੇ, ਉਹ 3:2 ਦੇ ਵਿੱਚ ਨੇ, ਤਾਂ ਭੁੱਲ ਜਾਓ 39, ਭੁੱਲ ਜਾਓ 26। ਹੁਣ 3 ਕੁੜੀਆਂ 2 ਮੁੰਡੇ ਦੇ ਹਿਸਾਬ ਨਾਲ ਚੱਲੂਗਾ ਸਾਡਾ ਸਵਾਲ। ਤਾਂ ਐਵਰੇਜ ਮੰਨ ਲਾਂਗੇ 89, ਜਿਹੜੀ ਵੈਲਿਊ ਘੱਟ ਆ ਉਹਨੂੰ ਐਵਰੇਜ ਮੰਨ ਲਓ। ਤਾਂ 3 ਕੁੜੀਆਂ ਦੇ ਕਿੰਨੇ ਮਾਰਕਸ ਨੇ, 113। 113 ਦੇ ਵਿੱਚੋਂ 89 ਤਾਂ ਐਵਰੇਜ ਦੇ ਵਿੱਚ ਹੀ ਐਡਜਸਟ ਹੋ ਗਏ, ਕਿਉਂਕਿ ਆਪਾਂ ਐਵਰੇਜ 89 ਮੰਨੀ ਆ। 89 ਤਾਂ ਐਵਰੇਜ 'ਚ ਐਡਜਸਟ ਹੋ ਗਏ। ਕਿੰਨੇ ਐਕਸਟਰਾ ਨੇ, 24 ਐਕਸਟਰਾ ਨੇ। ਉਹ 24 ਜਿਹੜੇ ਐਕਸਟਰਾ ਨੇ 3 ਜਾਣਿਆਂ ਦੇ ਨੇ, ਤਾਂ 24 × 3 ਮਤਲਬ 72 ਐਕਸਟਰਾ ਨੇ। 24 × 3 ਮਤਲਬ 72 ਐਕਸਟਰਾ ਨੇ। ਤੇ ਬॉयਜ਼ ਕੋਲ ਕੁਝ ਐਕਸਟਰਾ ਨਹੀਂ ਹੈਗਾ, 89 ਹੀ ਨੇ, 89 ਹੀ ਐਵਰੇਜ ਮੰਨੀ ਹੈ। ਤਾਂ ਓਵਰਆਲ ਐਕਸਟਰਾ 72 ਆ। ਤਾਂ ਬੱਚੇ 72 ਨੂੰ ਐਵਰੇਜ ਦੇ ਵਿੱਚ ਐਡਜਸਟ ਕਰਾਂਗੇ, 5 ਜਾਣਿਆਂ 'ਚ ਵੰਡਾਂਗੇ। 3 ਕੁੜੀਆਂ 2 ਮੁੰਡੇ, 5 ਜਾਣਿਆਂ 'ਚ ਵੰਡਿਆ ਤਾਂ 72/5 ਆ ਗਿਆ, 14.4। ਐਡ ਕਰਕੇ ਆ ਗਿਆ ਆਨਸਰ 103.4। ਤਾਂ ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੈਗਾ ਬੱਚੇ। ਸੈਕਿੰਡ ਆਪਸ਼ਨ ਆ ਜਾਓ 103.4। ਤਾਂ ਪਲੀਜ਼ ਮਾੜਾ ਜਿਹਾ ਨਿਗਾਹ ਮਾਰ ਲਓ। ਹੁਣ ਮੈਂ ਉਮੀਦ ਕਰਦਾ ਜਿਹੜੇ ਬੱਚੇ ਇਹ ਵੀਡੀਓ ਦੇਖ ਰਹੇ ਨੇ, ਕੁਝ ਬੱਚਿਆਂ ਨੇ ਇੱਥੇ 89 ਦੀ ਥਾਂ ਤੇ ਕੁਝ ਹੋਰ ਮੰਨਿਆ ਹੋਣਾ। ਮੈਂ ਕਿਹਾ ਸੀ ਨਾ ਕਿ ਇਹਨਾਂ ਦੇ ਵਿਚਲੀ ਕੋਈ ਵੀ ਵੈਲਿਊ ਮੰਨ ਸਕਦੇ ਆ, ਤਾਂ 100 ਮੰਨ ਸਕਦੇ ਆ। ਮੈਂ 100 ਦੇ ਹਿਸਾਬ ਨਾਲ ਵੀ ਇਹ ਕੁਐਸਚਨ ਸੋਲਵ ਕਰਕੇ ਦਿਖਾਉਣਾ। ਕੌਫੀ ਦੇ 2 ਘੁੱਟ ਭਰ ਲੈਣ ਦਿਓ, ਉਦੋਂ ਤੱਕ ਬਾਕੀ ਬੱਚੇ ਸਮਝੋ। ਦੇਖੋ, ਜਦੋਂ ਆਪਾਂ 89 ਨੂੰ ਐਵਰੇਜ ਮੰਨਿਆ ਤਾਂ ਦੋਨਾਂ 'ਚੋਂ 89 ਕੱਢਿਆ। ਦੂਜੇ ਗਰੁੱਪ 'ਚ ਤਾਂ 89 ਹੀ ਹੈ ਵੈਲਿਊ, ਤਾਂ ਕੁਝ ਵੱਧ ਘੱਟ ਨਹੀਂ। ਪਹਿਲੇ ਗਰੁੱਪ ਦੇ ਵਿੱਚ 24 ਜ਼ਿਆਦਾ ਹੈ, ਤਾਂ 3 ਜਾਣਿਆਂ ਦਾ 24 ਜ਼ਿਆਦਾ, ਮਤਲਬ ਕੁੱਲ 72 ਜ਼ਿਆਦਾ, ਤਾਂ ਉਹਨੂੰ ਐਵਰੇਜ 'ਚ ਐਡਜਸਟ ਕੀਤਾ, ਕਿਉਂਕਿ 89 ਤਾਂ ਐਵਰੇਜ ਦੇ ਵਿੱਚ ਐਡਜਸਟ ਹੋ ਗਿਆ। ਐਵਰੇਜ 89 ਹੀ ਮੰਨੀ ਆ।
ਜਿਹੜਾ ਐਕਸਟਰਾ 24 ਹੈ 3 ਜਾਣਿਆਂ ਦਾ ਕੁੱਲ 72 ਐਕਸਟਰਾ ਹੈ, ਉਹਨੂੰ ਐਵਰੇਜ 'ਚ ਵੰਡਣਾ ਤਾਂ 5 ਜਾਣਿਆਂ 'ਚ ਵੰਡਾਂਗੇ ਤਾਂ 14.4 ਐਕਸਟਰਾ ਆ ਗਿਆ ਸਾਰਿਆਂ ਕੋਲ, ਐਡ ਕਰਕੇ ਐਵਰੇਜ ਆ ਗਈ। ਹੁਣ ਜੇ ਆਪਾਂ 89 ਦੀ ਥਾਂ ਤੇ 100 ਐਵਰੇਜ ਮੰਨ ਲਈਏ ਤਾਂ ਦੇਖਿਓ ਇਹੀ ਕੁਐਸਚਨ ਫਿਰ 103.4 ਤੇ ਪਹੁੰਚੂਗਾ। ਕਿਵੇਂ ਪਹੁੰਚੂਗਾ ਉਹ ਧਿਆਨ ਨਾਲ ਦੇਖਣਾ ਤੁਸੀਂ। ਹਾਂਜੀ ਬੱਚੇ, ਐਵਰੇਜ ਜੇ ਆਪਾਂ 100 ਮੰਨ ਲਈਏ, ਐਵਰੇਜ 100 ਦਾ ਮਤਲਬ ਸਾਰਿਆਂ ਦੀ ਵੈਲਿਊ 100 ਹੈ ਜੀ। ਇਹ ਹਵਾ 'ਚ ਮੰਨ ਲਈ, ਇਹ ਕੁਛ ਪ੍ਰਮਾਣ ਨਹੀਂ ਹੈਗਾ ਕਿ ਕਿਤੇ 100 ਦਿਖ ਰਿਹਾ ਸਾਨੂੰ। ਅਸੀਂ ਬਸ ਇਹ ਦੇਖਿਆ ਕਿ ਭਾਈ 3 ਕੁੜੀਆਂ ਨੇ, ਉਹਨਾਂ ਸਾਰਿਆਂ ਦੇ 113 ਨੰਬਰ ਨੇ, 2 ਮੁੰਡੇ ਨੇ, ਉਹਨਾਂ ਦੇ 89 ਨੰਬਰ ਨੇ, ਤਾਂ ਓਵਰਆਲ ਐਵਰੇਜ ਕੱਢਣੀ ਹੈ। ਤਾਂ ਆਪਾਂ ਯਾਰ ਇਹਨਾਂ ਦੇ ਵਿੱਚ ਕੋਈ ਵੀ ਰਾਊਂਡ ਆਫ ਵੈਲਿਊ ਜੋ ਕਿ ਆਪਾਂ 100 ਐਵਰੇਜ ਮੰਨ ਲਈ, ਤਾਂ 100 ਐਵਰੇਜ ਦਾ ਮਤਲਬ ਸਾਰਿਆਂ ਦੀ ਵੈਲਿਊ 100 ਆ। ਤਾਂ ਕੁੜੀਆਂ ਦੀ ਵੈਲਿਊ ਕਿੰਨੀ ਹੈ? 100 ਤੋਂ 13 ਜ਼ਿਆਦਾ, ਪਲੱਸ 13। 100 ਐਵਰੇਜ ਮੰਨੀ ਹੈ, ਪਰ ਅਸਲ ਦੇ ਵਿੱਚ 113 ਚੋਂ 100 ਤਾਂ ਐਡਜਸਟ ਹੋ ਗਿਆ ਐਵਰੇਜ ਦੇ ਵਿੱਚ, 13 ਐਕਸਟਰਾ ਚੱਕੀ ਫਿਰਦੀਆਂ ਨੇ। ਤਾਂ ਤਿੰਨਾਂ ਕੁੜੀਆਂ ਕੋਲ ਕਿੰਨਾ ਐਕਸਟਰਾ ਆ ਗਿਆ? 39 ਐਕਸਟਰਾ ਆ ਗਿਆ, ਪਲੱਸ ਪਾਤਾ ਤਾਂ ਹੀ ਮੈਂ। ਮੁੰਡਿਆਂ ਤੇ ਆ ਜਾਓ, ਮੁੰਡਿਆਂ ਦੀ ਆਪਾਂ ਓਵਰਆਲ ਐਵਰੇਜ 100 ਮੰਨੀ ਹੈ, ਪਰ ਮੁੰਡਿਆਂ ਦੇ ਤਾਂ ਐਵਰੇਜ ਮਾਰਕਸ ਹੀ 89 ਨੇ, 11 ਘੱਟ ਨੇ। 11 ਘੱਟ ਨੇ ਤਾਂ 2 ਮੁੰਡੇ ਨੇ, ਤਾਂ ਕਿੰਨੇ ਘੱਟ ਗਏ? 22 ਮਾਰਕਸ ਘੱਟ ਗਏ। ਤਾਂ ਓਵਰਆਲ ਵਾਧਾ ਘਾਟਾ ਕੀ ਹੈ ਬੱਚੇ? 39 ਪਲੱਸ 'ਚ 22 ਮਾਈਨਸ 'ਚ ਤਾਂ 17 ਪਲੱਸ 'ਚ ਆ ਗਿਆ। ਉਹ ਜਿਹੜਾ ਐਕਸਟਰਾ 17 ਨਿਕਲਿਆ ਆ ਉਹਨੂੰ ਐਵਰੇਜ ਦੇ ਵਿੱਚ ਐਡਜਸਟ ਕਰੋ, ਤਾਂ 17 ਨੂੰ ਐਵਰੇਜ 'ਚ ਐਡਜਸਟ ਕਰਾਂਗੇ 5 'ਚ ਵੰਡ ਕੇ, ਕਿਉਂਕਿ 5 ਜਾਣੇ ਨੇ ਕੁੱਲ। ਤਾਂ 5 'ਚ ਵੰਡਿਆ ਤਾਂ 3.4, ਐਵਰੇਜ 100 ਦੇ ਵਿੱਚ 3.4 ਜੋੜ ਦਿਓ ਬੱਚੇ, ਆਨਸਰ ਉੱਥੇ ਹੀ ਚੱਲ ਜੂਗਾ 103.4। ਤਾਂ ਇਹ ਆਪਣਾ ਐਵਰੇਜ ਦਾ ਸਵਾਲ ਸੀਗਾ, ਜਿਹੜਾ ਟਾਈਪ ਪੇਪਰ 'ਚ ਆਇਆ ਹੋਇਆ, ਤੇ ਆਪਾਂ ਉਹਦੇ ਨਾਲ ਦੇ ਕੁਝ ਹੋਰ ਕੁਐਸਚਨਸ ਦੀ ਐਗਜ਼ਾਮਪਲਸ ਚੱਕ ਕੇ ਕੀਤੀਆਂ ਨੇ। ਉਹਦੇ ਵਿੱਚੋਂ ਇੱਕ ਕੁਐਸਚਨ ਨੂੰ ਆਪਾਂ 2 ਤਰੀਕਿਆਂ ਨਾਲ ਸੋਲਵ ਕੀਤਾ। ਤਾਂ ਬੱਚੇ ਇਹੋ ਜਿਹਾ ਜੇ ਕਦੇ ਵੀ ਕੁਐਸਚਨ ਆਉਂਦਾ ਤੁਹਾਡੇ ਕੋਲ ਮੱਥਾ ਮਾਰਨ ਨੂੰ ਕੋਈ ਹਿਸਾਬ ਕਿਤਾਬ ਜਿਹਾ ਹੈਗਾ, ਇਹ ਆਪਣੇ ਸਾਹਮਣੇ ਹੈਗਾ। ਅਗਲਾ ਕੁਐਸਚਨ ਦੇਖੋ ਬੱਚੇ, ਆ ਆਪਣਾ ਪ੍ਰੋਫਿਟ ਲੋਸ ਦਾ ਕੁਐਸਚਨ ਹੈ। ਇਹ ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ। ਇਫ ਮੋਹਨ ਵਾਈਲ ਸੈਲਿੰਗ 2 goats ਐਟ ਦਾ ਸੇਮ ਪ੍ਰਾਈਸ, ਮੋਹਨ ਨੇ 2 ਬੱਕਰੀਆਂ ਵੇਚੀਆਂ ਸੇਮ ਪ੍ਰਾਈਸ ਤੇ। ਬੱਚੇ ਇੰਪੋਰਟੈਂਟ ਚੀਜ਼ ਹੈ, ਸੈਲਿੰਗ 2 things ਐਟ ਦਾ ਸੇਮ ਪ੍ਰਾਈਸ। ਕੋਈ ਵੀ 2 ਚੀਜ਼ਾਂ ਵੇਚ ਰਿਹਾ ਹੈਗਾ, ਚਾਹੇ ਬੱਕਰੀਆਂ ਵੇਚ ਰਿਹਾ, ਚਾਹੇ ਕੁਰਸੀ ਮੇਜ਼ ਵੇਚ ਰਿਹਾ, ਜੋ ਮਰਜ਼ੀ ਘੜੀਆਂ ਵੇਚ ਰਿਹਾ, 2 ਚੀਜ਼ਾਂ ਵੇਚੀਆਂ ਸੇਮ ਪ੍ਰਾਈਸ ਤੇ, ਦੋਹਾਂ ਦਾ ਸੈਲਿੰਗ ਪ੍ਰਾਈਸ ਬਰਾਬਰ। ਇੰਪੋਰਟੈਂਟ ਹੈ। ਤਾਂ ਉਹ ਵੇਚਿਆ ਕਿਵੇਂ? ਮੇਕਸ ਅ ਪ੍ਰੋਫਿਟ ਆਫ 10% ਔਨ ਦੀ ਫਸਟ ਗੋਟ ਐਂਡ ਸਫਰਸ ਅ ਲਾਸ ਆਫ 10% ਔਨ ਦੀ ਅਦਰ। ਤਾਂ ਓਵਰਆਲ ਦੱਸੋ ਉਹਨੂੰ ਕੀ ਹੋਇਆ? ਮੇਕਸ ਨੋ ਪ੍ਰੋਫਿਟ ਐਂਡ ਨੋ ਲਾਸ, makes a profit of 1%, suffers a loss of 1%, suffers a loss of 2%। ਐਗਜ਼ਾਮੀਨਰ ਇਹੋ ਜਿਹੀ ਗੱਲ ਕਰ ਰਿਹਾ ਹੈ। ਬੱਚੇ ਇੰਪੋਰਟੈਂਟ ਕੁਐਸਚਨ ਹੈ ਕਿ 2 ਆਰਟੀਕਲ ਵੇਚੇ ਗਏ ਸੇਮ ਪ੍ਰਾਈਸ ਤੇ, ਮਤਲਬ 2 ਆਰਟੀਕਲਸ ਦਾ ਸੇਮ ਸੈਲਿੰਗ ਪ੍ਰਾਈਸ ਹੈ। ਇਹ ਤਾਂ ਪਹਿਲੀ ਕੰਡੀਸ਼ਨ ਹੈ, ਇਹ ਤਾਂ ਪਹਿਲੀ ਕੰਡੀਸ਼ਨ ਹੈ ਕਿ 2 ਆਰਟੀਕਲਸ ਦਾ ਸੈਲਿੰਗ ਪ੍ਰਾਈਸ ਸੇਮ ਹੈ। ਫਿਰ ਪਹਿਲੇ ਨੂੰ ਕਿਵੇਂ ਵੇਚਿਆ? 10% ਦੇ ਗੇਨ ਤੇ, ਪਹਿਲੇ ਆਰਟੀਕਲ ਤੇ 10% ਦਾ ਗੇਨ ਹੋਇਆ, ਤੇ ਦੂਜੇ ਤੇ 10% ਦਾ ਲਾਸ ਹੋਇਆ। ਆਪਾਂ ਦੱਸਣਾ ਓਵਰਆਲ। ਆਹੀ ਕੁਐਸਚਨ ਹੈ ਨਾ, ਐਗਜ਼ਾਮੀਨਰ ਨੇ ਮੋਹਨ ਦੇ ਨਾਂ ਤੇ ਜਿਹੜੀ ਸਟੇਟਮੈਂਟ ਬਣਾਈ ਹੈ, ਆਪਾਂ ਉਹਦਾ ਨਿਚੋੜ ਸਹੀ ਲਿਖ ਲਿਆ ਵੀ ਭਾਈ 2 ਬੱਕਰੀਆਂ ਵੇਚੀਆਂ ਗਈਆਂ ਸੇਮ ਸੈਲਿੰਗ ਪ੍ਰਾਈਸ, ਪਹਿਲੀ ਤੇ 10% ਗੇਨ, ਦੂਜੀ ਤੇ 10% ਲਾਸ। ਤਾਂ ਓਵਰਆਲ ਦੱਸੋ। ਤਾਂ ਬੱਚੇ ਓਵਰਆਲ ਹਮੇਸ਼ਾ ਕੀ ਹੋਊਗਾ? ਆ ਤਾਂ ਕੰਡੀਸ਼ਨ ਹੈਗੀ ਹੈ ਕਿ ਸੈਲਿੰਗ ਪ੍ਰਾਈਸ ਦੋਨਾਂ ਦਾ ਸੇਮ ਹੋਣਾ ਚਾਹੀਦਾ, ਇਹ ਤਾਂ ਕੰਡੀਸ਼ਨ ਹੈਗੀ ਆ। ਇਸ ਤੋਂ ਬਾਅਦ ਜੇ ਪਹਿਲੀ ਬੱਕਰੀ ਤੇ ਕੁਛ ਪਰਸੈਂਟ ਦਾ ਗੇਨ, ਧਿਆਨ ਨਾਲ ਸੁਣਿਓ ਗੱਲ, ਪਹਿਲੀ ਬੱਕਰੀ ਜਾਂ ਪਹਿਲਾ ਆਰਟੀਕਲ ਜੋ ਵੀ ਆ ਉਹਦੇ ਤੇ ਕੁਛ ਪਰਸੈਂਟ ਦਾ ਗੇਨ, ਤੇ ਦੂਜੇ ਆਰਟੀਕਲ ਤੇ ਓਨੇ ਹੀ ਪਰਸੈਂਟ ਦਾ ਲਾਸ ਹੋਵੇ, ਜਿੰਨੇ ਪਰਸੈਂਟ ਦਾ ਗੇਨ ਓਨੇ ਹੀ ਪਰਸੈਂਟ ਦਾ ਲਾਸ ਹੋਵੇ, ਤਾਂ ਓਵਰਆਲ ਕੀ ਹੋਊਗਾ? ਓਵਰਆਲ ਇਹਦਾ ਸਕੁਅਰ ਕਰ ਦੋ ਬਟੇ 100 ਲਾ ਦੋ। ਜੇ 10% ਗੇਨ 10% ਲਾਸ ਹੈ ਤਾਂ 10 ਦਾ ਸਕੁਅਰ ਕਰ ਦੋ। ਜੇ ਕਿਤੇ 15% ਗੇਨ 15% ਲਾਸ ਹੁੰਦਾ ਤਾਂ 15 ਦਾ ਸਕੁਅਰ ਕਰ ਦਿੰਦੇ। 5% ਗੇਨ 5% ਲਾਸ ਹੁੰਦਾ 5 ਦਾ ਸਕੁਅਰ ਕਰ ਦਿੰਦੇ। 17% ਗੇਨ ਦੂਜੇ ਤੇ 17% ਲਾਸ ਹੁੰਦਾ ਤਾਂ 17 ਦਾ ਸਕੁਅਰ ਕਰਕੇ ਥੱਲੇ 100 ਹੀ ਲੱਗਦਾ। ਇੰਨੇ ਪਰਸੈਂਟ ਦਾ ਹਮੇਸ਼ਾ ਲਾਸ ਹੋਣਾ ਸੀ ਬੱਚੇ, ਹਮੇਸ਼ਾ ਲਾਸ। ਤਾਂ 10 ਦਾ ਸਕੁਅਰ 100 ਹੁੰਦਾ, ਥੱਲੇ ਵੀ 100 ਹੈ ਤਾਂ 1 ਆ ਗਿਆ। ਤਾਂ ਬੱਚੇ ਆਨਸਰ ਵਿਲ ਬੀ 1% ਲਾਸ। ਤਾਂ ਇਸ ਕੁਐਸਚਨ ਦਾ ਆਨਸਰ ਕੀ ਆ ਜਾਊਗਾ? ਮੇਕਸ ਸਫਰਸ ਅ ਲਾਸ ਆਫ 1%। ਥਰਡ ਆਪਸ਼ਨ ਸਫਰਸ ਅ ਲਾਸ ਆਫ 1%। ਸੈਕੰਡ ਆਪਸ਼ਨ ਚ ਪ੍ਰੋਫਿਟ ਆਫ 1% ਉਹ ਗਲਤ ਹੈ।
लॉस ਹੁੰਦਾ ਹਮੇਸ਼ਾ ਜਦੋਂ ਦੋ ਆਰਟੀਕਲ ਸੇਮ ਪ੍ਰਾਈਸ ਤੇ ਵੇਚਣ ਤੋਂ ਬਾਅਦ ਪਹਿਲੇ ਤੇ ਜਿੰਨੇ ਪਰਸੈਂਟ ਗੇਨ ਹੈ ਦੂਜੇ ਤੇ ਓਨੇ ਹੀ ਪਰਸੈਂਟ ਦਾ ਲਾਸ ਹੈ ਤਾਂ ਓਵਰਆਲ ਕੀ ਹੋਊਗਾ ਬੱਚੇ ਇਹਦਾ ਸਕੁਅਰ ਕਰਕੇ ਥੱਲੇ 100 ਧਰ ਦੋ ਇੰਨੇ ਪਰਸੈਂਟ ਦਾ ਹਮੇਸ਼ਾ ਲਾਸ ਹੋਊਗਾ। ਤਾਂ ਮੈਂ ਜਿਹੜੀ ਆ ਇਹਦੇ ਨਾਲ ਦੀਆਂ ਕੁਝ ਐਗਜ਼ਾਮਪਲਸ ਲੈ ਕੇ ਆਇਆ ਉਹ ਬਹੁਤ ਇੰਟਰਸਟਿੰਗ ਐਗਜ਼ਾਮਪਲਸ ਨੇ। ਇੱਕ ਐਗਜ਼ਾਮਪਲ ਤਾਂ ਸਿਮਿਲਰ ਲੈ ਕੇ ਆਇਆ ਅਗਲੀ ਸਟੇਟਮੈਂਟ ਦੇਖ ਲਿਓ। ਇੱਕ ਮੈਂ ਐਗਜ਼ਾਮਪਲ ਲੈ ਕੇ ਆਇਆ ਜਿਹਦੇ ਵਿੱਚ ਦੋ ਆਰਟੀਕਲ ਸੇਮ ਪ੍ਰਾਈਸ ਤੇ ਵੇਚੇ। ਇਹ ਤਾਂ ਸੇਮ ਹੀ ਕੰਡੀਸ਼ਨ ਹੈ ਕਿ ਦੋ ਆਰਟੀਕਲਸ ਨੂੰ ਸੇਮ ਪ੍ਰਾਈਸ ਤੇ ਵੇਚਿਆ ਪਰ ਪਹਿਲੇ ਤੇ ਕੁਝ ਪਰਸੈਂਟ ਦਾ ਗੇਨ ਹੈ ਦੂਜੇ ਤੇ ਕੁਝ ਹੋਰ ਪਰਸੈਂਟ ਦਾ ਲਾਸ ਹੈ। ਇੱਥੇ ਤਾਂ ਸੇਮ ਹੈ ਨਾ 10% ਗੇਨ ਤੇ 10% ਹੀ ਲਾਸ ਹੈ। ਅਲੱਗ ਪਰਸੈਂਟ ਗੇਨ ਅਲੱਗ ਪਰਸੈਂਟ ਲਾਸ ਫਿਰ ਕੀ ਕਰਾਂਗੇ ਫਿਰ ਆ ਤਾਂ ਓਬਵੀਅਸਲੀ ਨਹੀਂ ਹੋਊਗਾ ਤਾਂ ਫਿਰ ਕੀ ਹੋਊਗਾ ਮੈਂ ਉਹ ਵੀ ਐਗਜ਼ਾਮਪਲ ਲੈ ਕੇ ਆਇਆ ਜੇ ਕਦੇ ਪੇਪਰ 'ਚ ਇਹੋ ਜਿਹੀ ਚੀਜ਼ ਆ ਜੇ। ਆ ਤਾਂ ਸਿਮਿਲਰ ਐਗਜ਼ਾਮਪਲ ਹੈ। ਇਨ ਅ ਨਿਊਲੀ ਕੰਸਟਰਕਟਡ ਅਪਾਰਟਮੈਂਟ 2 flats are sold for rupees 35 lakh each by the flat promoter. On one he gains 20% and on the other he loses 20%. ਐਗਜ਼ਾਮੀਨਰ ਕਹਿੰਦਾ ਦੋ ਫਲੈਟ ਵੇਚੇਗੇ 35 ਲੱਖ ਦੇ। ਐਗਜ਼ਾਮੀਨਰ ਨੇ ਹਾਲਾਂਕਿ ਰਕਮ ਲਿਖਤੀ ਪਰ ਅਸੀਂ ਰਕਮ ਤੋਂ ਕੁਝ ਨਹੀਂ ਲੈਣਾ ਕਿਉਂਕਿ ਦੋਨੇ ਫਲੈਟ 35 ਲੱਖ ਦੇ ਵੇਚੇ ਗਏ ਮਤਲਬ ਦੋਨਾਂ ਦਾ ਸੈਲਿੰਗ ਪ੍ਰਾਈਸ ਬਰਾਬਰ ਹੈ ਇਹ ਜ਼ਰੂਰੀ ਆ। ਸੇਮ ਐਸਪੀ ਹੈ ਇਹ ਤਾਂ ਕੰਡੀਸ਼ਨ ਚਾਹੀਦੀ ਹੀ ਸੀ ਨਾ ਇਹ ਤਾਂ ਮੈਂ ਕਿਹਾ ਸੀਗਾ ਕਿ ਇਹ ਤਾਂ ਹੋਣੀ ਹੀ ਚਾਹੀਦੀ ਹੈ। ਦੋ ਫਲੈਟ ਵੇਚੇ ਸੇਮ ਸੈਲਿੰਗ ਪ੍ਰਾਈਸ ਤੇ ਪਹਿਲੇ ਤੇ ਹੀ ਗੇਨਸ 20% ਇਹ ਮੈਂ ਲਿਖੀ ਜਾਣਾ ਤੁਹਾਨੂੰ ਪੇਪਰ ਦੇ ਵਿੱਚ ਲਿਖਣ ਦੀ ਲੋੜ ਨਹੀਂ। ਦੂਜੇ ਤੇ ਹੀ ਸਫਰਸ ਅ ਲਾਸ ਆਫ 20% ਤਾਂ ਬੱਚੇ ਉਹਨੂੰ ਓਵਰਆਲ ਕੀ ਹੋਇਆ ਹੋਊਗਾ ਓਵਰਆਲ ਉਹਨੂੰ ਕਿੰਨੇ ਪਰਸੈਂਟ ਦਾ ਗੇਨ ਜਾਂ ਲਾਸ ਹੋਣਾ ਹੈ 20% ਗੇਨ 20% ਲਾਸ ਹੈ ਤਾਂ 20 ਦਾ ਸਕੁਅਰ ਬਟੇ 100 ਇੰਨੇ ਪਰਸੈਂਟ ਦਾ ਹਮੇਸ਼ਾ ਹੀ ਲਾਸ ਹੋਊਗਾ ਬੱਚੇ। ਤਾਂ 20 ਦਾ ਸਕੁਅਰ ਹੋ ਗਿਆ 400 ਬਟੇ 100 ਹੈ ਤਾਂ ਕੱਲਾ 4 ਬਚ ਗਿਆ ਤਾਂ ਬੱਚੇ ਆਨਸਰ ਆ ਗਿਆ ਤੁਹਾਡਾ 4% ਦਾ ਹਮੇਸ਼ਾ ਲਾਸ। ਜਦੋਂ ਸੇਮ ਪਰਸੈਂਟ ਦਾ ਗੇਨ ਸੇਮ ਪਰਸੈਂਟ ਦਾ ਲਾਸ ਹੋਵੇ ਤਾਂ ਹਮੇਸ਼ਾ ਲਾਸ। ਫਸਟ ਆਪਸ਼ਨ 4% ਗੇਨ ਲਾਸ ਸੈਕੰਡ ਆਪਸ਼ਨ 4% ਗੇਨ ਆ ਉਹ ਨਹੀਂ ਮਾਰਕ ਕਰਨਾ ਫਸਟ ਆਪਸ਼ਨ 4% ਦਾ ਲਾਸ। हाँ जी बच्चे अगला क्वेश्चन देखो। अगला क्वेश्चन इंटरेस्टिंग है। अ शॉपकीपर सेल्स 2 वॉचेस एट द सेम प्राइस। दो घड़ियां सेम प्राइस ते बेचियां गईयां लूजिंग 16.2/3% ऑन दी पहली घड़ी वाइल गेनिंग 50% ऑन दूजी घड़ी। एग्जामिनर कहता एक दुकानदार ने दो घड़ियां बेचियां सेम प्राइस ते ये तो कंडीशन चाहिए है सेम सैलिंग प्राइस। बेचियां किवें इस तरह ਵੇਚਿਆ ਕਿ ਪਹਿਲੀ ਘੜੀ ਤੇ 16.2/3% ਦਾ ਲਾਸ ਹੋਇਆ ਦੂਜੀ ਤੇ 50% ਦਾ ਗੇਨ ਹੋਇਆ ਤਾਂ ਆਪਾਂ ਓਵਰਆਲ ਦੱਸਣਾ। ਤਾਂ ਬੱਚੇ ਇੱਥੇ ਆ ਕੰਡੀਸ਼ਨ ਤਾਂ ਸੈਟੀਸਫਾਈ ਹੋ ਗਈ ਸਾਡੀ ਕਿ ਸੈਲਿੰਗ ਪ੍ਰਾਈਸ ਸੇਮ ਹੈ ਇਹ ਤਾਂ ਜ਼ਰੂਰੀ ਸੀ। ਇਸ ਤੋਂ ਬਾਅਦ ਦੇਖਣੀ ਹੈ ਕਹਾਣੀ ਕੀ ਬਣਦੀ ਹੈ। ਤਾਂ ਪਹਿਲੀ ਘੜੀ ਤੇ ਬੱਚੇ 16.2/3% ਦਾ ਲਾਸ ਹੋਇਆ ਦੂਜੀ ਘੜੀ ਤੇ 50% ਦਾ ਗੇਨ ਹੋਇਆ। ਆਪਾਂ ਓਵਰਆਲ ਦੱਸਣਾ ਤਾਂ ਇਸ ਕੁਐਸਚਨ ਦੇ ਵਿੱਚ ਉਹੋ ਜਿਹਾ ਟ੍ਰਿਕ ਨਹੀਂ ਲੱਗਣਾ ਜਿੱਥੇ ਸੇਮ ਪਰਸੈਂਟ ਗੇਨ ਸੇਮ ਪਰਸੈਂਟ ਲਾਸ ਸੀਗਾ। ਤਾਂ ਇੱਥੇ ਤੁਹਾਨੂੰ ਅਸਲ 'ਚ ਸੈਲਿੰਗ ਪ੍ਰਾਈਸ ਬਰਾਬਰ ਕਰਨਾ ਪੈਣਾ। ਇਸ ਕੁਐਸਚਨ ਦੇ ਵਿੱਚ ਅਸਲ 'ਚ ਸੈਲਿੰਗ ਪ੍ਰਾਈਸ ਬਰਾਬਰ ਕਰਨਾ ਪੈਣਾ ਤਾਂ ਸੈਲਿੰਗ ਪ੍ਰਾਈਸ ਬਰਾਬਰ ਹੋਊਗਾ ਫ੍ਰੈਕਸ਼ਨਸ ਲੈ ਕੇ। ਤਾਂ ਬੱਚੇ ਪਹਿਲੀ ਘੜੀ ਦਾ ਸੀਪੀ ਤੇ ਐਸਪੀ ਲਿਖ ਦਾਂਗੇ ਦੂਜੀ ਘੜੀ ਦਾ ਸੀਪੀ ਤੇ ਐਸਪੀ ਲਿਖ ਦਾਂਗੇ। ਇੱਥੇ ਪਹਿਲੀ ਘੜੀ ਇੱਥੇ ਦੂਜੀ ਘੜੀ ਧਿਆਨ ਨਾਲ ਦੇਖੋ ਬੱਚੇ 16.2/3% ਦੀ ਫ੍ਰੈਕਸ਼ਨ 1/6 ਹੁੰਦੀ ਆ 16.2/3% ਦੀ ਫ੍ਰੈਕਸ਼ਨ 1/6 ਹੁੰਦੀ ਆ ਤਾਂ 1/6 ਦਾ ਲਾਸ ਮਤਲਬ 6 ਵਾਲੀ ਚੀਜ਼ ਤੇ ਇੱਕ ਲਾਸ ਹੋ ਗਿਆ 6 ਸੀਪੀ ਹੈ ਤਾਂ ਇੱਕ ਲਾਸ ਹੋ ਗਿਆ ਮਤਲਬ ਸੈਲਿੰਗ ਪ੍ਰਾਈਸ 5 ਰਹਿ ਗਿਆ ਤਾਂ ਬੱਚੇ ਪਹਿਲੀ ਘੜੀ 'ਚ ਸੀਪੀ 6 ਐਸਪੀ 5 ਦੂਜੀ ਘੜੀ 'ਚ 50% ਦਾ ਗੇਨ ਹੈ 50% ਦੀ ਫ੍ਰੈਕਸ਼ਨ 1/2 ਹੁੰਦੀ ਆ 1/2 ਦਾ ਮਤਲਬ 2 ਰੁਪਏ ਵਾਲੀ ਚੀਜ਼ ਤੇ ਇੱਕ ਗੇਨ ਹੋ ਗਿਆ ਤਾਂ CP 2 ਤਾਂ SP 3 ਹੋ ਗਿਆ। ਸਮਝ ਆ ਗਿਆ ਜੀ ਸਾਰਿਆਂ ਨੂੰ। ਆਪਾਂ ਕਿਉਂਕਿ ਸੇਮ ਪਰਸੈਂਟ ਗੇਨ ਸੇਮ ਪਰਸੈਂਟ ਲਾਸ ਹੁੰਦਾ ਤਾਂ ਉਹਦਾ ਸਕੁਅਰ ਬਟੇ 100 ਕਰ ਦਿੰਦੇ। ਇੱਥੇ ਅਲੱਗ ਪਰਸੈਂਟ ਲਾਸ ਹੈ ਦੂਜੀ ਤੇ ਅਲੱਗ ਪਰਸੈਂਟ ਗੇਨ ਹੈ ਤਾਂ ਫਿਰ ਸੈਲਿੰਗ ਪ੍ਰਾਈਸ ਬਰਾਬਰ ਕਰਨਾ ਪਊਗਾ। ਇਸ ਕੁਐਸਚਨ ਨੂੰ ਥੋੜਾ ਜਿਹਾ ਸੋਲਵ ਕਰਨਾ ਪਊਗਾ। ਤਾਂ ਹੁਣ ਸੈਲਿੰਗ ਪ੍ਰਾਈਸ CP ਤੇ SP ਦੋਨਾਂ ਦਾ ਰੇਸ਼ੀਓ 'ਚ ਆ ਗਿਆ पर आप की करना सैलिंग प्राइस बराबर करना तो मैं बार बार मत्था मारी जाना रोज़ मत्था मारदा किसी ना किसी सवाल च कि भाई जदे जे कदे मैथ च कुछ बराबर करना पै गया एलसीएम लो एलसीएम ही बराबर करूँ तो 5 ते 3 सैलिंग प्राइस बराबर करना जो कि पहली घड़ी का 5 दूजी का 3 है एलसीएम ले लो जी 5 3 का एलसीएम 15 दोनों 15 बनाओ दोनों 15 बनाओ ये 15 बनू 5 3 गुना करके 15 तो पूरी रेशियो 3 गुना हो जू 18 हो जूगा CP
ਇਹਨੂੰ 15 ਬਣਾਓ, 5 ਗੁਣਾ ਕਰਕੇ ਇਹ ਬਣ ਗਿਆ 15, ਤਾਂ ਇਹ ਵੀ 5 ਗੁਣਾ ਹੋ ਕੇ ਬਣ ਜੂਗਾ 10। ਤਾਂ ਬੱਚੇ CP ਆ ਗਿਆ ਦੋਨਾਂ ਦਾ ਮਿਲਾ ਕੇ 28 ਰੁਪਏ, SP ਆ ਗਿਆ ਦੋਨਾਂ ਦਾ ਮਿਲਾ ਕੇ 30 ਰੁਪਏ। ਤਾਂ ਦੋਹਾਂ ਘੜੀਆਂ ਦਾ ਕਿਉਂਕਿ ਸੈਲਿੰਗ ਪ੍ਰਾਈਸ ਬਰਾਬਰ ਹੋ ਗਿਆ ਨਾ, ਹੁਣ ਗੱਲ ਬਣੀ ਆ। ਤਾਂ CP 28 ਹੈ, SP 30 ਆ, ਤਾਂ 2 ਰੁਪਏ ਦਾ ਪ੍ਰੋਫਿਟ ਹੋ ਗਿਆ। ਇਸ ਕੁਐਸਚਨ 'ਚ ਪ੍ਰੋਫਿਟ ਹੋ ਰਿਹਾ ਕਿਉਂਕਿ ਅਲੱਗ ਪਰਸੈਂਟ ਲਾਸ ਹੈ, ਅਲੱਗ ਪਰਸੈਂਟ ਗੇਨ ਹੈ, ਇੱਥੇ ਪ੍ਰੋਫਿਟ ਹੋ ਸਕਦਾ। 2 ਰੁਪਏ ਦਾ ਗੇਨ ਹੋ ਗਿਆ। 2 ਰੁਪਏ ਦਾ ਗੇਨ ਕਿਹਦੇ ਤੇ? ਹਮੇਸ਼ਾ CP ਤੇ, 28 ਦੇ ਉੱਤੇ। ਤਾਂ 2 ਰੁਪਏ ਦਾ ਗੇਨ 28 ਦੇ ਉੱਤੇ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਾਂਗੇ। ਤਾਂ 2 ਤੇ 28 ਆ ਗਿਆ, 1 ਤੇ 14, 1 ਤੇ 14, 2 ਤੇ ਕੱਟਿਆ, ਇੱਥੇ ਆ ਗਿਆ 50, ਇੱਥੇ ਆ ਗਿਆ 7। ਤਾਂ 50/7 ਬਣ ਗਿਆ 7/7%। ਇਸ ਕੁਐਸਚਨ ਦੇ ਵਿੱਚ ਗੇਨ ਹੋਇਆ ਤੁਹਾਨੂੰ, ਤਾਂ 7/7% ਦਾ ਗੇਨ, ਥਰਡ ਆਪਸ਼ਨ। ਤਾਂ ਇਹ ਬੱਚੇ ਮੈਂ ਆਪਦੇ ਵੱਲੋਂ ਕੁਐਸਚਨ ਲੈ ਕੇ ਆਇਆ ਸੀਗਾ ਕਿ ਜੇ ਕਿਤੇ ਸੇਮ ਸੈਲਿੰਗ ਪ੍ਰਾਈਸ ਹੋਣ ਤੋਂ ਬਾਅਦ ਇੱਕ ਚੀਜ਼ ਤੇ ਕੁਝ ਪਰਸੈਂਟ ਲਾਸ ਹੈ, ਦੂਜੀ ਤੇ ਕੁਝ ਅਲੱਗ ਪਰਸੈਂਟ ਗੇਨ ਹੈ, ਤਾਂ ਕੀ ਕਰਨਾ ਹੈ ਉਹ ਤੁਹਾਡੇ ਸਾਹਮਣੇ ਹੈ। ਫਿਰ CP SP ਦੀ ਰੇਸ਼ੀਓ ਲਓ ਤੇ SP ਬਰਾਬਰ ਕਰੋ, ਇਹ ਕਰਨਾ ਫਿਰ ਉਸ ਕੁਐਸਚਨ 'ਚ ਜਿੱਥੇ ਸੇਮ ਸੈਲਿੰਗ ਪ੍ਰਾਈਸ ਸੇਮ ਹੋਣ ਤੋਂ ਬਾਅਦ ਜਿੰਨੇ ਪਰਸੈਂਟ ਗੇਨ ਹੈ ਉਨੇ ਪਰਸੈਂਟ ਲਾਸ ਹੈ। ਉਹ ਤਾਂ ਤੁਹਾਨੂੰ ਦੱਸਤਾ ਕਿ ਉਹਦਾ ਸਕੁਅਰ ਬਟਾ 100 ਕਰ ਦਿਓ, ਆਨਸਰ ਆ ਗਿਆ। ਅਗਲਾ ਕੁਐਸਚਨ ਬੱਚੇ, ਇਹ ਵੀ ਪੁਰਾਣੇ ਪੇਪਰ ਦਾ ਕੁਐਸਚਨ ਹੈ ਤੇ ਬਹੁਤ ਸਿੰਪਲ ਕੁਐਸਚਨ ਹੈ ਪ੍ਰੋਫਿਟ ਲਾਸ ਦੇ ਵਿੱਚੋਂ। ਆਪਾਂ ਪਿਛਲਾ ਫਰੈਸ਼ ਫਰੂਟਸ ਵਾਲੇ ਕੁਐਸਚਨ ਦੇ ਵਿੱਚ ਰੇਸ਼ੀਓ ਵਰਤੀ ਸੀ ਨਾ, ਇਸ ਕੁਐਸਚਨ ਨੂੰ ਗੋਲੀ ਮਾਰੋ। ਫਰੈਸ਼ ਫਰੂਟਸ ਵਾਲੇ ਕੁਐਸਚਨ ਦੇ ਵਿੱਚ ਕੀ ਆ ਗਿਆ ਸੀਗਾ ਕਿ ਭਾਈ 20% ਆਫ F ਇਜ਼ ਇਕੁਅਲ ਟੂ 90% ਆਫ D। ਮੈਂ ਯਾਦ ਕਰਾ ਰਿਹਾ ਜਿਹੜੇ ਬੱਚਿਆਂ ਨੇ ਪਿਛਲੀ ਵੀਡੀਓ ਨਹੀਂ ਦੇਖੀ, ਕੁਆਂਟਸ ਦਾ ਮੈਥ ਦਾ ਤੀਜਾ ਲੈਕਚਰ ਹੈ, ਦੂਜੇ ਲੈਕਚਰ ਵਾਲੀ ਵੀਡੀਓ 'ਚ ਫਰੈਸ਼ ਫਰੂਟਸ ਵਾਲੇ ਕੁਐਸਚਨ ਕਰਾਏ ਸੀ। ਉੱਥੇ ਆਇਆ ਸੀ 20% ਆਫ ਫਰੈਸ਼ ਫਰੂਟਸ ਇਜ਼ ਇਕੁਅਲ ਟੂ 90% ਆਫ ਡਰਾਈ ਫਰੂਟਸ। ਤਾਂ ਪਰਸੈਂਟ ਨਾਲ ਪਰਸੈਂਟ ਕੱਟਿਆ ਗਿਆ, 0 ਨਾਲ 0 ਕੱਟਿਆ ਗਿਆ, ਤਾਂ ਇਹ 2F ਇਜ਼ ਇਕੁਅਲ ਟੂ 9D ਆ ਗਿਆ ਸੀ ਨਾ। ਤਾਂ ਬੱਚੇ ਇੱਥੇ F ਤੇ D ਦੀ ਰੇਸ਼ੀਓ ਕੀ ਬਣ ਜੂ? ਕ੍ਰਾਸ ਮਲਟੀਪਲੀਕੇਸ਼ਨ ਹੋ ਜੂ, 9:2। ਮਤਲਬ ਫਰੈਸ਼ ਫਰੂਟਸ ਦੀ ਵੈਲਿਊ 9 ਹੈ ਤਾਂ ਡਰਾਈ ਫਰੂਟਸ ਦੀ ਵੈਲਿਊ 2 ਹੈ। ਇਹ ਆਪਾਂ ਰੇਸ਼ੀਓ ਦੇ ਕੰਸੈਪਟ ਪੜ੍ਹਦੇ ਆਏ ਆ, ਰੇਸ਼ੀਓ ਦੇ ਵਿੱਚ ਯੂਜ਼ ਕਰਦੇ ਆਏ ਆ, ਤੇ ਫਿਰ ਅੱਗੇ ਜਿਹੜੇ ਚੈਪਟਰਸ ਦੇ ਵਿੱਚ ਰੇਸ਼ੀਓ ਦੇ ਕੰਸੈਪਟਸ ਯੂਜ਼ ਹੋਣੇ ਕਿਸੇ ਨਾ ਕਿਸੇ ਸਵਾਲ 'ਚ ਕਿਤੇ ਨਾ ਕਿਸੇ ਤਰ੍ਹਾਂ ਯੂਜ਼ ਹੋ ਜਾਂਦੇ ਆ। ਤਾਂ ਆਹ ਪ੍ਰੋਫਿਟ ਲਾਸ ਦਾ ਕੁਐਸਚਨ ਹੈ, ਰੇਸ਼ੀਓ ਦਾ ਸਿੱਧਾ ਫੰਕਸ਼ਨ ਯੂਜ਼ ਹੋਊਗਾ। ਐਗਜ਼ਾਮੀਨਰ ਕਹਿੰਦਾ ਦਾ ਸੈਲਿੰਗ ਪ੍ਰਾਈਸ ਆਫ 24 ਆਰਟੀਕਲਸ ਇਜ਼ ਸੇਮ ਇਕੁਅਲ ਟੂ ਦਾ ਕੋਸਟ ਪ੍ਰਾਈਸ ਆਫ 20 ਆਰਟੀਕਲਸ। ਐਗਜ਼ਾਮੀਨਰ ਕਹਿੰਦਾ 20 ਆਰਟੀਕਲਸ ਦਾ ਜਿਹੜਾ ਕੋਸਟ ਪ੍ਰਾਈਸ ਹੈ ਉਹ ਹੋ ਗਿਆ 20 CP। ਸਾਨੂੰ ਕੋਸਟ ਪ੍ਰਾਈਸ ਨਹੀਂ ਪਤਾ ਕਿੰਨਾ ਹੈ, ਸਾਨੂੰ ਸੈਲਿੰਗ ਪ੍ਰਾਈਸ ਵੀ ਨਹੀਂ ਪਤਾ ਆਰਟੀਕਲ ਦਾ ਕਿੰਨਾ ਹੈ। ਇੱਕ ਆਰਟੀਕਲ ਦਾ ਨਹੀਂ ਪਤਾ ਤਾਂ 20 ਦਾ 24 ਦਾ ਕਿਵੇਂ ਹੀ ਪਤਾ ਹੋਊਗਾ। ਐਗਜ਼ਾਮੀਨਰ ਕਹਿੰਦਾ 24 ਆਰਟੀਕਲਸ ਦਾ ਸੈਲਿੰਗ ਪ੍ਰਾਈਸ ਜਿੰਨਾ ਵੀ ਹੈ ਉਹ ਕਿਹਦੇ ਬਰਾਬਰ ਹੈ? 20 ਆਰਟੀਕਲਸ ਦੇ ਕੋਸਟ ਪ੍ਰਾਈਸ ਦੇ ਬਰਾਬਰ ਹੈ। ਤਾਂ ਸਾਨੂੰ ਤਾਂ ਇੱਕ ਆਰਟੀਕਲ ਦਾ ਕੋਸਟ ਪ੍ਰਾਈਸ ਵੀ ਨਹੀਂ ਪਤਾ, ਤਾਂ 20 ਦਾ ਕਿੱਥੇ ਹੀ ਪਤਾ ਹੋਊਗਾ। ਤਾਂ ਬੱਚੇ ਜੇ ਸਾਨੂੰ ਇੱਕ ਆਰਟੀਕਲ ਦਾ ਕੋਸਟ ਪ੍ਰਾਈਸ ਨਹੀਂ ਪਤਾ, ਅਸੀਂ ਉਹਨੂੰ CP ਤਾਂ ਕਹਿ ਸਕਦੇ ਹਾਂ। ਤਾਂ ਜੇ ਇੱਕ ਆਰਟੀਕਲ ਦਾ ਕੋਸਟ ਪ੍ਰਾਈਸ CP ਹੈ ਤਾਂ 20 ਦਾ ਕੋਸਟ ਪ੍ਰਾਈਸ 20 CP ਹੋ ਗਿਆ। ਉਹ ਕਿਹਦੇ ਬਰਾਬਰ ਹੈ? 24 SP ਦੇ ਬਰਾਬਰ ਹੈ। ਤਾਂ ਇੱਕ ਆਰਟੀਕਲ ਦਾ ਸੈਲਿੰਗ ਪ੍ਰਾਈਸ SP ਲਿਖ ਲਿਆ, ਤਾਂ 24 ਦਾ ਸੈਲਿੰਗ ਪ੍ਰਾਈਸ 24 SP ਲਿਖ ਲਿਆ। ਤਾਂ ਕੁਐਸਚਨ ਦੇ ਹਿਸਾਬ ਨਾਲ 20 ਆਰਟੀਕਲਸ ਦਾ ਕੋਸਟ ਪ੍ਰਾਈਸ ਤੇ 24 ਆਰਟੀਕਲਸ ਦਾ ਸੈਲਿੰਗ ਪ੍ਰਾਈਸ ਬਰਾਬਰ ਹੈ। ਸੋ 20 CP ਇਜ਼ ਇਕੁਅਲ ਟੂ 24 SP। ਤਾਂ ਰੇਸ਼ੀਓ ਕੀ ਆ ਜੂ? ਪਹਿਲਾਂ ਤਾਂ 20 ਤੇ 24 ਕੱਟੋ, 4 ਦੇ ਟੇਬਲ 'ਚ ਇੱਥੇ ਆ ਗਿਆ 5, ਇੱਥੇ ਆ ਗਿਆ 6। ਤਾਂ ਇਹ ਬੱਚੇ ਕੀ ਬਣ ਗਿਆ? ਇਹ ਬਣ ਗਿਆ 5 CP ਇਜ਼ ਇਕੁਅਲ ਟੂ 6 SP ਬਣ ਗਿਆ। ਤਾਂ CP ਤੇ SP ਦੀ ਰੇਸ਼ੀਓ ਕੀ ਆ ਗਈ? 6:5। CP ਤੇ SP ਦੀ ਰੇਸ਼ੀਓ ਕੀ ਆ ਗਈ? 6:5। ਮਤਲਬ CP 6 ਰੁਪਏ, SP 5 ਰੁਪਏ। ਆਪਾਂ ਕੀ ਫਾਈਂਡ ਕਰਨਾ? ਲਾਸ ਪਰਸੈਂਟ ਫਾਈਂਡ ਕਰਨਾ। ਤਾਂ ਲਾਸ ਕਿੰਨਾ ਹੋਇਆ? 1 ਰੁਪਏ ਦਾ ਲਾਸ ਹੈ ਨਾ। CP 6 SP 5 ਤਾਂ 1 ਰੁਪਏ ਦਾ ਲਾਸ। ਪਰਸੈਂਟੇਜ ਦੇ ਵਿੱਚ ਫਾਈਂਡ ਕਰਨਾ ਤਾਂ CP ਦੇ ਉੱਤੇ ਕੈਲਕੂਲੇਟ ਹੋ ਜਾਊਗਾ। ਤਾਂ 1 ਰੁਪਏ ਦਾ ਲਾਸ 6 ਦੇ ਉੱਤੇ 1/6 ਕਿੰਨਾ ਹੁੰਦਾ ਹੈ? ਗੁਣਾ 100 ਕਰਨ ਦੀ ਜਮਾ ਲੋੜ ਨਹੀਂ ਹੈਗੀ। 1/6 ਦੀ ਪਰਸੈਂਟ ਵੈਲਿਊ ਯਾਦ ਹੈ, 16 2/3% ਲਾਸ। ਸੈਕਿੰਡ ਆਪਸ਼ਨ ਤੁਹਾਡੇ ਸਾਹਮਣੇ ਹੈ ਜੀ। ਕਲੀਅਰ ਹੋ ਗਿਆ ਬੱਚੇ ਸਾਰਿਆਂ ਨੂੰ? ਹਾਂਜੀ। ਇਹਦੇ ਨਾਲ ਦੇ ਐਗਜ਼ਾਮਪਲਸ ਫਿਰ ਇਹਦੇ ਵਿੱਚੋਂ ਇੱਕ ਪਾਰਟਿਕੂਲਰ ਟਾਈਪ ਨਿਕਲਦਾ ਹੁੰਦਾ, ਉਹ ਵੀ ਲੈ ਕੇ ਆਇਆ। ਇਹ ਤਾਂ ਸੌਖਾ, ਉਹ ਇੰਨਾ ਸੌਖਾ ਨਹੀਂ ਹੈਗਾ। ਦਾ ਕੋਸਟ ਪ੍ਰਾਈਸ ਆਫ 56 ਆਰਟੀਕਲਸ ਇਜ਼ ਸੇਮ ਐਜ਼ ਦਾ ਸੈਲਿੰਗ ਪ੍ਰਾਈਸ ਆਫ 40 ਆਰਟੀਕਲਸ। ਜੋ ਐਗਜ਼ਾਮੀਨਰ ਨੇ ਲਿਖਿਆ ਸੇਮ ਇਕੁਅਲ ਟੂ ਪਾ ਕੇ ਲਿਖ ਦਿਓ। 56 ਆਰਟੀਕਲਸ ਦਾ ਕੋਸਟ ਪ੍ਰਾਈਸ ਤਾਂ 56 CP ਇਜ਼ ਸੇਮ ਐਜ਼ ਕਿਹਦੇ ਬਰਾਬਰ ਹੈ? ਸੈਲਿੰਗ ਪ੍ਰਾਈਸ ਆਫ 40 ਆਰਟੀਕਲਸ ਇਜ਼ ਇਕੁਅਲ ਟੂ 40 SP। ਰੇਸ਼ੀਓ ਲੈਣ ਲਈ ਪਹਿਲਾਂ ਕਾਮਨ ਕੈਂਸਲ ਕਰੋ। 8 ਦੇ ਟੇਬਲ 'ਚ 7 ਆ ਗਿਆ, 8 ਦੇ ਟੇਬਲ 'ਚ 5 ਆ ਗਿਆ। ਤਾਂ ਇਹ ਕੀ ਬਣ ਗਿਆ ਬੱਚੇ? 7 CP ਇਜ਼ ਇਕੁਅਲ ਟੂ 5 SP। ਤਾਂ ਰੇਸ਼ੀਓ ਕੀ ਆ ਗਈ CP ਤੇ SP ਦੀ? CP ਤੇ SP ਦੀ ਰੇਸ਼ੀਓ ਆ ਗਈ ਬੱਚੇ 5:2।
7 मतलब CP 5 रुपए SP 7 रुपए जो रेशियो आ गई उसे ਨੂੰ वैल्यू ਮੰਨੋ CP 5 रुपए SP 7 रुपए ਤਾਂ 2 रुपए ਦਾ ਪ੍ਰੋਫਿਟ ਹੋ ਗਿਆ ਕਿਹਦੇ ਤੇ ਪਰਸੈਂਟੇਜ ਕੱਢਣੀ ਹੈ ਤਾਂ 5 ਦੇ ਉੱਤੇ ਤਾਂ 2 ਰੁਪਏ ਦਾ ਪ੍ਰੋਫਿਟ 5 ਦੇ ਉੱਤੇ ਸਿੱਧਾ ਹੀ ਯਾਦ ਹੈ 40% ਕਿਉਂਕਿ 1/5 20% ਹੁੰਦਾ ਹੈ ਤਾਂ 2/5 40% ਸਾਨੂੰ ਯਾਦ ਹੈ ਅਸੀਂ ਯੂਜ਼ ਕੀਤਾ ਹੋਇਆ ਤਾਂ 40% ਗੇਨ ਸੈਕਿੰਡ ਆਪਸ਼ਨ ਆਹ ਕੁਐਸਚਨ ਹੈ ਬੱਚੇ ਅੱਗੇ ਪੜ੍ਹਦੇ ਜਾਓ ਅਗਲਾ ਕੁਐਸਚਨ ਦੇਖੋ ਬੱਚੇ ਆ ਥੋੜਾ ਜਿਹਾ ਇਹਨਾਂ ਕੁਐਸਚਨਸ ਤੋਂ ਅਲੱਗ ਕੁਐਸਚਨ ਹੈ ਇਹ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਨਹੀਂ ਆਇਆ ਹੋਇਆ ਜਿਹੜਾ ਪਿਛਲਾ ਕੁਐਸਚਨ ਕੀਤਾ ਉਹ ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ ਉਹਦੇ ਨਾਲ ਦੀ ਇੱਕ ਐਗਜ਼ਾਮਪਲ ਕਰ ਲਈ ਆਹ ਦੋ ਐਗਜ਼ਾਮਪਲਾਂ ਉਹਦੇ ਤਰ੍ਹਾਂ ਦੇ ਕੁਐਸਚਨ ਨੇ ਥੋੜੇ ਜਿਹਾ ਟਿਪੀਕਲ ਉਹ ਤਾਂ ਬਹੁਤ ਸੌਖੇ ਸੀ ਥੋੜੇ ਜਿਹਾ ਟਿਪੀਕਲ ਨੇ ਐਗਜ਼ਾਮੀਨਰ ਕਹਿੰਦਾ ਔਨ ਸੈਲਿੰਗ 20 ਔਰੇਂਜਸ 20 ਸੰਤਰੇ ਵੇਚਣ ਤੇ ਕੀ ਹੋਇਆ ਅ ਮੈਨ ਗੇਨਸ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਗੇਨ ਹੋਇਆ ਜੇ ਲਾਸ ਹੋਇਆ ਤਾਂ ਲਾਸ ਤੇ ਧਿਆਨ ਦੇਵਾਂਗੇ ਗੇਨ ਹੋਇਆ ਇੱਥੇ ਕਿੰਨਾ ਗੇਨ ਹੋਇਆ ਬੰਦੇ ਨੂੰ 20 ਸੰਤਰੇ ਵੇਚਣ ਤੇ ਇੱਕ ਬੰਦੇ ਨੂੰ ਗੇਨ ਹੋਇਆ ਕਿੰਨਾ ਦਾ ਸੈਲਿੰਗ ਪ੍ਰਾਈਸ ਆਫ 4 ਔਰੇਂਜਸ 4 ਸੰਤਰਿਆਂ ਦੇ ਸੈਲਿੰਗ ਪ੍ਰਾਈਸ ਦੇ ਬਰਾਬਰ ਗੇਨ ਹੋਇਆ ਫਾਈਂਡ ਹਿਸ ਗੇਨ ਪਰਸੈਂਟ ਬੱਚੇ ਗੇਨ ਕਦੋਂ ਹੁੰਦਾ ਹੈ ਆਪਾਂ ਪ੍ਰੋਫਿਟ ਲੋਸ ਦੇ ਵਿੱਚ ਦੋ ਟਰਮਸ ਪੜ੍ਹੀਆਂ ਨੇ ਇੱਕ CP ਇੱਕ SP ਜਦੋਂ ਕੋਈ ਸਮਾਨ ਖਰੀਦਦੇ ਆ ਸਾਡੇ ਪੱਲਿਓਂ ਪੈਸੇ ਲੱਗਦੇ ਆ ਉਹ ਤਾਂ ਹੁੰਦਾ ਕਾਸਟ ਪ੍ਰਾਈਸ ਤੇ ਉਹੀ ਸਮਾਨ ਅੱਗੇ ਵੇਚ ਦਿੰਨੇ ਆ ਵੇਚਣ ਤੇ ਸਾਨੂੰ ਪੈਸੇ ਮਿਲਦੇ ਆ ਉਹ ਹੁੰਦਾ ਸੈਲਿੰਗ ਪ੍ਰਾਈਸ ਤਾਂ ਗੇਨ ਕਦੋਂ ਹੁੰਦਾ ਜਦੋਂ CP ਘੱਟ ਹੋਵੇ ਪੱਲਿਓਂ ਘੱਟ ਪੈਸੇ ਲੱਗੇ ਹੋਣ ਤੇ SP ਜ਼ਿਆਦਾ ਹੋਵੇ ਉਦੋਂ ਹੀ ਗੇਨ ਹੁੰਦਾ ਬੱਚੇ ਗੇਨ ਦਾ ਮਤਲਬ CP ਘੱਟ ਹੋਵੇ SP ਜ਼ਿਆਦਾ ਹੋਵੇ ਇਹੀ ਹੁੰਦਾ ਤੇ ਗੇਨ ਹਮੇਸ਼ਾ ਕਿੰਨਾ ਹੁੰਦਾ ਹੈਗਾ ਇਹ ਸਾਰਿਆਂ ਨੇ ਪੜਿਆ ਹੋਇਆ SP CP ਜਿਹੜੇ ਬੱਚਿਆਂ ਨੂੰ ਆਹ ਚੀਜ਼ ਪਤਾ ਹੈ ਆਹ ਕੁਐਸਚਨ ਅੱਧੇ ਮਿੰਟ ਤੋਂ ਘੱਟ ਸਮੇਂ 'ਚ ਹੋਣ ਵਾਲਾ ਕੁਐਸਚਨ ਹੈ ਬੱਚੇ ਗੇਨ ਕਦੋਂ ਹੁੰਦਾ ਜਦੋਂ CP ਘੱਟ ਹੋਵੇ SP ਜ਼ਿਆਦਾ ਹੋਵੇ ਤੇ ਕਿੰਨਾ ਹੁੰਦਾ ਗੇਨ ਹਮੇਸ਼ਾ ਆਪਾਂ ਕੈਲਕੂਲੇਟ ਕਰਦੇ ਹੁੰਦੇ SP CP ਤਾਂ ਇਸ ਕੁਐਸਚਨ ਦੇ ਵਿੱਚ ਗੇਨ ਹੋ ਰਿਹਾ 20 ਸੰਤਰੇ ਵੇਚਣ ਤੇ ਤਾਂ ਕਿੰਨਾ ਗੇਨ ਹੋਊਗਾ 20 ਦਾ CP ਸੌਰੀ 20 ਦਾ SP 20 ਦਾ CP ਇੱਕ ਆਰਟੀਕਲ ਦਾ ਗੇਨ ਤਾਂ ਉਹਦਾ SP ਉਹਦਾ CP ਕਰ ਦਾਂਗੇ ਪਰ ਜੇ 20 ਸੰਤਰੇ ਨੇ ਤਾਂ 20 ਦਾ SP 20 ਦਾ CP ਕਰਾਂਗੇ ਤਾਂ 20 ਔਰੇਂਜਸ ਦਾ ਆਪਾਂ ਸੈਲ ਆਪਣਾ ਗੇਨ ਲਿਖ ਲਿਆ 20 ਔਰੇਂਜਸ ਦਾ ਸੈਲਿੰਗ ਪ੍ਰਾਈਸ -20 ਔਰੇਂਜਸ ਦਾ ਕਾਸਟ ਪ੍ਰਾਈਸ ਇੰਨਾ ਗੇਨ ਹੋਇਆ ਐਗਜ਼ਾਮੀਨਰ ਕਹਿੰਦਾ ਇੰਨਾ ਗੇਨ ਹੋਇਆ ਪਰ ਕੁਐਸਚਨ ਦੇ ਵਿੱਚ ਕਹਿੰਦਾ ਗੇਨ ਕਿਹਦੇ ਬਰਾਬਰ ਹੈ ਸੈਲਿੰਗ ਪ੍ਰਾਈਸ ਆਫ 4 ਔਰੇਂਜਸ ਕਿਹਦੇ ਬਰਾਬਰ ਹੈ 4 SP ਦੇ ਬਰਾਬਰ 4 ਔਰੇਂਜਸ ਦੇ ਸੈਲਿੰਗ ਪ੍ਰਾਈਸ ਨੂੰ ਆਪਾਂ 4 SP ਲਿਖ ਸਕਦੇ ਹਾਂ 4 ਔਰੇਂਜਸ ਦੇ ਸੈਲਿੰਗ ਪ੍ਰਾਈਸ ਨੂੰ ਆਪਾਂ 4 SP ਲਿਖ ਸਕਦੇ ਹਾਂ ਤਾਂ ਇਸ ਤੁਹਾਡੇ ਮੂਰੇ ਇੱਕ ਇਕੁਏਸ਼ਨ ਜੀ ਬਣੀ ਰਹੇਗੀ ਇਸ ਤੋਂ ਬਾਅਦ ਬੱਚੇ ਤੁਸੀਂ CP ਵਾਲੀਆਂ ਟਰਮਸ ਇੱਕ ਪਾਸੇ ਮਾਰੋ SP ਵਾਲੀਆਂ ਟਰਮਸ ਇੱਕ ਪਾਸੇ ਮਾਰੋ ਤਾਂ CP ਵਾਲੀ ਤਾਂ ਇੱਕੋ ਹੀ ਟਰਮ ਹੈ ਉਹਦੇ ਮੂਰੇ ਮਾਈਨਸ ਹੈ ਤਾਂ ਉੱਧਰ ਜਾ ਕੇ ਪਲੱਸ ਹੋ ਜੂ ਤਾਂ 20 CP SP ਵਾਲੀ 4 ਇੱਧਰ ਮਾਈਨਸ ਹੋ ਜੂ 20 ਦੇ ਵਿੱਚੋਂ ਤਾਂ 16 SP ਇਹ ਆ ਗਿਆ ਸਾਡੇ ਸਾਹਮਣੇ ਤਾਂ ਇਹ ਜਦੋਂ ਆ ਗਿਆ ਇਹ ਸਾਡਾ ਪਿਛਲਾ ਕੁਐਸਚਨ ਬਣ ਗਿਆ ਜਿਹੜਾ ਆਪਾਂ ਹੁਣੇ ਸੋਲਵ ਕੀਤਾ ਤਾਂ ਪਿਛਲੇ ਕੁਐਸਚਨ ਚ ਆਈ ਸੀ ਨਾ ਕੁਛ ਨੰਬਰ CP = ਕੁਛ ਨੰਬਰ SP ਤਾਂ ਉੱਥੇ ਹੀ ਚਲ ਗਈ ਗੱਲ ਤਾਂ 20 ਤੇ 16 4 ਦੇ ਟੇਬਲ ਚ 5 CP = 4 SP ਆ ਜਾਊਗਾ ਤਾਂ ਜੇ 5 CP = 4 SP ਹੈ ਤਾਂ ਬੱਚੇ CP ਤੇ SP ਦੀ ਰੇਸ਼ੋ ਕੀ ਆ ਗਈ 4:5 CP 4 ਰੁਪਏ SP 5 ਰੁਪਏ ਤਾਂ 1 ਰੁਪਏ ਦਾ ਪ੍ਰੋਫਿਟ 4 ਤੋਂ 1 ਰੁਪਏ ਦਾ ਪ੍ਰੋਫਿਟ 4 ਤੋਂ ਉਹ ਹੋ ਗਿਆ 25% 1/4 ਦੀ ਵੈਲਿਊ 25% ਇੰਨਾ ਗੇਨ ਹੈ ਜੀ ਤਾਂ ਇਸ ਕੁਐਸਚਨ ਦਾ ਬੱਚੇ ਤੁਹਾਡਾ ਆਨਸਰ ਆ ਜਾਊਗਾ ਸੈਕਿੰਡ ਆਪਸ਼ਨ 25% ਤਾਂ ਕਲੀਅਰ ਹੈ ਜੀ ਸਾਰਿਆਂ ਨੂੰ 20 ਸੰਤਰੇ ਵੇਚਣ ਤੇ ਬੰਦੇ ਨੂੰ ਗੇਨ ਹੋਇਆ ਕਿੰਨਾ ਗੇਨ ਹੋਇਆ ਦਾ ਸੈਲਿੰਗ ਪ੍ਰਾਈਸ ਆਫ 4 ਔਰੇਂਜਸ 4 ਸੰਤਰੇ ਦੇ ਸੈਲਿੰਗ ਪ੍ਰਾਈਸ ਦੇ ਬਰਾਬਰ ਗੇਨ ਹੋਇਆ 4 SP ਦੇ ਬਰਾਬਰ ਗੇਨ ਹੋਇਆ ਸਾਨੂੰ ਪਤਾ ਗੇਨ ਹੁੰਦਾ SP CP ਤਾਂ 20 ਸੰਤਰਿਆਂ ਦਾ SP -20 ਦਾ CP ਇਹ ਗੇਨ ਹੋਊਗਾ ਉਹ ਕਿਹਦੇ ਬਰਾਬਰ ਹੈ 4 SP ਦੇ ਬਰਾਬਰ ਹੈ ਤਾਂ CP ਇੱਕ ਪਾਸੇ SP ਇੱਕ ਪਾਸੇ ਪਿਛਲਾ ਕੁਐਸਚਨ ਬਣ ਗਿਆ ਸੌਖਾ ਹੋ ਗਿਆ ਆਨਸਰ ਆ ਗਿਆ ਕਲੀਅਰ ਹੈ ਜੀ ਸਾਰਿਆਂ ਨੂੰ ਹਾਂਜੀ ਅਗਲਾ ਕੁਐਸਚਨ ਦੇਖੋ ਬੱਚੇ ਅਗਲਾ ਕੁਐਸਚਨ ਹੈ ਔਨ ਸੈਲਿੰਗ 120 ਮੀਟਰ ਕੱਪੜਾ ਮਿਲਦਾ ਜੁਲਦਾ ਕੁਐਸਚਨ ਹੈ ਸੰਤਰੇ ਵਾਲੇ ਕੁਐਸਚਨ ਦੇ ਨਾਲ ਦਾ ਕਿ 120 ਮੀਟਰ ਕੱਪੜਾ ਵੇਚਣ ਤੇ ਅ ਸ਼ਾਪ ਓਨਰ ਗੇਨਸ ਇੱਥੇ ਵੀ ਗੇਨ ਹੋਇਆ ਕਿੰਨਾ ਗੇਨ ਹੋਇਆ ਐਨ ਅਮਾਉਂਟ ਇਕੁਇਵਲੈਂਟ ਟੂ ਦਾ ਸੈਲਿੰਗ ਪ੍ਰਾਈਸ ਆਫ 15 ਮੀਟਰ ਕੱਪੜਾ 120 ਮੀਟਰ ਕੱਪੜਾ ਵੇਚਣ ਤੇ ਬੰਦੇ ਨੂੰ ਗੇਨ ਹੋਇਆ ਕਿੰਨਾ 15 ਮੀਟਰ ਦੇ ਸੈਲਿੰਗ ਪ੍ਰਾਈਸ ਦੇ ਬਰਾਬਰ ਤਾਂ ਆਪਾਂ ਉਹਦਾ ਗੇਨ ਪਰਸੈਂਟ ਫਾਈਂਡ ਕਰਨਾ ਬੱਚੇ ਗੇਨ ਕਦੋਂ ਹੁੰਦਾ
ਜਦੋਂ CP ਘੱਟ SP ਜ਼ਿਆਦਾ ਹੋਵੇ ਤਾਂ ਕਿੰਨਾ ਗੇਨ SP ਮਾਈਨਸ CP। ਤਾਂ ਇਸ ਕੁਐਸਚਨ ਦੇ ਵਿੱਚ ਜੇ 120 ਮੀਟਰ ਕੱਪੜਾ ਵੇਚਣ ਤੇ ਗੇਨ ਹੋਇਆ ਤਾਂ 120 ਮੀਟਰ ਕੱਪੜੇ ਦਾ SP ਮਾਈਨਸ 120 ਮੀਟਰ ਕੱਪੜੇ ਦਾ CP ਇੰਨਾ ਹੀ ਗੇਨ ਹੋਊਗਾ। ਐਗਜ਼ਾਮੀਨਰ ਕਹਿੰਦਾ ਉਹ ਕਿਹਦੇ ਬਰਾਬਰ ਹੈ 15 ਮੀਟਰ ਕੱਪੜੇ ਦੇ SP ਦੇ ਬਰਾਬਰ ਹੈ। ਐਗਜ਼ਾਮੀਨਰ ਨੇ ਇਹ ਕਹਿਤਾ ਤਾਂ ਫਿਰ ਆਪਾਂ CP ਵਾਲੀਆਂ ਟਰਮਸ ਇੱਕ ਪਾਸੇ ਤੇ SP ਵਾਲੀਆਂ ਟਰਮਸ ਇੱਕ ਪਾਸੇ ਲੈ ਜਾਾਂਗੇ। ਰੇਸ਼ੀਓ ਕੱਢਣ ਦੇ ਲਈ ਕਾਮਨ ਕੈਂਸਲ ਕਰੋ 15 ਦੇ ਟੇਬਲ 'ਚ 8 15 ਦੇ ਟੇਬਲ 'ਚ 7 ਤਾਂ ਇਹ ਕੀ ਬਣ ਗਿਆ ਇਹ ਬਣ ਗਿਆ 8 CP ਇਜ਼ ਇਕੁਅਲ ਟੂ 7 SP। ਤਾਂ CP ਤੇ SP ਕੀ ਆ ਗਿਆ ਬੱਚੇ 7:8 CP 7 ਰੁਪਏ SP 8 ਰੁਪਏ CP 7 SP 8 ਤਾਂ 1 ਰੁਪਏ ਦਾ ਪ੍ਰੋਫਿਟ ਹੈ। ਹਮੇਸ਼ਾ CP ਤੇ ਚੈੱਕ ਕੀਤਾ ਜਾਂਦਾ ਹੈ ਤਾਂ 1 ਰੁਪਏ ਦਾ ਪ੍ਰੋਫਿਟ 7 ਦੇ ਉੱਤੇ ਸਾਨੂੰ ਪਰਸੈਂਟ ਵੈਲਿਊ ਸਿੱਧਾ ਯਾਦ ਹੈ ਗੁਣਾ 100 ਕਰਨ ਦੀ ਜਮਾ ਲੋੜ ਨਹੀਂ ਹੈਗੀ 14/2/7% ਦਾ ਗੇਨ ਹੋਊਗਾ ਜੀ। ਫੋਰਥ ਆਪਸ਼ਨ 14/2/7%। ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਓ ਜਿਹੜੇ ਜਵਾਕਾਂ ਨੂੰ ਤਾਂ ਜਿਹੜੇ ਸਟੂਡੈਂਟਸ ਨੂੰ ਤਾਂ ਇਹ ਸਵਾਲ ਮਾੜੇ ਮੋਟੇ ਆਉਂਦੇ ਸੀ ਉਹ ਪਲੀਜ਼ ਕਮੈਂਟ ਕਰਕੇ ਦੱਸਦੇ ਜਾਓ ਕਿ ਆਨਸਰ ਆਉਂਦੇ ਜਾ ਰਹੇ ਨੇ। ਜਿਹੜੇ ਬੱਚਿਆਂ ਨੇ ਚੰਗੀ ਤਰ੍ਹਾਂ ਨਹੀਂ ਸੀ ਪੜ੍ਹੇ ਹੋਏ ਜਾਂ ਜਮਾ ਹੀ ਨਹੀਂ ਸੀ ਕਦੇ ਦੇਖੇ ਹੋਏ ਉਹ ਪਲੀਜ਼ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸਦੇ ਜਾਓ ਕਿ ਸਮਝ ਆ ਰਿਹਾ ਪੱਲੇ ਪੈ ਰਿਹਾ ਇਹ ਜ਼ਰੂਰੀ ਹੈਗਾ। ਮਤਲਬ ਮੈਂ ਪਿਛਲੀ ਕਲਾਸ ਦੇ ਵਿੱਚ ਵੀ ਤੁਹਾਡੇ ਮਤਲਬ ਕਮੈਂਟਸ ਦੇਖੇ ਸੀ ਉਹਦੇ ਹਿਸਾਬ ਨਾਲ ਥੋੜ੍ਹਾ ਜਿਹਾ ਆਈਡੀਆ ਹੁੰਦਾ ਕਿ ਬੱਚਿਆਂ ਨੂੰ ਇੰਨੀਆਂ ਚੀਜ਼ਾਂ ਸਮਝ ਆ ਰਹੀਆਂ ਨੇ ਕਿਉਂਕਿ ਬੱਚਿਆਂ ਨੇ ਆਪ ਇਨੀਸ਼ੀਏਟ ਲੈ ਕੇ ਇਹ ਕਿਹਾ ਕਿ ਸਰ ਫਲਾਣੇ ਤਰ੍ਹਾਂ ਦੇ ਕੁਐਸਚਨ ਕਰਾਓ ਜਾਂ DI ਕਰਵਾਓ ਤਾਂ ਇਹਦਾ ਮਤਲਬ ਇਹ ਹੁੰਦਾ ਕਿ ਬੱਚੇ ਥੋੜ੍ਹਾ ਜਿਹਾ ਇੰਟਰਸਟ ਲੈ ਕੇ ਚੀਜ਼ਾਂ ਦੇਖ ਰਹੇ ਨੇ ਤਾਂ ਕੁਝ ਡਿਮਾਂਡ ਕਰ ਰਹੇ ਨੇ ਕਿ ਭਾਈ ਤੁਹਾਡਾ ਪੜ੍ਹਾਇਆ ਹੋਇਆ ਸਮਝ ਆ ਰਿਹਾ ਤੇ ਆ ਵੀ ਚੀਜ਼ ਪੜ੍ਹਾ ਦਿਓ। ਤਾਂ ਤੁਹਾਡੇ ਕਮੈਂਟਸ ਤੋਂ ਬਹੁਤ ਜ਼ਿਆਦਾ ਆਈਡੀਆ ਹੋ ਜਾਂਦਾ ਟੀਚਰਸ ਨੂੰ। ਰੀਜ਼ਨਿੰਗ ਦੀ ਕਲਾਸ ਲੱਗਦੀ ਹੈ ਰੀਜ਼ਨਿੰਗ ਦੇ ਫੈਕਲਟੀ ਦੇ ਨਾਲ ਇੰਟਰੈਕਟ ਕਰਦੇ ਜਾਇਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ। ਮੇਰੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਪੋਸੀਬਲ ਹੈ। ਮੈਂ ਐਟਲੀਸਟ ਕਮੈਂਟ ਪੜ੍ਹ ਲੈਣਾ ਤਾਂ ਅਗਲੀ ਕਲਾਸ ਦੇ ਵਿੱਚ ਜਿੰਨਾ ਪੋਸੀਬਲ ਉਹਨਾਂ ਆਪਾਂ ਇੰਟਰੈਕਟ ਕਰ ਹੀ ਸਕਦੇ ਹਾਂ। ਅੱਗੇ ਆ ਜਾਓ ਬੱਚੇ। ਅੱਗੇ ਆਪਣਾ ਕੁਐਸਚਨ ਹੈ ਇਹ ਵੀ ਸੈਲਿੰਗ ਪ੍ਰਾਈਸ ਦਾ ਇਹ ਐਗਜ਼ਾਮ ਦਾ ਕੁਐਸਚਨ ਹੈ। ਦਾ ਸੈਲਿੰਗ ਪ੍ਰਾਈਸ ਆਫ ਅ ਪ੍ਰੋਡਕਟ ਇਜ਼ ਇਨਕਰੀਜ਼ਡ ਬਾਈ 162 ਰੁਪਏ। ਐਗਜ਼ਾਮੀਨਰ ਕਹਿੰਦਾ ਕੋਈ ਸਮਾਨ ਵੇਚਿਆ ਹੋਣਾ ਕੋਈ ਵੀ ਸਮਾਨ ਕੋਈ ਪ੍ਰੋਡਕਟ ਹੋਣਾ ਵੇਚਿਆ ਹੋਣਾ ਉਹਦਾ ਕੁਝ ਸੈਲਿੰਗ ਪ੍ਰਾਈਸ ਹੋਣਾ। ਉਹ ਕਹਿੰਦਾ ਜੇ ਉਹਦਾ ਸੈਲਿੰਗ ਪ੍ਰਾਈਸ 162 ਰੁਪਏ ਇਨਕਰੀਜ਼ ਕਰ ਦਈਏ is increased by 162 then the business would make a profit of 17% instead of a loss of 19%। ਐਗਜ਼ਾਮੀਨਰ ਕਹਿੰਦਾ ਵੀ ਜਿਹੜਾ ਵੀ ਪ੍ਰੋਡਕਟ ਵੇਚਣ ਵਾਲਾ ਹੈ ਜਿਹੜਾ ਬਿਜ਼ਨਸ ਦੀ ਗੱਲ ਹੋ ਰਹੀ ਹੈ ਇਹਨੂੰ ਜਦੋਂ ਵੇਚਿਆ ਹੋਣਾ ਪ੍ਰੋਡਕਟ ਨੂੰ ਉਦੋਂ 19% ਦਾ ਲਾਸ ਹੋਇਆ ਹੋਣਾ। ਕੁਛ ਸੈਲਿੰਗ ਪ੍ਰਾਈਸ ਹੋਊਗਾ ਜਿੰਨੇ 'ਚ ਵੀ ਵੇਚਿਆ ਉਹਦੇ ਨਾਲ 19% ਦਾ ਲਾਸ ਹੋਇਆ ਹੋਣਾ। ਐਗਜ਼ਾਮੀਨਰ ਕਹਿੰਦਾ ਜੇ ਕਿਤੇ ਸੈਲਿੰਗ ਪ੍ਰਾਈਸ 162 ਰੁਪਏ ਵਧਾ ਦਈਏ ਤਾਂ ਉਹ 19% ਲਾਸ ਵਾਲੀ ਕਹਾਣੀ ਬਦਲ ਕੇ 17% ਪ੍ਰੋਫਿਟ 'ਚ ਚੱਲ ਜੂਗੀ। ਮਤਲਬ ਸੈਲਿੰਗ ਪ੍ਰਾਈਸ ਇੰਨਾ ਵੱਧ ਗਿਆ ਕਿ ਜਿਹੜਾ ਅਸੀਂ ਪਹਿਲਾਂ 19% ਲਾਸ ਤੇ ਖੜੇ ਸੀ ਉਹ ਅਸੀਂ ਛਾਲ ਮਾਰ ਕੇ 17% ਗੇਨ ਤੇ ਚੱਲ ਜਾਂਗੇ ਪਰਲੇ ਪਾਸੇ। ਤਾਂ ਆਪਾਂ ਕਾਸਟ ਪ੍ਰਾਈਸ ਫਾਈਂਡ ਕਰਨਾ। ਕਾਸਟ ਪ੍ਰਾਈਸ ਦਾ ਮਤਲਬ ਅਸੀਂ ਹਮੇਸ਼ਾ 100% ਦੀ ਵੈਲਿਊ ਫਾਈਂਡ ਕਰਨੀ ਹੈ। ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਚੈਪਟਰ ਦੇ ਵਿੱਚ ਪ੍ਰਿੰਸੀਪਲ ਫਾਈਂਡ ਕਰਨਾ ਸਮ ਆਫ ਮਨੀ। ਪ੍ਰੋਫਿਟ ਲਾਸ ਦੇ ਵਿੱਚ ਅਸੀਂ ਕਾਸਟ ਪ੍ਰਾਈਸ ਫਾਈਂਡ ਕਰਨਾ ਮਤਲਬ 100% ਫਾਈਂਡ ਕਰਨਾ। ਤਾਂ ਬੱਚੇ ਪਹਿਲਾਂ ਅਸੀਂ 19% ਲਾਸ ਤੇ ਖੜੇ ਸੀ। ਆਹ ਦੇਖੋ ਜੀ ਆਹ ਮੰਨ ਲਓ ਕਾਸਟ ਪ੍ਰਾਈਸ ਆ CP ਜਿਹੜਾ ਕਿ ਪਰਸੈਂਟੇਜ ਦੇ ਵਿੱਚ ਹਮੇਸ਼ਾ 100% ਹੁੰਦਾ। ਐਗਜ਼ਾਮੀਨਰ ਕਹਿੰਦਾ ਪਹਿਲਾਂ ਤਾਂ ਸਮਾਨ ਵੇਚਿਆ ਤੇ 19% ਦਾ ਲਾਸ ਹੋਇਆ। ਆਹ 19% ਦਾ ਲਾਸ ਹੈ। ਉਹ ਕਹਿੰਦੇ ਜੇ ਆਪਾਂ ਸੈਲਿੰਗ ਪ੍ਰਾਈਸ ਨੂੰ 162 ਰੁਪਏ ਇਨਕਰੀਜ਼ ਕਰ ਦਈਏ ਤਾਂ 17% ਦਾ ਗੇਨ ਹੋ ਜਾਊਗਾ। ਤਾਂ ਦੱਸੋ ਜੀ ਕਾਸਟ ਪ੍ਰਾਈਸ ਕੀ ਹੈ। ਤਾਂ ਬੱਚੇ ਪਰਸੈਂਟੇਜ ਦੇ ਵਿੱਚ ਦੇਖੋ ਪਰਸੈਂਟੇਜ ਦੇ ਵਿੱਚ ਇਨੀਸ਼ੀਅਲ ਸੈਲਿੰਗ ਪ੍ਰਾਈਸ ਆਹਾ ਸੀਗਾ ਉਹਨੂੰ ਆਪਾਂ 162 ਰੁਪਏ ਇਨਕਰੀਜ਼ ਕੀਤਾ ਤਾਂ ਸੈਲਿੰਗ ਪ੍ਰਾਈਸ ਇੰਨਾ ਹੋ ਗਿਆ। ਰੁਪੀਸ ਦੇ ਵਿੱਚ ਤਾਂ 162 ਰੁਪਏ ਦਾ ਜੰਪ ਹੈ ਪਰਸੈਂਟੇਜ ਦੇ ਵਿੱਚ ਕਿੰਨਾ ਜੰਪ ਹੈ 19 ਤੇ 17 36% ਦਾ। ਇਹਦਾ ਮਤਲਬ 36% ਜਿਹੜਾ ਪਰਸੈਂਟੇਜ ਦੇ ਵਿੱਚ ਇਨਕਰੀਜ਼ ਹੈ ਉਹਦੀ ਵੈਲਿਊ 162 ਰੁਪਏ ਹੈ ਤੇ ਆਪਾਂ CP ਯਾਨੀ ਕਿ 100% ਫਾਈਂਡ ਕਰਨਾ ਕਿ 100% ਦੀ ਵੈਲਿਊ ਕੀ ਹੋਊਗੀ। ਆਹ ਬੱਚੇ ਆਪਣਾ ਕੁਐਸਚਨ ਹੈ। ਤਾਂ ਕਾਮਨ ਕੱਟੋ। ਕਾਮਨ ਕਿਹਦੇ ਟੇਬਲ 'ਚ ਕੱਟਿਆ ਜਾਂਦਾ 18 ਦੇ ਟੇਬਲ 'ਚ 2 18 ਦੇ ਟੇਬਲ 'ਚ 9। ਤਾਂ ਬੱਚੇ 2% ਦੀ ਵੈਲਿਊ 9 ਰੁਪਏ ਆ ਗਈ। ਆਪਾਂ 100% ਕੱਢਣਾ ਤਾਂ 50 ਗੁਣਾ ਕਰਕੇ ਕੈਲਕੂਲੇਸ਼ਨ ਦੱਸਦਾ ਵੀ ਮੌਕੇ ਤੇ ਕਿਵੇਂ ਦਿਮਾਗ ਕੰਮ ਕਰ ਸਕਦਾ। 36% 162 ਰੁਪਏ ਦੇ ਬਰਾਬਰ ਹੈ। 18 ਦੇ ਟੇਬਲ 'ਚ ਕੱਟਿਆ ਜਾਂਦਾ ਤਾਂ 2 ਇੱਧਰ ਆ ਗਿਆ 9 ਇੱਧਰ ਆ ਗਿਆ ਤਾਂ 2% 9 ਰੁਪਏ। ਆਪਾਂ 100% ਕੱਢਣਾ ਹੈ ਤਾਂ ਬੱਚੇ 50 ਗੁਣਾ ਕਰਕੇ ਕੱਢ ਸਕਦੇ ਆ ਤਾਂ ਇੱਧਰ ਵੀ 50 ਗੁਣਾ ਹੋ ਜਾਊਗਾ ਆਨਸਰ ਆ ਜਾਊਗਾ 9 ਦਾ 50 ਗੁਣਾ 450 ਰੁਪਏ। ਸੈਕਿੰਡ ਆਪਸ਼ਨ ਆਨਸਰ ਆ ਗਿਆ ਕਿਉਂਕਿ ਆਪਾਂ ਕਾਸਟ ਪ੍ਰਾਈਸ ਫਾਈਂਡ ਕਰਨਾ ਸੀ ਤਾਂ
100% ਦੀ ਵੈਲਿਊ ਕੱਢ ਲਈ। ਕਲੀਅਰ ਹੈ ਬੱਚੇ ਸਾਰਿਆਂ ਨੂੰ? ਹਾਂਜੀ, ਤਾਂ ਇਸ ਤੋਂ ਬਾਅਦ ਦੇਖੋ ਮਿਲਦਾ ਜੁਲਦਾ ਕੁਐਸਚਨ, ਅ ਮੈਨ ਸੋਲਡ ਐਨ ਆਰਟੀਕਲ ਐਟ ਅ ਲਾਸ ਆਫ 12.5%। ਮੈਂ ਇਹ ਆਪ ਕੁਐਸਚਨ ਲੈ ਕੇ ਆਇਆ, ਜਿਹੜਾ ਪਿਛਲਾ ਕੁਐਸਚਨ ਸੋਲਵ ਕੀਤਾ ਇਹ ਪ੍ਰੀਵੀਅਸ ਈਅਰ ਐਗਜ਼ਾਮ ਦਾ ਕੁਐਸਚਨ ਹੈ, ਉਹਦੇ ਨਾਲ ਦਾ ਮਿਲਦਾ ਜੁਲਦਾ ਕੁਐਸਚਨ ਮੈਂ ਲੈ ਕੇ ਆਇਆ, ਜਿਹਦੇ ਵਿੱਚ ਪਰਸੈਂਟ ਵੈਲਿਊ ਮੈਂ ਫ੍ਰੈਕਸ਼ਨ ਵਾਲੀ ਲੈ ਆਇਆ। ਪਿਛਲੇ ਦੇ ਵਿੱਚ ਤਾਂ ਸਿੱਧਾ ਸੀ 19% ਦਾ ਲਾਸ ਹੈ ਜੀ, 17% ਦਾ ਗੇਨ ਹੈ, ਜੰਪ ਮਾਰਿਆ 36% ਫਰਕ ਪੈ ਗਿਆ, ਉਹਨੂੰ 162 ਰੁਪਏ ਦੇ ਬਰਾਬਰ ਰੱਖਤਾ। ਇੱਥੇ ਪਰਸੈਂਟੇਜ ਦੀ ਵੈਲਿਊ ਫ੍ਰੈਕਸ਼ਨ 'ਚ 12.5% ਦੇ ਲਾਸ ਤੇ ਕੋਈ ਸਮਾਨ ਵੇਚਿਆ, ਇਫ ਹੀ ਹੈਡ ਸੋਲਡ ਇਟ ਫॉर ₹450 ਮੋਰ, ਪਿਛਲੇ 'ਚ ਜਿਵੇਂ 162 ਰੁਪਏ ਮੋਰ ਸੀ, ਇਹ 'ਚ 450 ਮੋਰ, ਹੀ ਵੁੱਡ ਹੈਵ ਗੇਨਡ 10%। ਜਿਹੜਾ ਪਹਿਲਾਂ 12.5% ਦਾ ਲਾਸ ਹੋਇਆ, ਹੁਣ ਉਹ 10% ਦਾ ਗੇਨ ਹੋ ਜੂ। ਤਾਂ ਆਪਾਂ ਫਾਈਂਡ ਵੀ ਕੀ ਕਰਨਾ ਬੱਚੇ, ਇਨੀਸ਼ੀਅਲ ਸੈਲਿੰਗ ਪ੍ਰਾਈਸ, ਕਾਸਟ ਪ੍ਰਾਈਸ ਨਹੀਂ ਫਾਈਂਡ ਕਰਨਾ, ਇਨੀਸ਼ੀਅਲ ਸੈਲਿੰਗ ਪ੍ਰਾਈਸ ਫਾਈਂਡ ਕਰਨਾ, ਜਿਹੜਾ ਕਿ 12.5% ਦੇ ਲਾਸ ਤੇ ਹੈ। ਤਾਂ ਆਪਾਂ ਪਹਿਲਾਂ ਕਾਸਟ ਪ੍ਰਾਈਸ ਫਾਈਂਡ ਕਰ ਲਾਂਗੇ। ਕਾਸਟ ਪ੍ਰਾਈਸ ਫਾਈਂਡ ਕਰਨ ਤੋਂ ਬਾਅਦ ਆਪਾਂ 12.5 ਫ੍ਰੈਕਸ਼ਨ ਦੇ ਵਿੱਚ 1/8 ਦਾ ਲਾਸ ਲਾ ਕੇ ਸੈਲਿੰਗ ਪ੍ਰਾਈਸ ਕੱਢ ਲਾਂਗੇ, ਇਹ ਆਪਾਂ ਕਰ ਲਾਂਗੇ। ਤਾਂ ਦੇਖੋ ਆ ਬੱਚੇ ਸੀਪੀ ਆ, ਜੋ ਕਿ ਰੁਪੀਸ ਜੋ ਮਰਜ਼ੀ ਹੋਵੇ ਪਰਸੈਂਟੇਜ 'ਚ ਹਮੇਸ਼ਾ 100% ਹੁੰਦਾ। ਐਗਜ਼ਾਮੀਨਰ ਕਹਿੰਦਾ ਪਹਿਲਾਂ ਸਮਾਨ ਨੂੰ ਵੇਚਿਆ ਸੀ 12.5% ਦੇ ਲਾਸ ਤੇ, ਜਿੰਨੇ ਮਰਜ਼ੀ 'ਚ ਵੇਚਿਆ ਸੀ 12.5% ਦੇ ਲਾਸ ਤੇ ਵੇਚਿਆ ਸੀ। ਜੇ ਅਸੀਂ ਉਹਨੂੰ 450 ਰੁਪਏ ਮਹਿੰਗਾ ਵੇਚਦੇ ਤਾਂ ਜਿਹੜਾ ਪਹਿਲਾਂ 12.5% ਦਾ ਲਾਸ ਹੈ ਉਹ ਮਗਰੋਂ 10% ਗੇਨ ਬਣ ਜਾਂਦਾ। ਤਾਂ ਐਗਜ਼ਾਮੀਨਰ ਨੇ ਕਿਹਾ ਇਨੀਸ਼ੀਅਲ ਸੈਲਿੰਗ ਪ੍ਰਾਈਸ ਦੱਸੋ। ਅਸੀਂ ਦੇਖ ਲਿਆ ਵੀ ਪਹਿਲਾਂ ਸੀਪੀ ਕੱਢ ਲਾਂਗੇ, ਸੀਪੀ ਕੱਢਣ ਤੋਂ ਬਾਅਦ 12.5% ਲਾਸ ਲਾ ਕੇ ਇਨੀਸ਼ੀਅਲ ਸੈਲਿੰਗ ਪ੍ਰਾਈਸ ਆ ਜਾਊਗਾ। ਤਾਂ ਬੱਚੇ ਰੁਪੀਸ ਦੇ ਵਿੱਚ ਕਿੰਨਾ ਇਨਕਰੀਜ਼ ਕੀਤਾ ਪ੍ਰਾਈਸ, 450 ਰੁਪਏ। ਪਰਸੈਂਟੇਜ 'ਚ ਕਿੰਨਾ ਇਨਕਰੀਜ਼ ਹੈ, ਜਿਹੜਾ ਪਹਿਲਾਂ 100 ਤੋਂ 12.5 ਪਿੱਛੇ ਬੈਠਾ ਸੀ ਉਹ 100 ਤੋਂ 10 ਗਾਹਾਂ ਚੱਲ ਗਿਆ, ਤਾਂ ਓਵਰਆਲ 12.5 ਤੇ 10 22% ਵੱਧ ਗਿਆ। ਤਾਂ 22% ਜਿਹਨੂੰ ਕਿ ਮੈਂ ਦੁੱਗਣਾ ਕਰਕੇ 45/2% ਲਿਖ ਸਕਦਾ, ਉਹਦੀ ਵੈਲਿਊ 450 ਰੁਪਏ ਹੈ। ਤਾਂ ਬੱਚੇ ਜੇ 22% ਜੋ ਕਿ 45/2 ਬਣਦਾ ਹੈ, ਉਹਦੀ ਵੈਲਿਊ 450 ਰੁਪਏ ਹੈ, ਤਾਂ ਸੀਪੀ 100% ਕੀ ਹੋਊਗਾ? 45 ਦੇ ਪਿੱਛੇ 0/2, 45 ਦੇ ਪਿੱਛੇ 0/2, ਸੌਰੀ 2 ਗੁਣਾ ਹੋਊਗਾ, ਐਕਚੁਅਲੀ ਮੈਂ /2 ਗਲਤੀ ਨਾਲ ਕਹਿ ਗਿਆ। ਤਾਂ 45 ਕੱਟਿਆ ਇੱਧਰ, 45 ਕੱਟਿਆ ਇੱਧਰ, ਆਹ 2 ਉੱਪਰ ਚੱਲ ਜੂਗਾ, ਤਾਂ 1% ਦੀ ਵੈਲਿਊ 20 ਰੁਪਏ ਆ ਗਈ। 45/2 ਸੀਗਾ, ਤਾਂ 45 ਕੱਟਿਆ ਦੋਨੇ ਪਾਸੇ, ਇੱਧਰ 1 ਰਹਿ ਗਿਆ, ਉੱਧਰ 10 ਰਹਿ ਗਿਆ, ਹੇਠਲਾ 2 ਉੱਧਰ ਮਲਟੀਪਲਾਈ ਹੋ ਜੂਗਾ, ਤਾਂ 1% ਦੀ ਵੈਲਿਊ 20 ਰੁਪਏ, ਤਾਂ 100% ਦੀ ਵੈਲਿਊ 100 ਦਾ 20 ਰੁਪਏ, 20 ਗੁਣਾ 2000 ਰੁਪਏ। ਤਾਂ ਇਹ ਆ ਗਿਆ ਤੁਹਾਡਾ ਸੀਪੀ। ਪਰ ਆਪਾਂ ਇਨੀਸ਼ੀਅਲ ਸੈਲਿੰਗ ਪ੍ਰਾਈਸ ਫਾਈਂਡ ਕਰਨਾ ਹੈ, ਤਾਂ ਇਨੀਸ਼ੀਅਲ ਸੈਲਿੰਗ ਪ੍ਰਾਈਸ ਮਤਲਬ 12.5% ਦਾ ਲਾਸ ਲਾ ਦਾਂਗੇ। 2000 ਦਾ 12.5% ਹੁੰਦਾ 1/8, ਜਾਂ ਤਾਂ 1/8 ਲਾਸ ਲਾ ਕੇ ਮਾਈਨਸ ਕਰ ਦੋ, ਨਹੀਂ ਤਾਂ 1/8 ਲਾਸ ਦਾ ਮਤਲਬ ਕੀ ਹੈ, 8 ਵਾਲੀ ਚੀਜ਼ ਤੇ 1 ਨੁਕਸਾਨ ਹੋ ਗਿਆ, ਤਾਂ ਉਹ 7/8 ਰਹਿ ਗਿਆ। ਤਾਂ 2000 ਦਾ 7/8 1750 ਰੁਪਏ ਆਨਸਰ ਆ ਗਿਆ ਬੱਚੇ ਤੁਹਾਡਾ। ਤਾਂ 1750 ਰੁਪਏ ਤੁਹਾਡਾ ਇਨੀਸ਼ੀਅਲ ਸੈਲਿੰਗ ਪ੍ਰਾਈਸ। ਇਸ ਕੁਐਸਚਨ 'ਚ 2000 ਵੀ ਆਪਸ਼ਨ ਹੈ, ਕਿਤੇ ਸੀਪੀ ਨਾਲ ਆਨਸਰ ਕਰ ਦਿਓ 2000 ਰੁਪਏ, ਇਨੀਸ਼ੀਅਲ ਸੈਲਿੰਗ ਪ੍ਰਾਈਸ ਪੁੱਛਿਆ। ਤਾਂ ਇਸ ਕੁਐਸਚਨ 'ਚ ਮੈਂ ਥੋੜੀ ਜਿਹੀ ਕੈਲਕੂਲੇਸ਼ਨ ਜ਼ਿਆਦਾ ਹੈ, ਨਵੀਂ ਚੀਜ਼ ਪੁੱਛੀ ਹੈ, ਇਸ ਕਰਕੇ ਇਹ ਕੁਐਸਚਨ ਲੈ ਕੇ ਆਇਆ। ਪਿਛਲਾ ਕੁਐਸਚਨ ਆਸਾਨ ਸੀ, ਉਹ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਆਇਆ, ਇਹ ਕੁਐਸਚਨ ਮੈਂ ਆਪਦੇ ਵੱਲੋਂ ਕਰਵਾ ਰਿਹਾ ਤੁਹਾਨੂੰ। ਕਲੀਅਰ ਹੋ ਗਿਆ ਬੱਚੇ? ਇਸ ਤੋਂ ਬਾਅਦ ਬੱਚੇ ਆਪਣਾ ਸਭ ਤੋਂ ਇੰਪੋਰਟੈਂਟ ਪਾਰਟ ਅੱਜ ਦੀ ਕਲਾਸ ਦਾ, ਜਿਹੜਾ DI ਦਾ ਕੁਐਸਚਨ ਦੇਖਣਾ ਹੈਗਾ। ਤਾਂ DI ਦੇ ਮੈਂ ਬੇਸਿਕਲੀ ਤੁਹਾਨੂੰ ਦੱਸ ਦਿੰਦਾ, 2 ਕੁਐਸਚਨ ਲੈ ਕੇ ਆਇਆ। ਇੱਕ ਇਹਦੇ ਵਿੱਚੋਂ 2-3 ਕੁਐਸਚਨ ਨੇ, ਇੱਕ ਇਸ ਤੋਂ ਅੱਗੇ ਇੱਕ ਹੋਰ ਬਾਰਗ੍ਰਾਫ ਲੈ ਕੇ ਆਇਆ ਮੇਰੇ ਖਿਆਲ 'ਚ, ਉਹਦੇ ਵਿੱਚ 3-4 ਕੁਐਸਚਨ ਨੇ। ਇਹ ਮੈਂ ਸੋਲਵ ਕਰਵਾਉਂਗਾ, ਉਹ ਤੁਹਾਨੂੰ ਹੋਮਵਰਕ ਦਊਂਗਾ। ਤਾਂ ਉਹ ਸਕਰੀਨ ਤੇ ਮੈਂ ਤੁਹਾਨੂੰ ਦਿਖਾ ਦੂੰਗਾ, ਸਾਰੀਆਂ ਮਤਲਬ ਸਲਾਈਡਸ ਖੋਲ ਕੇ ਦਿਖਾ ਦੂੰਗਾ, ਤੁਸੀਂ ਬੜੇ ਆਰਾਮ ਨਾਲ ਉਹਨਾਂ ਦੇ ਸਕਰੀਨਸ਼ਾਟ ਲੈ ਸਕਦੇ ਹੋ ਤੇ ਉਹਨਾਂ ਨੂੰ ਸੋਲਵ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਡਿਸਕਸ ਕਰ ਸਕਦੇ ਹੋ। ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਆਪਣੇ ਆਨਸਰ ਕਰ ਸਕਦੇ ਹੋਗੇ, ਉੱਥੇ ਵੀ ਡਿਸਕਸ਼ਨ ਆਪਾਂ ਕਰ ਸਕਦੇ ਹਾਂ। ਜੇ ਕਿਸੇ ਬੱਚੇ ਦੇ ਬਾਹਲੀ ਡਾਊਟ ਹੋਏ, ਅਗਲੀ ਕਲਾਸ 'ਚ ਮੈਂ ਸੋਲਵ ਕਰਵਾ ਦੂੰਗਾ। ਤਾਂ ਬੱਚੇ ਸਾਨੂੰ ਕੀ ਦਿੱਤਾ ਹੋਇਆ ਸਟੱਡੀ ਦਾ, ਫੋਲੋਇੰਗ ਟੇਬਲ ਐਂਡ ਆਨਸਰ ਥੀਸ ਕੁਐਸਚਨਸ। ਟੇਬਲ ਦੇ ਵਿੱਚ ਕੀ ਦਿੱਤਾ ਹੈ, ਨੰਬਰ ਆਫ ਕੈਂਡੀਡੇਟਸ ਅਪੀਅਰਡ ਐਂਡ ਕੁਆਲੀਫਾਈਡ in a competitive exam from different states over the different years। ਐਗਜ਼ਾਮੀਨਰ ਕਹਿੰਦਾ ਅਲੱਗ-ਅਲੱਗ ਸੂਬਿਆਂ ਤੋਂ ਕਿਸੇ ਐਗਜ਼ਾਮ ਦੇ ਵਿੱਚ ਕਿੰਨੇ ਬੱਚੇ ਅਪੀਅਰ ਹੋਏ
ਤੇ ਉਹਦੇ ਵਿੱਚੋਂ ਕਿੰਨੇ ਕੁਆਲੀਫਾਈ ਕਰ ਗਏ, ਇਹਦਾ ਡਾਟਾ ਦਿੱਤਾ ਹੈ। ਤਾਂ ਸਟੇਟਸ ਕਿਹੜੀਆਂ ਨੇ? MNPQR, ਉਹ ਨਹੀਂ ਹੈਗਾ ਵਿੱਚ, MNPQR, ਇਹ 5 ਸਟੇਟਾਂ ਦਾ ਡਾਟਾ ਗਿਵਨ ਹੈ। 97, 98, 99, 2000 ਤੇ 2001 ਦਾ ਡਾਟਾ ਕੀ ਗਿਵਨ ਹੈ ਕਿ ਕਿਸੇ ਵੀ ਸਟੇਟ 'ਚ ਆਪਾਂ ਜੇ 1997 ਦੀ ਗੱਲ ਕਰ ਲਈਏ, ਮੈਂ ਹਲੇ ਟੇਬਲ ਸਮਝਾ ਰਿਹਾ, ਕੁਐਸਚਨ ਤਾਂ ਇਹਦੇ ਸੋਲਵ ਕਰ ਲਾਂਗੇ। ਜੇ ਆਪਾਂ 1997 ਦੀ ਗੱਲ ਕਰ ਲਈਏ, M ਸਟੇਟ ਚੋਂ 5200 ਬੱਚਾ ਅਪੀਅਰ ਹੋਇਆ, ਜਿਹਦੇ ਵਿੱਚੋਂ 720 ਕੁਆਲੀਫਾਈ ਕਰ ਗਿਆ। ਤਾਂ ਅਪੀਅਰ ਕਿੰਨਾ ਬੱਚਾ ਹੋਇਆ, ਉਹ ਚੋਂ ਕਿੰਨਾ ਕੁਆਲੀਫਾਈ ਕਰ ਗਿਆ। N ਸਟੇਟ ਚੋਂ ਉਸੇ ਸਾਲ ਦੀ ਇਹ ਗੱਲ ਹਲੇ 7500 ਬੱਚਾ ਅਪੀਅਰ ਹੋਇਆ, ਜਿਹ ਚੋਂ 840 ਕੁਆਲੀਫਾਈ ਕਰ ਗਿਆ। 6400 ਚੋਂ 780 ਕੁਆਲੀਫਾਈ ਕਰ ਗਿਆ। ਤਾਂ 1997 ਦੀਆਂ 5 ਸਟੇਟਾਂ ਦਾ ਡਾਟਾ, 1997 ਦਾ 5 ਸਟੇਟਾਂ ਦਾ ਡਾਟਾ ਸਾਡੇ ਸਾਹਮਣੇ ਆ ਕਿ ਹਰ ਇੱਕ ਸਟੇਟ ਚੋਂ ਕਿੰਨਾ ਬੱਚਾ ਅਪੀਅਰ ਹੋਇਆ, ਉਹਦੇ ਵਿੱਚੋਂ ਕਿੰਨਾ ਕੁਆਲੀਫਾਈ ਕਰ ਗਿਆ। ਉਸੇ ਤਰ੍ਹਾਂ 1998 ਦਾ ਵੀ ਫਿਰ ਆਪਣੇ ਕੋਲ ਡਾਟਾ ਉਵੇਂ ਹੀ ਹੈਗਾ। ਕਿਸੇ ਵੀ ਸਟੇਟ ਚੋਂ MNPQR, ਕਿਸੇ ਵੀ ਸਟੇਟ ਚੋਂ ਕਿੰਨਾ ਬੱਚਾ ਅਪੀਅਰ ਹੋਇਆ, ਉਹ ਚੋਂ ਕਿੰਨਾ ਕੁਆਲੀਫਾਈ ਕਰ ਗਿਆ, ਕਿੰਨਾ ਅਪੀਅਰ ਹੋਇਆ, ਕਿੰਨਾ ਕੁਆਲੀਫਾਈ ਕਰ ਗਿਆ, ਅਗਲੀ ਸਟੇਟ ਚੋਂ ਕਿੰਨਾ ਅਪੀਅਰ ਹੋਇਆ, ਕਿੰਨਾ ਕੁਆਲੀਫਾਈ ਕਰ ਗਿਆ। ਇਸ ਤਰ੍ਹਾਂ 5 ਸਟੇਟਸ ਦਾ 5 ਅਲੱਗ-ਅਲੱਗ ਸਾਲਾਂ ਦਾ ਸਾਡੇ ਕੋਲ ਡਾਟਾ ਗਿਵਨ ਹੈ ਕਿ ਭਾਈ ਪੇਪਰ 'ਚ ਕਿੰਨਾ ਬੱਚਾ ਅਪੀਅਰ ਹੈ ਤੇ ਕਿੰਨਾ ਕੁਆਲੀਫਾਈ ਕਰ ਗਿਆ। ਇਹਦੇ ਵਿੱਚੋਂ ਜਿਹੜੇ ਐਗਜ਼ਾਮੀਨਰ ਕੁਐਸਚਨ ਪੁੱਛੂਗਾ, ਵੈਸੇ ਮੈਂ ਕੁਐਸਚਨਸ ਲੈ ਕੇ ਆਇਆ, ਪਰ ਕੁਐਸਚਨ ਐਗਜ਼ਾਮੀਨਰ ਜੋ ਮਰਜ਼ੀ ਪੁੱਛ ਰਿਹਾ, ਮੈਂ ਉਸ ਤੋਂ ਪਹਿਲਾਂ ਕੁਐਸਚਨਸ ਦਿਖਾਉਣ ਤੋਂ ਪਹਿਲਾਂ, ਸੋਲਵ ਕਰਾਉਣ ਤੋਂ ਪਹਿਲਾਂ ਇਹ ਦੱਸਦਾ ਕਿ ਐਗਜ਼ਾਮੀਨਰ ਪੁੱਛ ਕੀ ਸਕਦਾ। DI ਦੇ ਸਵਾਲਾਂ ਦੇ ਵਿੱਚ ਐਗਜ਼ਾਮੀਨਰ ਹਮੇਸ਼ਾ ਇੱਕ ਚਾਹੇ ਡਾਟਾ ਟੇਬਲ ਦੇ ਉਹਦੇ ਵਿੱਚ ਕੋਈ ਇਨਫੋਰਮੇਸ਼ਨ ਦੇ ਰਿਹਾ ਹੈ, ਬਾਰ ਗ੍ਰਾਫ ਹੋ ਸਕਦਾ ਹੈ, ਪਾਈ ਚਾਰਟ ਜਾਂ ਲਾਈਨ ਚਾਰਟ। ਮੈਂ ਸਾਰਿਆਂ ਦੀ ਪ੍ਰੈਕਟਿਸ ਕਰਾ ਦੂੰਗਾ। ਅੱਜ ਮੈਂ ਡਾਟਾ ਟੇਬਲ ਕਰਾ ਰਿਹਾ, ਬਾਰ ਗ੍ਰਾਫ ਦਾ ਕੁਐਸਚਨ ਮੈਂ ਸਮਝਾ ਦੂੰਗਾ, ਤੁਸੀਂ ਹੋਮਵਰਕ ਕਰ ਲਿਓ। ਜੇ ਪ੍ਰੋਬਲਮ ਆਈ ਅਗਲੀ ਕਲਾਸ 'ਚ ਕਰਾ ਦੂੰਗਾ, ਬਾਰ ਗ੍ਰਾਫ ਦੀ ਕੋਈ ਹੋਰ ਐਗਜ਼ਾਮਪਲ ਵੀ ਕਰਾ ਦੂੰਗਾ। 2 ਕਲਾਸਾਂ ਛੱਡ ਕੇ 2 ਆਪਾਂ ਕੁਆਂਟਸ ਤੇ ਜ਼ਿਆਦਾ ਜ਼ੋਰ ਦੇਣਾ, DI ਤੇ ਦਿੰਦੇ ਜਾਵਾਂਗੇ। ਪਾਈ ਚਾਰਟ ਤੇ ਲਾਈਨ ਚਾਰਟ ਵੀ ਉਸੇ ਤਰ੍ਹਾਂ ਮੈਂ ਕਰਾ ਦੂੰਗਾ। ਡਾਟਾ ਰੀਡ ਕਰ ਲਿਆ ਕਿ ਐਗਜ਼ਾਮੀਨਰ ਨੇ ਕੀ ਗਿਵਨ ਆ, ਉਹ ਫਿਗਰਸ ਸਾਨੂੰ ਸਮਝ ਆ ਗਈਆਂ। ਇਹਦੇ ਵਿੱਚੋਂ ਐਗਜ਼ਾਮੀਨਰਸ ਸਾਨੂੰ ਪੁੱਛ ਸਕਦਾ ਹੈ ਕਿ ਯਾਰ ਉਹੀ ਮੂੰਹ ਚਾ ਕੇ ਕਿਸੇ ਵੀ ਸਟੇਟ ਦੀ ਗੱਲ ਕਰ ਲੇ ਵੀ ਭਾਈ P ਸਟੇਟ ਦੀ ਦੱਸੋ ਕਿ 1997, 98 ਤੇ 99 ਦੇ ਵਿੱਚ ਕਿੰਨਾ ਬੱਚਾ ਕੁਆਲੀਫਾਈ ਕਰ ਗਿਆ। ਤਾਂ P ਸਟੇਟ ਕਿੱਥੇ ਹੈ? ਆਹ P ਸਟੇਟ ਹੈ। P ਸਟੇਟ ਦਾ ਪਹਿਲੇ 3 ਸਾਲਾਂ 'ਚ ਕਿੰਨਾ ਬੱਚਾ ਕੁਆਲੀਫਾਈ ਕਰ ਗਿਆ? ਤਾਂ 780, 1020, 890 ਐਡ ਕਰਕੇ ਅਸੀਂ ਆਨਸਰ ਕਰ ਦਾਂਗੇ ਵੀ ਭਾਈ ਇਸ ਸਟੇਟ ਦੇ ਵਿੱਚੋਂ ਆਹ 3 ਸਾਲਾਂ 'ਚ ਇੰਨਾ ਬੱਚਾ ਕੁਆਲੀਫਾਈ ਕਰ ਗਿਆ। ਜਾਂ ਐਗਜ਼ਾਮੀਨਰ ਕਹਿ ਸਕਦਾ ਹੈ ਕਿ ਭਾਈ ਸਨ 2001 ਦੇ ਵਿੱਚ ਕੁੱਲ ਕਿੰਨਾ ਬੱਚਾ ਅਪੀਅਰ ਹੋਇਆ। ਤਾਂ ਸਨ 2001 ਦੇ ਵਿੱਚ ਕੁੱਲ ਕਿੰਨਾ ਬੱਚਾ ਅਪੀਅਰ ਹੋਇਆ, ਤਾਂ ਆਹ 5 ਵੈਲਿਊਜ਼ ਅਸੀਂ ਐਡ ਕਰਨੀਆਂ ਨੇ। ਐਡੀਸ਼ਨ ਕਿਵੇਂ ਕਰਨੀ ਹੈ, ਉਹ ਤੁਹਾਡੀ ਆਪੋ ਆਪਣੀ ਪ੍ਰੈਕਟਿਸ ਹੈ। ਬਸ ਜਿਹੜੇ ਬੱਚੇ ਪੇਡ ਬੈਚ ਲਾ ਰਹੇ ਨੇ, ਉੱਥੇ ਤਾਂ ਆਪਾਂ ਕੈਲਕੂਲੇਸ਼ਨ ਦੀਆਂ ਵੀ ਕਲਾਸਾਂ ਲਾਈਆਂ। ਐਡ ਕਿਵੇਂ ਕਰਨਾ, ਫਾਸਟ ਐਡੀਸ਼ਨ, ਸਹੀ ਆਨਸਰ ਕਿਵੇਂ, ਆਪਾਂ ਉਹਦੀ ਵੀ ਪ੍ਰੈਕਟਿਸ ਕੀਤੀ। ਜਿਹੜੇ ਬੱਚੇ ਕਦੇ ਵੀ ਮੇਰੇ ਕੋਲੋਂ ਪੜ੍ਹੇ ਹੋਏ ਨੇ, ਮੇਰੇ ਖਿਆਲ 'ਚ ਕੈਲਕੂਲੇਸ਼ਨ ਦੀ ਕੋਈ ਕਲਾਸ ਪਬਲਿਕ ਤਾਂ ਹੈ ਨਹੀਂ, ਆਪਾਂ ਐਡੀਸ਼ਨ ਤੱਕ ਦੀ ਪ੍ਰੈਕਟਿਸ ਕੀਤੀ, ਤਾਂ ਉਹ ਇੱਥੇ ਕੰਮ ਆਉਣੀ ਹੈਗੀ। DI 'ਚ ਸਾਡੀ ਕੈਲਕੂਲੇਸ਼ਨ ਬਹੁਤ ਇੰਪਰੂਵ ਹੁੰਦੀ ਹੈਗੀ। ਕੁਆਂਟਸ ਦੇ ਜਿਹੜੇ ਆਪਾਂ ਪ੍ਰੋਫਿਟ ਲੋਸ ਕੀਤਾ, ਐਵਰੇਜ ਕੀਤਾ, ਇਸ ਤੋਂ ਪਹਿਲਾਂ ਟਾਈਮ ਸਪੀਡ ਡਿਸਟੈਂਸ ਕੀਤਾ ਸੀ, ਟਾਈਮ ਐਂਡ ਵਰਕ ਕੀਤਾ ਸੀਗਾ, ਪਰਸੈਂਟੇਜ ਤੇ ਰੇਸ਼ੀਓ ਦੇ ਸਵਾਲ ਕੀਤੇ ਸੀ, ਮੈਂਸੂਰੇਸ਼ਨ ਦਾ ਇੱਕ ਸਵਾਲ ਆਇਆ ਸੀਗਾ। ਉਹ ਸਾਰੇ ਦੇ ਵਿੱਚ ਹਰ ਸਵਾਲ 'ਚ ਕੈਲਕੂਲੇਸ਼ਨ ਤਾਂ ਆ ਹੀ ਰਹੀ ਆ। ਤਾਂ ਇੱਥੇ ਉਹ ਕੈਲਕੂਲੇਸ਼ਨ ਬਹੁਤ ਇੰਪਰੂਵ ਹੁੰਦੀ ਆ। ਆਹ 5 ਵੈਲਿਊਜ਼ ਐਡ ਕਰਨੀਆਂ, ਆਹ 3 ਵੈਲਿਊਜ਼ ਐਡ ਕਰਨੀਆਂ। ਤਾਂ ਇਹੋ ਜਿਹਾ ਫਿਗਰਸ ਪੁੱਛਣ ਤੋਂ ਬਿਨਾਂ ਹੋਰ ਐਗਜ਼ਾਮੀਨਰ ਕੀ ਪੁੱਛ ਸਕਦਾ ਹੈ? ਐਗਜ਼ਾਮੀਨਰ ਪੁੱਛ ਸਕਦਾ ਹੈ ਵੀ ਭਾਈ ਕਿਸੇ ਵੀ ਸਾਲ ਦੇ ਵਿੱਚ ਫਲਾਣੀ ਸਟੇਟ ਦੇ ਕੁਆਲੀਫਾਈਡ ਸਟੂਡੈਂਟ ਆਰ ਵਟ ਪਰਸੈਂਟ ਆਫ ਫਲਾਣੀ ਸਟੇਟ ਦੇ ਅਪੀਅਰਡ ਸਟੂਡੈਂਟ। ਕਿਸੇ ਨਾਲ ਪਰਸੈਂਟੇਜ ਪੁੱਛ ਸਕਦਾ ਹੈ। ਪਰਸੈਂਟੇਜ ਸਾਨੂੰ ਕੱਢਣੀ ਆਉਂਦੀ ਹੈ, X/Y ਗੁਣਾ 100 ਇੰਨੇ %। ਉਹ ਕੈਲਕੂਲੇਸ਼ਨ ਸਾਡੀ ਆਪਣਾ ਜ਼ੋਰ ਲੱਗੂਗਾ। ਰੇਸ਼ੀਓ ਪੁੱਛ ਸਕਦਾ ਹੈ ਵੀ ਭਾਈ 1997 ਦੇ ਵਿੱਚ MN ਤੇ P ਦੇ ਕੁਆਲੀਫਾਈਡ, ਉਹਦੀ ਰੇਸ਼ੀਓ ਦੱਸੋ 1999 ਦੇ ਵਿੱਚ P, Q ਤੇ R ਦੇ ਕੁਆਲੀਫਾਈਡ ਦੇ ਨਾਲ। ਤਾਂ 1997 ਦੇ ਵਿੱਚ MN P ਦੇ ਕੁਆਲੀਫਾਈਡ, ਆਹ 3 ਵੈਲਿਊਜ਼ ਐਡ ਕਰ ਲਾਂਗੇ। ਉਹਦੀ ਰੇਸ਼ੀਓ ਦੱਸੋ 1999 ਦੇ P, Q, R ਦੇ ਕੁਆਲੀਫਾਈਡ, ਆਹ 3 ਵੈਲਿਊਜ਼ ਨੂੰ ਐਡ ਕਰ ਲਾਂਗੇ। ਇਹਨਾਂ ਦੀ ਰੇਸ਼ੀਓ ਕੱਢਣ ਲੱਗ ਜਾਂਗੇ। ਤਾਂ ਇਸ ਤਰ੍ਹਾਂ ਦੇ ਸਾਡੇ ਸਵਾਲ ਬਣਦੇ ਨੇ ਜਿਹੜੇ ਐਗਜ਼ਾਮੀਨਰ ਪਰਸੈਂਟੇਜ ਜਾਂ ਰੇਸ਼ੀਓ ਬਾਰੇ DI ਦੇ ਵਿੱਚੋਂ ਪੁੱਛ ਸਕਦਾ। ਤਾਂ DI 'ਚ ਹਮੇਸ਼ਾ ਹੀ ਇਹੋ ਜਿਹੇ ਸਵਾਲ ਬਣਨਗੇ। ਤਾਂ ਹੁਣ ਆਪਾਂ ਸੋਲਵ ਕਰਦੇ ਹਾਂ। ਇਹਨੂੰ ਮੈਂ ਮਿਟਾ ਦਿੰਦਾ। ਪਹਿਲਾ ਕੁਐਸਚਨ ਦੇਖੋ ਬੱਚੇ, ਐਗਜ਼ਾਮੀਨਰ ਕਹਿੰਦਾ ਟੋਟਲ ਨੰਬਰ ਆਫ ਕੈਂਡੀਡੇਟਸ ਕੁਆਲੀਫਾਈਡ ਦੀ ਗੱਲ ਹੋ ਰਹੀ ਆ ਫਰੋਮ all the states together in 97। ਤਾਂ 97 'ਚ ਸਾਰੀਆਂ ਸਟੇਟਸ ਦੇ ਟੋਟਲ ਕੁਆਲੀਫਾਈਡ ਨੇ ਜਿਹੜੇ
इज अप्रोक्सीमेटली वट परसेंट। मैं कहा ना एग्जामिनर किसी भी चीज़ की किसी नाल परसेंटेज पूछ सकता, पहले क्वेश्चन च पूछ लिया कि भाई 97 के ਜਿਹੜੇ कुल क्वालीफाइड ने वो किन्ने परसेंटेज ने ऑफ द किहदे नाल दसने परसेंटेज टोटल नंबर ऑफ कैंਡੀਡੇਟਸ क्वालीफाइड ही फ्रॉम ऑल द स्टेट्स टुगैदर इन 98। ਤਾਂ ਬੱਚੇ ਆਪਾਂ ਦੱਸਣਾ ਹੈ ਕਿ 1997 ਦੇ ਵਿੱਚ ਜਿਹੜੇ ਕੈਂਡੀਡੇਟਸ ਕੁਆਲੀਫਾਈ ਕਰ ਗਏ ਆਰ ਵਟ ਪਰਸੈਂਟ ਆਫ 1998 ਦੇ ਜਿਹੜੇ ਕੈਂਡੀਡੇਟ ਕੁਆਲੀਫਾਈ ਕਰ ਗਏ, ਇਹਦਾ ਕਿੰਨੇ ਪਰਸੈਂਟ ਬਣਦਾ। ਤਾਂ 5 ਸਟੇਟਸ ਦਾ ਡਾਟਾ ਹੈ, ਕਿਸੇ ਇੱਕ ਜਾਂ ਦੋ ਜਾਂ ਚਾਰ ਸਟੇਟਾਂ ਦਾ ਨਹੀਂ, 5 ਦੀਆਂ 5 ਸਟੇਟਸ ਦਾ। 97 ਚ ਜਿੰਨੇ ਬੱਚੇ ਕੁਆਲੀਫਾਈ ਕਰ ਗਏ इज वट परसेंट ऑफ 98 ਦੇ ਜਿੰਨੇ ਕੁਆਲੀਫਾਈ ਕਰ ਗਏ, ਤਾਂ 97 ਵਾਲੇ ਉੱਪਰ ਰੱਖਾਂਗੇ, 98 ਵਾਲੇ ਥੱਲੇ, ਇੰਟੂ 100 ਕਰਕੇ ਸਾਡਾ ਆਨਸਰ ਆ ਜਾਊਗਾ। ਆਪਸ਼ਨ ਦੇਖੋ 62 73 80 85 ਵੈਲਿਊਜ਼ 97 ਦੇ ਕੁਆਲੀਫਾਈਡ, ਤਾਂ ਬੱਚੇ 97 ਦੇ ਕੁਆਲੀਫਾਈਡ ਆ ਵੈਲਿਊਜ਼ ਕਿੰਨਾ ਬਣ ਗਿਆ, 0 ਸਾਰੇ ਦੇ ਪਿੱਛੇ ਹੈ। 7 5 12 8 20 4 24 ਤੇ 2 26 6 ਲਿਖਿਆ, 2 ਕੈਰੀ, 7 2 9 9 7 16 8 24 24 ਤੇ 16 40 ਤੇ 41 4160। ਤਾਂ ਆਪਾਂ ਪਹਿਲਾਂ ਵੈਲਿਊ ਲਿਖ ਲੈਣੇ, ਐਵੇਂ ਭੁੱਲ ਜਾਾਂਗੇ ਕਿਉਂਕਿ ਆਪਣੀ DI ਉਹ ਅਲੱਗ ਸ਼ੀਟ ਤੇ ਆ, ਅਲੱਗ ਸਲਾਈਡ ਖੋਲਣੀ ਪੈਂਦੀ ਆ। ਇਹ ਤਾਂ ਆ ਗਏ 97 ਦੇ ਕੁਆਲੀਫਾਈਡ ਡਿਵਾਈਡ ਬਾਈ 98 ਦੇ ਕੁਆਲੀਫਾਈਡ। 98 ਦੇ ਕੁਆਲੀਫਾਈਡ ਬੱਚੇ ਆ 5 ਵੈਲਿਊਜ਼ ਨੇ, 0 ਸਾਰਿਆਂ ਦੇ ਪਿੱਛੇ ਆ, 4 ਤੇ 4 8 ਤੇ 2 10 ਤੇ 13 23 3 ਲਿਖਿਆ, 2 ਕੈਰੀ, 9 2 11 11 ਤੇ 32 43 ਤੇ 9 52 5230 ਥੱਲੇ ਆ ਗਿਆ। ਤਾਂ 4160 ਬਟੇ 5230 ਇੰਟੂ 100। ਇਹ ਕੁਐਸਚਨ ਹੈ ਬੱਚੇ ਆਪਣਾ। 0 ਨਾਲ 0 ਤੁਸੀਂ ਕੱਟ ਸਕਦੇ ਹੋ, 100 ਨੂੰ ਨਹੀਂ ਛੇੜਨਾ, 0 ਨਾਲ 0 ਕੱਟ ਸਕਦੇ ਹੋ। ਇੱਥੇ 416 ਬਚ ਗਿਆ, ਉੱਥੇ 523 ਬਚ ਗਿਆ, ਇੱਥੇ 400 ਤੋਂ ਥੋੜਾ ਜਿਹਾ ਉੱਤੇ ਆ, ਉੱਥੇ 500 ਤੋਂ ਥੋੜਾ ਜਿਹਾ ਉੱਤੇ ਆ, ਤੇ ਥੋੜਾ ਜਿਹਾ ਹੀ ਉੱਤੇ ਹੈ। ਇਹ ਨਹੀਂ ਹੈਗਾ ਕਿ 472 ਹੈ, 0 ਨਾਲ ਮੈਂ 0 ਕੱਟ ਦਿੰਨਾ, ਇਹ ਨਹੀਂ ਹੈਗਾ ਕਿ 472 ਤੇ 503 ਹੈ, ਇਹ ਨਹੀਂ ਹੈਗਾ। 400 ਤੋਂ 16 ਉੱਤੇ, 500 ਤੋਂ 23 ਉੱਤੇ, ਉਹ ਵੀ ਪ੍ਰਪੋਰਸ਼ਨ ਜਿਹਾ ਬਣਦਾ 16 ਬਟੇ 23। ਤਾਂ 400 ਬਟੇ 500 ਬੱਚੇ 400 ਬਟੇ 500 ਹੈ ਜਿਹੜਾ, ਉਹ 4 ਬਟੇ 5 ਹੈ ਨਾ। 4 ਬਟੇ 5 ਕੀ ਹੁੰਦਾ, 80% ਇੰਟੂ 100 ਤਾਂ ਆਪਾਂ ਛੇੜਿਆ ਨਹੀਂ। ਜੇ ਇਹ 16 ਤੇ 23 ਆਪਾਂ ਛੱਡ ਦਈਏ ਤਾਂ 400 ਬਟੇ 500 ਹੈ ਜਿਹੜਾ 80% ਹੈ ਨਾ, ਤਾਂ 4 ਦੇ ਨਾਲ 16 ਹੈ, 5 ਦੇ ਨਾਲ ਜੇ 16 ਬਟੇ 20 ਹੁੰਦਾ, 520 ਹੁੰਦਾ, ਤਾਂ ਉਹ ਪੂਰਾ ਹੀ 4 ਬਟੇ 5 ਬਣ ਗਿਆ ਸੀ ਨਾ, 416 ਤੇ 520, ਤਾਂ ਪੂਰਾ ਹੀ 80% ਆ ਗਿਆ ਸੀ। ਪਰ ਡਿਨੋਮੀਨੇਟਰ ਥੋੜਾ ਜਿਹਾ ਵੱਡਾ ਹੋ ਗਿਆ। ਥੋੜਾ ਜਿਹਾ ਵੱਡਾ ਹੋਣ ਦਾ ਮਤਲਬ ਇਹ ਵੈਲਿਊ ਥੋੜੀ ਜਿਹੀ ਘਟ ਜੂ, ਤਾਂ 79 ਤੇ 80 ਦੇ ਵਿੱਚ ਇੱਕੋ ਹੀ ਆਪਸ਼ਨ ਹੈ 80%, ਨਾ 73 ਨਾ 62 ਨਾ 85, ਕਿਤੇ ਨਹੀਂ ਨੇੜੇ ਤੇੜੇ ਢੁਕਦਾ। 80% ਬਹੁਤ ਜਲਦੀ ਆਨਸਰ ਮਾਰਕ ਕਰਿਆ ਕਰਾਂਗੇ। ਸਮਝ ਆ ਗਿਆ ਬੱਚੇ ਸਾਰਿਆਂ ਨੂੰ? ਹਾਂਜੀ, ਵੈਰੀ ਗੁੱਡ। ਤਾਂ ਆਪਸ਼ਨਸ ਵੀ ਕਿਵੇਂ ਮਾਰਕ ਕਰਨੇ ਨੇ, ਜਿੰਨਾ ਕੁ ਪੋਸੀਬਲ ਹੈ ਮੈਂ ਉਹਨਾਂ ਕੁ ਦੱਸ ਦੂੰਗਾ, ਕਿਉਂਕਿ ਜੇ ਤਾਂ ਆਪਾਂ ਬੇਸਿਕ ਤੋਂ ਪੜ੍ਹਦੇ ਫਿਰ ਤਾਂ ਮੈਂ ਕੈਲਕੂਲੇਸ਼ਨ ਦੀਆਂ 4 ਕਲਾਸਾਂ ਲਵਾਉਂਦਾ ਵੀ ਭਾਈ ਇਹੋ ਜਿਹੀਆਂ ਕੈਲਕੂਲੇਸ਼ਨਾਂ ਨਾਲ ਕਿਵੇਂ ਮੱਥਾ ਮਾਰਨਾ। ਹੁਣ ਮੈਂ ਮੰਨ ਕੇ ਚੱਲਦਾ ਕਿ ਥੋੜੀ ਬਹੁਤ ਪ੍ਰੈਕਟਿਸ ਤਾਂ ਤੁਸੀਂ ਕੀਤੀ ਹੋਈ ਹੈ, ਤਾਂ ਇਸ ਤਰ੍ਹਾਂ ਅਸੀਂ ਆਨਸਰ ਮਾਰਕ ਕਰ ਸਕਦੇ ਹਾਂ। ਅੱਗੇ ਆ ਜਾਓ, ਵਟ ਇਜ਼ ਦਾ ਐਵਰੇਜ। ਆਪਾਂ ਬੱਚੇ ਐਵਰੇਜ ਕੱਢਣੀ, ਐਵਰੇਜ ਸਾਰਿਆਂ ਨੂੰ ਕੱਢਣੀ ਆਉਂਦੀ ਹੈ। ਕੈਂਡੀਡੇਟਸ ਹੂ ਅਪੀਅਰਡ ਫਰੋਮ ਕਿਊ ਸਟੇਟ ਡਿਊਰਿੰਗ ਦ ਗਿਵਨ ਈਅਰਸ। ਤਾਂ ਕਿਊ ਸਟੇਟ ਦੀ ਐਵਰੇਜ, ਤਾਂ ਕਿਊ ਸਟੇਟ ਦੀ ਐਵਰੇਜ ਕੀ ਹੋਊਗੀ, ਆਪਾਂ ਕਿਊ ਸਟੇਟ ਦੇ ਅਪੀਅਰਡ ਕੈਂਡੀਡੇਟਸ ਦੀ ਐਵਰੇਜ ਕੱਢਣੀ ਹੈ। ਤਾਂ ਕਿਊ ਸਟੇਟ ਦੇ ਟੋਟਲ ਕਿੰਨੇ ਅਪੀਅਰ ਹੋਏ, ਕਿਉਂਕਿ 5 ਸਾਲ ਨੇ, ਤਾਂ 5 ਨਾਲ ਡਿਵਾਈਡ ਕਰਕੇ ਬੱਚੇ ਸਾਡੀ ਐਵਰੇਜ ਆਊਗੀ, ਇਹੀ ਐਵਰੇਜ ਆਊਗੀ। ਤਾਂ ਕਿਊ ਸਟੇਟ ਦੇ ਅਪੀਅਰਡ ਦਾ ਟੋਟਲ ਦੇਖੋ ਜੀ ਕੀ ਹੈ। ਕਿਊ ਸਟੇਟ ਆ ਸੀ, ਇਹਦੇ ਅਪੀਅਰਡ 8100 9500 8700 9700 9950 ਇਹੀ ਹੈ। ਤਾਂ ਐਡ ਕਰਾਂਗੇ ਤਾਂ ਸਾਰਿਆਂ ਦੇ ਪਿੱਛੇ 0 ਹੈ, 5 ਆ ਗਿਆ, ਹੋਰ ਕਿਸੇ ਦੇ ਪਿੱਛੇ ਕੁਝ ਨਹੀਂ ਹੈਗਾ। 9 ਤੇ 7 16 ਤੇ 7 23 ਤੇ 5 28 ਤੇ 1 29, 2 ਕੈਰੀ, 8 ਤੇ 2 10 ਤੇ 9 19 ਤੇ 8 27 ਤੇ 9 36 ਤੇ 8 44। ਕੈਲਕੂਲੇਸ਼ਨ ਆਪੋ ਆਪਣੀ, ਬਟੇ 5 ਕਰਕੇ ਆਨਸਰ ਆ ਜਾਊਗਾ। ਇਹ ਆ ਗਿਆ 8990। ਤਾਂ ਡਿਵਾਈਡ ਬਾਈ 5 ਕਰਨਾ ਸੀ 8990। ਉਧਰ ਆਪਸ਼ਨ ਦੇਖ ਲੈਂਦੇ ਆ, ਹੈਗਾ ਜੀ 8990। ਤੀਜਾ ਆਪਸ਼ਨ ਦੇਖੋ ਜੀ, ਆਨਸਰ ਆ ਗਿਆ ਸਾਡਾ, ਬਣ ਗਿਆ ਸੀ 49950। ਮੇਰੇ ਖਿਆਲ 'ਚ ਇਹੀ ਬਣਿਆ ਸੀਗਾ। ਡਿਵਾਈਡ ਬਾਈ 5 ਕੀਤਾ ਤਾਂ ਇਹ ਆ ਗਿਆ ਸੀਗਾ, ਨਹੀਂ 49 ਸੀਗਾ, ਜਿੰਨਾ ਵੀ ਮੈਂ ਵੈਲਿਊ ਗਲਤ ਲਿਖ ਗਿਆ ਇੱਥੇ, 44950। 44950 ਸੀ, ਤਾਂ 8990 ਬੱਚੇ ਸਾਡਾ
ਆਨਸਰ ਆ ਗਿਆ। ਤਾਂ ਇੰਨਾ ਕੁ ਸੌਖਾ ਹੈਗਾ। DI ਦੇ ਵਿੱਚ ਐਗਜ਼ਾਮੀਨਰ ਜਿਹੋ ਜਿਹਾ ਮਰਜ਼ੀ ਡਾਟਾ ਦੇ ਦੇ, ਸਾਨੂੰ ਡਾਟਾ ਟੇਬਲ ਦੇ ਵਿੱਚ ਦੇ ਦੇ, ਲਾਈਨ ਚਾਰਟ ਜਾਂ ਪਾਈ ਚਾਰਟ 'ਚ ਦੇ ਦੇ, ਚਾਹੇ ਬਾਰ ਗ੍ਰਾਫ ਬਣਾ ਦੇ, ਸਵਾਲ ਕੁਛ ਇਸ ਤਰ੍ਹਾਂ ਦੇ ਪੁੱਛੇ ਜਾਣਗੇ। ਅਗਲਾ ਕੁਐਸਚਨ ਦੇਖ ਲਓ, ਹੈਰਾਨੀ ਨਹੀਂ ਹੋਊਗੀ। ਵਟ ਇਜ਼ ਦਾ ਪਰਸੈਂਟੇਜ, ਇਹਦੇ ਵਿੱਚ ਆਪਾਂ ਪਰਸੈਂਟੇਜ ਕੱਢਣੀ ਹੈ ਕਾਦੀ, ਆਫ ਕੈਂਡੀਡੇਟਸ ਕੁਆਲੀਫਾਈਡ ਫਰੋਮ N ਫॉर ऑल द ईयर्स टुगेदर। ਆਪਾਂ N ਸਟੇਟ ਦੇ ਜਿਹੜੇ ਸਾਰੇ ਕੁਆਲੀਫਾਈ ਕਰ ਗਏ 5 ਸਾਲਾਂ ਦੇ, ਓਵਰ ਕਿਹਦੇ ਨਾਲ ਪਰਸੈਂਟੇਜ ਦੱਸਣੀ, ਓਵਰ ਦ ਕੈਂਡੀਡੇਟਸ ਅਪੀਅਰਡ ਫਰੋਮ N ਡਿਊਰਿੰਗ all the years together। N ਦੇ ਅਪੀਅਰਡ ਦੇ ਨਾਲ ਆਪਾਂ ਉਹਦੀ ਪਰਸੈਂਟੇਜ ਦੱਸਣੀ ਹੈ, ਤਾਂ ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਕਰਾਂਗੇ ਹੀ ਕਰਾਂਗੇ। ਤਾਂ ਬੱਚੇ ਇਹ ਆਪਣਾ ਕੁਐਸਚਨ ਹੈ, ਪਰਸੈਂਟੇਜ ਕੱਢਣੀ ਹੈ ਕਾਦੀ, ਕੁਆਲੀਫਾਈਡ ਫਰੋਮ N ਸਾਰੇ ਸਾਲਾਂ ਦਾ, ਕਿਹਦੇ ਨਾਲ, ਅਪੀਅਰਡ ਫਰੋਮ ਦਾ ਸੇਮ ਸਟੇਟ N 5 ਸਾਲਾਂ ਦਾ, ਡਿਊਰਿੰਗ all the years together। ਤਾਂ N ਦੇ ਕੁਆਲੀਫਾਈਡ ਦੇਖੋ ਜੀ, N ਦੇ ਕੁਆਲੀਫਾਈਡ 840, 1050, 920, 980, 1020। ਤਾਂ 0 ਸਾਰਿਆਂ ਦੇ ਪਿੱਛੇ ਆ, ਇਹਦੇ ਪਿੱਛੇ 5 ਤੇ 4 9 ਤੇ 2 11 ਤੇ 8 19 ਤੇ 2 21, 2 ਕੈਰੀ ਚਲ ਗਿਆ, 8 ਤੇ 10 10 20 ਤੇ 9 29 ਤੇ 9 38 ਤੇ 10 48, 4810 ਆ ਗਿਆ। ਮੈਂ ਤੇਜ਼ੀ ਨਾਲ ਕੈਲਕੂਲੇਸ਼ਨ 'ਚ ਗਲਤੀ ਕਰ ਸਕਦਾ, ਮੈਂ ਜਿੰਨੀ ਸਪੀਡ ਤੇ ਕਰ ਰਿਹਾ ਕੈਲਕੂਲੇਸ਼ਨ 'ਚ ਗਲਤੀ ਹੋ ਸਕਦੀ ਹੈ, ਆਪਦਾ ਕ੍ਰੋਸ ਚੈੱਕ ਕਰਦੇ ਜਾਇਓ। ਚਲੋ ਮੇਰੇ ਤਾਂ ਆਨਸਰ ਮੈਚ ਕਰ ਜਾਂਦੇ ਵੀ ਆਪਸ਼ਨ ਪਿਆ ਹੈਗਾ, ਫਿਰ ਵੀ ਆਪਦਾ ਥੋੜਾ ਜਿਹਾ ਠਰਮੇ ਨਾਲ ਕੈਲਕੂਲੇਸ਼ਨ ਕਰਿਓ ਤਾਂ ਕਿ ਗਲਤੀ ਦੀ ਗੁੰਜਾਇਸ਼ ਨਾ ਹੋਵੇ। ਓਵਰ N ਦੇ ਅਪੀਅਰਡ 7500, 9200, 84, 50, 9200, 8800, 00 ਸਾਰੇ ਦੇ ਪਿੱਛੇ, ਇੱਕ ਦੇ ਪਿੱਛੇ 50 ਹੈਗਾ, 5 0 ਆ ਗਿਆ। ਫਿਰ ਇੱਥੇ 5 ਤੇ 2 7 ਤੇ 4 11 ਤੇ 2 13 ਤੇ 8 21, 2 ਕੈਰੀ 7 2 9 9 18 ਤੇ 8 26 ਤੇ 9 35 ਤੇ 8 43, 43150। ਪਰਸੈਂਟੇਜ ਕੱਢਣੀ ਹੈ ਤਾਂ ਮਲਟੀਪਲਾਈ 100, 0 ਨਾਲ 0 ਕੱਟ ਸਕਦੇ ਆ। ਇਹ ਤੋਂ ਬਾਅਦ ਬੱਚੇ 481 ਥੱਲੇ 4315 ਹੈ। ਦੇਖੋ ਆ 0 ਕੱਟੀ ਗਈ, ਮੈਂ 0 ਨੂੰ ਮਿਟਾ ਹੀ ਦਿਨਾਗਾ। ਉੱਪਰ 481 ਹੈ, ਥੱਲੇ 4315 ਹੈ। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100 ਸਾਰਿਆਂ ਨੂੰ ਪਤਾ ਹੈ। ਬੱਚੇ ਥੱਲੇ 4315 ਹੈ, ਜੇ ਉੱਪਰ ਵੀ 4315, ਇੱਕ ਗੱਲ ਮੈਂ ਥੋੜੀ ਜਿਹੀ ਡਿਟੇਲ 'ਚ ਦੱਸਦਾ, ਨਹੀਂ ਮੈਂ ਸਿੱਧਾ ਆਨਸਰ ਕਰ ਦਿੰਦਾ। ਇਹ 11% 11.1% ਦੇ ਕਰੀਬ ਆਪਸ਼ਨ ਹੋਊਗਾ। ਮੈਂ ਆਊਗਾ ਕਿਵੇਂ ਉਹ ਥੋੜਾ ਡਿਟੇਲ 'ਚ ਇੱਥੇ ਵਾਪਸ ਆ ਕੇ ਦੱਸਦਾ। 11.1% ਦੇ ਨੇੜੇ 11.15 ਆ ਪਿਆ ਜੀ ਚੌਥਾ ਆਪਸ਼ਨ। ਕਿਵੇਂ ਆਇਆ, ਕਿੱਡੀ ਛੇਤੀ ਆਨਸਰ ਆ ਜਾਊਗਾ। ਸਾਡਾ ਆਨਸਰ ਕੀ ਆਇਆ, 4810 ਥੱਲੇ 43150। ਪਰਸੈਂਟੇਜ ਕੱਢਣ ਲਈ ਮਲਟੀਪਲਾਈ 100, ਇਹੀ ਆਇਆ ਸੀਗਾ। ਤਾਂ ਆਪਾਂ ਉੱਪਰ ਥੱਲੇ 0 ਕੈਂਸਲ ਕਰਤੀ, ਮੈਂ ਮਿਟਾ ਹੀ ਰਹਾਂਗਾ। ਤਾਂ ਬੱਚੇ ਉੱਪਰ 4 ਥੱਲੇ 4315 ਹੈ। ਜੇ ਉੱਪਰ ਵੀ 4315 ਹੁੰਦਾ, ਮੈਂ ਬਹੁਤ ਛੇਤੀ ਆਨਸਰ ਮਾਰਕ ਕਰਤਾ। ਦੇਖਿਓ ਕਿਵੇਂ, ਜੇ ਉੱਪਰ ਵੀ 4315 ਹੁੰਦਾ ਤਾਂ 100% ਆ ਜਾਂਦਾ ਨਾ। 4315 ਬਟੇ 4315 ਕੱਟਿਆ ਜਾਂਦਾ, 100% ਆਨਸਰ ਆ ਜਾਂਦਾ। ਇਹਦਾ ਮਤਲਬ 100% ਦੀ ਵੈਲਿਊ ਕੀ ਹੈ, 4315। ਇਹ ਤਾਂ ਵੈਸੇ ਵੀ ਦੱਸਣ ਦੀ ਲੋੜ ਨਹੀਂ ਸੀ ਹੈਗੀ, ਬੇਸ ਹਮੇਸ਼ਾ 100% ਹੁੰਦਾ। ਤਾਂ ਜੇ 100% 4315 ਹੈ ਤਾਂ ਬੱਚੇ 10% ਦੀ ਵੈਲਿਊ 431.5 ਹੋਊ। 431 ਸਮਥਿੰਗ, ਮੈਂ ਤਾਂ 430 ਸਮਥਿੰਗ ਵੀ ਕਹਿ ਸਕਦਾਗਾ। 10% ਦੀ ਵੈਲਿਊ 431.5 ਹੋਊ। 1% ਦੀ ਵੈਲਿਊ 43 ਦੇ ਨੇੜੇ ਹੋਊ। ਇਹ ਗੱਲ ਸਮਝ ਆ ਰਹੀ ਹੈ ਸਾਰਿਆਂ ਨੂੰ। ਜੇ 100% ਦੀ ਵੈਲਿਊ 4315 ਹੈ ਤਾਂ ਡਿਵਾਈਡ ਬਾਈ 10 ਕਰ ਦਾਂਗੇ। 10% ਦੀ ਵੈਲਿਊ 431.5, ਮੈਂ ਅਪਰੋਕਸੀਮੇਟਲੀ 431 ਲਿਖ ਲਿਆ। 1% ਦੀ ਵੈਲਿਊ 43 ਸਮਥਿੰਗ। ਇਹ ਸਮਝ ਆ ਗਿਆ। ਤਾਂ ਉੱਪਰ ਕੀ ਹੈ, 431 ਤਾਂ ਹੈਗਾ ਨਾ 481 ਚੋਂ, ਤਾਂ 10% ਤਾਂ ਹੈਗਾ 431। ਜਦੋਂ ਇਹ ਚੋਂ 431 ਨਿਕਲ ਗਿਆ, 50 ਬਚ ਗਿਆ ਪਿੱਛੇ। ਉਹ 50 ਕੀ ਹੈ, 1% ਦੀ ਵੈਲਿਊ 43 ਹੈ। ਤਾਂ 43 50 ਦੇ ਵਿੱਚ ਹੈਗਾ, ਤਾਂ 1% ਹੋਰ ਆ ਗਿਆ। 50 ਚੋਂ 43 ਵੀ ਨਿਕਲ ਗਿਆ, 7 ਰਹਿ ਗਿਆ। 7 ਤਾਂ ਕੋਈ ਮਾੜਾ ਮੋਟਾ ਕੁਛ ਬਣਦਾ ਹੈਗਾ, ਉਹ ਮਾੜਾ ਮੋਟਾ 11% ਤਾਂ ਇਹ ਆ ਗਿਆ। 11% ਦੇ ਨਾਲ ਮਾੜਾ ਮੋਟਾ, ਆਹ ਮਾੜਾ ਮੋਟਾ ਨਹੀਂ ਹੈਗਾ, ਇਹ ਤਾਂ 11.5% ਬਣ ਗਿਆ। ਆਹ ਮਾੜਾ ਮੋਟਾ ਹੈਗਾ। ਚੌਥਾ ਆਪਸ਼ਨ ਆਨਸਰ ਆ ਗਿਆ। ਆਹ ਤਰੀਕੇ ਨੇ ਬੱਚੇ ਕੈਲਕੂਲੇਸ਼ਨ, ਜੇ ਹਾਰਡ ਕੈਲਕੂਲੇਸ਼ਨਸ ਆ ਜਾਣ, ਇੱਕ ਅੱਧੇ ਕੁਐਸਚਨ 'ਚ ਔਖੀ ਕੈਲਕੂਲੇਸ਼ਨ ਪਰਸੈਂਟੇਜ ਇਹੋ ਜਿਹੇ ਨੰਬਰਾਂ ਦੀ ਕੱਢਣੀ ਪੈ ਜੇ, ਮੌਕੇ ਤੇ 5-7 ਸਕਿੰਟਾਂ 'ਚ ਆਨਸਰ ਆਉਣਗੇ। ਮਾੜੀ ਜੀ ਬੰਦੇ ਬਣ ਕੇ ਪ੍ਰੈਕਟਿਸ ਕਰ ਲਿਓ। ਪ੍ਰੈਕਟਿਸ ਕਿਵੇਂ ਕਰਨੀ ਹੈ ਉਹ ਇੱਥੇ ਧਿਆਨ ਦੇਣਾ, ਉਹ ਟੀਚਰ ਨੇ ਸਿਖਾਉਣਾ। ਇਹ ਨਹੀਂ ਹੈਗਾ ਕਿ ਟੀਚਰ ਨੇ ਕਹਤਾ ਜੀ ਪ੍ਰੈਕਟਿਸ ਕਰ ਲਓ ਤੇ ਤੁਸੀਂ ਘਰੇ ਜਾ ਕੇ ਮੱਥਾ ਮਾਰੀ ਜਾਣਾ ਹੈਗਾ। ਮੱਥਾ ਮਾਰਨਾ ਕਿਵੇਂ ਆ, ਉਸ ਚੀਜ਼ ਦੇ ਅਸੀਂ ਪੈਸੇ ਲੈਣੇ ਆਂਗੇ ਇੱਥੋਂ, ਜਿਹੜੀਆਂ ਤਨਖਾਹਾਂ ਸਾਨੂੰ ਆਉਂਦੀਆਂ ਨੇਗੀਆਂ, ਤਾਂ ਉਹ ਅਸੀਂ ਦੱਸਣਾ। ਉਸ ਡਾਇਰੈਕਸ਼ਨ 'ਚ, ਉਸ ਤਰੀਕੇ ਨਾਲ ਮਿਹਨਤ ਕਰਨੀ ਹੈ,
ਉਹ ਤੁਹਾਡੀ ਜ਼ਿੰਮੇਵਾਰੀ ਹੈਗੀ। ਤਾਂ ਇਹ ਬੱਚੇ ਆਪਣੀ ਅੱਜ ਦੀ ਕਲਾਸ ਸੀਗੀ। ਆਹ ਆਪਣਾ DI ਦਾ ਅਗਲਾ ਕੁਐਸਚਨ ਹੈ ਜਿਹੜਾ ਕਿ ਤੁਹਾਨੂੰ ਹੋਮਵਰਕ ਦੇ ਰਿਹਾ, ਕਲਾਸ ਨਾਲ ਬੰਦ ਕਰਿਓ। ਸਕਰੀਨਸ਼ਾਟਸ ਦਵਾਉਂਗਾ ਮੈਂ ਤੁਹਾਨੂੰ, ਉਹਦੀ ਪ੍ਰੈਕਟਿਸ ਕਹੀ ਜਾਣਾ, ਉਹਨੂੰ ਸੋਲਵ ਕਰਕੇ ਸਾਰੇ ਕੁਐਸਚਨਸ ਵੀ ਦਿਖਾਉਣਾ। ਆਨਸਰ ਕਮੈਂਟ ਸੈਕਸ਼ਨ 'ਚ ਡਿਸਕਸ ਕਰ ਲਿਓ, ਇੱਕ ਦੂਜੇ ਨਾਲ ਮੱਥਾ ਮਾਰ ਲਿਓ, ਇੱਕ ਦੂਜੇ ਦੀਆਂ ਗਲਤੀਆਂ ਕੱਢ ਲਿਓ। ਜੇ ਤਾਂ ਤੁਹਾਡੇ ਆਨਸਰ ਜੇ ਆਈ ਗਏ ਫਿਰ ਤਾਂ ਵੈਲ ਐਂਡ ਗੁੱਡ, ਮੈਂ ਅਗਲੀ ਕਲਾਸ 'ਚ ਆ ਕੇ ਵਧਾਈਆਂ ਦੇ ਦੂੰਗਾ। ਜੇ ਦਿੱਕਤ ਹੋਈ, ਮੈਂ ਤੁਹਾਡੇ ਉਹੋ ਜਿਹੇ ਕਮੈਂਟਸ ਪੜ੍ਹੇ, ਫਿਰ ਮੈਂ ਅਗਲੀ ਕਲਾਸ 'ਚ ਆ ਕੇ ਕੁਐਸਚਨ ਸੋਲਵ ਕਰਾ ਦੂੰਗਾ। ਹੋਰ ਕੀ ਹੈ, ਨਹੀਂ ਤਾਂ ਕੁਝ ਹੋਰ ਕਰਾ ਦੂੰਗਾ। ਆ ਜਾਓ ਜੀ। ਬਾਰ ਗ੍ਰਾਫ ਕੀ ਕਹਿੰਦਾ, shows the sales of books in 1000, okay 1000 ਦੇ ਵਿੱਚ ਮੰਨਣਾ ਸਾਰੀਆਂ ਵੈਲਿਊਜ਼ ਨੂੰ, from 6 branches of a publishing company during 2 consecutive years 2000 ਤੇ 2001। ਐਗਜ਼ਾਮੀਨਰ ਕਹਿੰਦਾ 2000 ਤੇ 2001 2 ਸਾਲਾਂ ਦੇ ਵਿੱਚ ਜਿਹੜਾ ਨੀਲੀ ਬਾਰ ਹੈ ਉਹ 2000 ਹੈ, ਜਿਹੜੀ ਲਾਲ ਬਾਰ ਹੈ ਉਹ 2001 ਹੈ। 2 ਸਾਲਾਂ ਦੇ ਵਿੱਚ ਕਿਸੇ ਪਬਲਿਸ਼ਿੰਗ ਗਰੁੱਪ ਦੀਆਂ ਕੰਪਨੀ ਦੇ 6 ਬ੍ਰਾਂਚਾਂ ਨੇ, ਉਹ 6 ਬ੍ਰਾਂਚਾਂ ਨੇ ਕਿੰਨੀਆਂ ਕਿਤਾਬਾਂ ਦੀ ਸੇਲ ਕੀਤੀ ਹੈ, ਕਿੰਨੀਆਂ ਕਿਤਾਬਾਂ ਵੇਚੀਆਂ ਨੇ, ਉਹ ਸਾਨੂੰ ਗਿਣਤੀ 'ਚ ਦਿੱਤਾ ਤੇ ਉਹ ਸਾਰੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ। ਤਾਂ ਜੇ ਆਪਾਂ ਕੰਪਨੀ ਆਪਣਾ ਬ੍ਰਾਂਚ ਮੰਨੀਏ B1, ਤਾਂ B1 ਬ੍ਰਾਂਚ ਨੇ 2000 ਦੇ ਵਿੱਚ ਤਾਂ 80,000 ਕਿਤਾਬਾਂ ਵੇਚੀਆਂ ਤੇ ਅਗਲੇ ਸਾਲ 105,000 ਮਤਲਬ 1,05,000 ਕਿਤਾਬਾਂ ਵੇਚੀਆਂ। ਦੂਜੀ ਬ੍ਰਾਂਚ ਹੈ ਜਿਹੜੀ B2, ਉਹਨੇ 2000 'ਚ 75,000 ਕਿਤਾਬਾਂ ਵੇਚੀਆਂ, 2001 'ਚ 65,000 ਕਿਤਾਬਾਂ ਵੇਚੀਆਂ। ਤੀਜੀ ਕੰਪਨੀ ਨੇ B3 ਨੇ ਪਹਿਲੇ ਸਾਲ 2000 ਦੇ ਵਿੱਚ 95,000, 2001 ਦੇ ਵਿੱਚ 110,000, ਯਾਨੀ ਕਿ 1,10,000 ਕਿਤਾਬਾਂ ਵਿੱਚ। ਇਹ ਸਾਰੀਆਂ ਵੈਲਿਊਜ਼ ਥਾਊਜ਼ੈਂਡਸ ਦੇ ਵਿੱਚ ਨੇ। ਇੱਥੇ ਵੀ ਲਿਖਿਆ ਹੋਇਆ ਕਿ ਥਾਊਜ਼ੈਂਡਸ ਦੇ ਵਿੱਚ ਨੇ, ਇੱਥੇ ਵੀ ਲਿਖਿਆ ਹੋਇਆ ਸੇਲਸ ਇਨ 1000 ਨੰਬਰਸ। ਤਾਂ ਇਹ ਬੱਚੇ ਮੈਂ ਸਮਝਾ ਆਇਆਗਾ, ਮੈਂ ਮਿਟਾ ਦਿੰਨਾ। ਹੁਣ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਸਕਰੀਨਸ਼ਾਟ ਲੈ ਲਓ ਇਹਦਾ। 3 ਸਕਿੰਟ ਨੇ, 1 2 3 ਸਕਿੰਟ ਹੋ ਗਏ। ਇਸ ਤੋਂ ਬਾਅਦ ਕੱਲੇ ਕੱਲੇ ਕੁਐਸਚਨ ਨੂੰ ਮੈਂ ਦਿਖਾਉਣਾ, ਉਹਦਾ ਸਕਰੀਨਸ਼ਾਟ ਲੈਣਾ। ਪਹਿਲੇ ਕੁਐਸਚਨ 'ਚ ਤੁਸੀਂ ਦੱਸਣਾ ਵਟ ਇਜ਼ ਦਾ ਰੇਸ਼ੀਓ। ਓਕੇ ਡਨ, ਬਸ 1 ਮਿੰਟ ਲਾਸਟ। ਰੇਸ਼ੀਓ ਕੱਢੋ ਕਾਦੀ, ਟੋਟਲ ਸੇਲਸ ਆਫ ਬ੍ਰਾਂਚ B2 ਫॉर बोथ ईयर्स ਟੂ ਦਾ ਟੋਟਲ ਸੇਲਸ ਆਫ ਬ੍ਰਾਂਚ B4 ਫॉर बोथ ਦਾ ईयर्स। B2 ਦੀ ਦੋਨਾਂ ਸਾਲਾਂ ਦੀ ਐਡ ਕਰ ਲਓ, ਉਧਰ B4 ਦੀ ਦੋਨਾਂ ਸਾਲਾਂ ਦੀ ਐਡ ਕਰ ਲਓ, ਆਨਸਰ ਆ ਜਾਊਗਾ। ਰੇਸ਼ੀਓ ਕੱਢ ਲਓ, ਬਹੁਤ ਸੌਖਾ ਕੁਐਸਚਨ ਹੈ। ਓਕੇ, ਇਹਦਾ ਸਕਰੀਨਸ਼ਾਟ ਲਓ, ਪਿਛਲੇ ਦਾ ਰੇਸ਼ੀਓ ਵਾਲੇ ਕੁਐਸਚਨ ਦਾ ਸਕਰੀਨਸ਼ਾਟ ਲੈ ਲਓ ਜੀ। 3 ਸਕਿੰਟ ਨੇ, 1 2 3 ਸਕਿੰਟ ਹੋ ਗਏ। ਅਗਲਾ ਕੁਐਸਚਨ, ਟੋਟਲ ਸੇਲਸ ਆਫ ਬ੍ਰਾਂਚ B6। ਮੇਰੇ ਬੋਲਦੇ ਬੋਲਦੇ ਸਕਰੀਨਸ਼ਾਟ ਵੀ ਲਈ ਜਾਓ। B6 ਦੀਆਂ ਟੋਟਲ ਸੇਲਸ ਦੋਵਾਂ ਸਾਲਾਂ ਦੀਆਂ ਇਜ਼ ਵਟ ਪਰਸੈਂਟ ਆਫ ਟੋਟਲ ਸੇਲਸ ਆਫ B3 ਫॉर बोथ ਦਾ ईयर्स। ਪਰਸੈਂਟੇਜ ਕੱਢਣੀ ਹੈ ਜੀ। ਅਗਲੇ ਦਾ ਸਕਰੀਨਸ਼ਾਟ ਲੈ ਲਓ, ਵਟ ਪਰਸੈਂਟੇਜ ਆਫ, ਇਹ 'ਚ ਵੀ ਪਰਸੈਂਟੇਜ ਕੱਢਣੀ ਹੈ, ਐਵਰੇਜ ਸੇਲਸ ਆਫ B1 B2 ਐਂਡ B3 ਇਨ 2001 ਇਜ਼ ਪਰਸੈਂਟੇਜ ਕਿਹਦੇ ਨਾਲ, ਦਾ ਐਵਰੇਜ ਸੇਲਸ ਆਫ ਬ੍ਰਾਂਚਸ B1 B3 ਐਂਡ B6 ਇਨ 2000। ਪਰਸੈਂਟੇਜ ਕੱਢਣੀ ਹੈ, ਆਨਸਰ ਆ ਜਾਣਗੇ। ਕੱਢਣ ਪਾਉਣ ਨੂੰ ਬਹੁਤਾ ਕੁਛ ਨਹੀਂ ਹੈਗਾ, ਸੌਖਾ ਕੁਐਸਚਨ ਹੈ। DI ਦੀ ਪ੍ਰੈਕਟਿਸ ਹਰ 2-3 ਸੈਸ਼ਨ ਛੱਡ ਕੇ ਮੈਂ DI ਦੀ ਪ੍ਰੈਕਟਿਸ ਕਰਾਉਂਦਾ ਜਾਇਆ ਕਰੂੰ। ਕੁਆਂਟਸ ਦਾ ਜਿੰਨੇ ਪੁਰਾਣੇ ਪੇਪਰਾਂ 'ਚ ਜਿੰਨਾ ਵੀ ਕੁਆਂਟਸ ਆਇਆ ਉਹ ਆਪਾਂ ਕਰਦੇ ਜਾਵਾਂਗੇ। ਤੁਹਾਨੂੰ ਜਿੰਨਾ ਕੁ ਸਮਝ ਆਉਂਦਾ ਉਹ ਕਮੈਂਟ ਸੈਕਸ਼ਨ 'ਚ ਦੱਸ ਦਿਆ ਕਰੋ, ਜਿੰਨਾ ਕੁ ਨਹੀਂ ਸਮਝ ਆਉਂਦਾ, ਕੋਈ ਗਾਲਾਂ ਗੋਲਾਂ ਕੱਢਣੀਆਂ ਨੇ, ਉਹ ਕਮੈਂਟ ਸੈਕਸ਼ਨ 'ਚ ਦੱਸ ਦਿਆ ਕਰੋ। ਸਕਸੈਸ ਟਰੀ ਪੰਜਾਬ ਦਾ ਪੇਜ ਸਬਸਕ੍ਰਾਈਬ ਕਰੋ। ਘੰਟੀ 'ਚ ਜਿਹੜੀ ਸਾਈਡ ਤੇ ਹੁੰਦੀ ਹੈ ਬੈਲ ਆਈਕਨ ਜਾਂ ਉਹ ਵੀ ਦੱਬ ਕੇ ਰੱਖੋ। ਜਿਹੜੀ ਵੀ ਕਲਾਸ ਹੁੰਦੀ ਹੈ ਰੀਜ਼ਨਿੰਗ ਤੇ ਕੁਆਂਟਸ ਦੀ, ਆਪਣੇ ਇਹ ਪ੍ਰੀਵੀਅਸ ਈਅਰ ਐਗਜ਼ਾਮਸ ਦੀ 2 ਵਜੇ ਲੱਗਦੀ ਹੈ ਦੁਪਹਿਰੇ। ਇਸ ਤੋਂ ਬਿਨਾਂ ਕਰੰਟ ਅਫੇਅਰ ਦੀ ਡੇਲੀ ਕਲਾਸ ਹੁੰਦੀ ਹੈ। ਕਿਸੇ ਵੀ ਪੇਪਰ 'ਚ 6-6 ਮਹੀਨੇ ਦਾ ਕਰੰਟ ਅਫੇਅਰ ਆਮ ਤੌਰ ਤੇ ਪੁੱਛਿਆ ਜਾਂਦਾ ਹੈ। ਤਾਂ ਕਰੰਟ ਅਫੇਅਰ ਤਾਂ ਅੱਜ ਵੀ ਜੇ ਤੁਸੀਂ ਡੇਲੀ ਕਲਾਸਾਂ ਲਾ ਰਹੇ ਹੋ ਤਾਂ 6 ਮਹੀਨੇ 8 ਮਹੀਨਿਆਂ ਨੂੰ ਜੇ ਕੋਈ ਪੇਪਰ ਦੇਣਾ ਨਵੰਬਰ ਦਸੰਬਰ 'ਚ ਜਾ ਕੇ, ਅੱਜ ਦੀਆਂ ਕਲਾਸਾਂ ਲਾਈਆਂ ਕੰਮ ਆਉਣਗੇ। ਸੋ ਕਰੰਟ ਅਫੇਅਰ ਦਾ ਡੇਲੀ ਅੱਧਾ ਘੰਟਾ ਪੱਲੇ ਬੰਨ ਲਓ ਵੀ ਕਲਾਸ ਲਾਉਣੀ ਹੈ, 15 ਮਿੰਟ ਲਾ ਕੇ ਉਹਦੇ ਨੋਟਸ ਬਣਾਉਣੇ ਨੇ। ਹਫਤੇ ਬਾਅਦ ਉਹ ਹਫਤੇ ਦੇ ਨੋਟਸ ਨੂੰ ਰਿਵਾਈਜ਼ ਕਰਨਾ ਹੈ। ਪੇਪਰ ਜਿੱਦਣ ਆ ਗਿਆ ਆਖਰੀ 15 ਦਿਨਾਂ ਦੇ ਵਿੱਚ ਅੱਜ ਵਾਲੇ ਨੋਟਸ ਕੰਮ ਆਉਣਗੇ 6 ਮਹੀਨਿਆਂ ਨੂੰ। ਕਰੰਟ ਅਫੇਅਰ ਦਾ ਸੈਸ਼ਨ ਡੇਲੀ ਹੁੰਦਾ। ਪ੍ਰੀਵੀਅਸ ਈਅਰ ਕੁਐਸਚਨਸ ਆਪਾਂ ਕਰਦੇ ਜਾਂਦੇ ਹਾਂ, ਬਾਕੀ ਸਬਜੈਕਟਸ ਤੇ ਵੀ ਕਰਦੇ ਜਾਵਾਂਗੇ। ਹੋਰ MCQs ਦੀ ਜਿਹੜੀ ਇੱਕ ਸੀਰੀਜ਼ ਚੱਲ ਰਹੀ ਹੈ ਉਹ ਤੁਸੀਂ ਦੇਖ ਰਹੇ ਹੋ, 1000 MCQs ਵਾਲੀ ਸੀਰੀਜ਼। ਇਸ ਤੋਂ ਬਿਨਾਂ ਜਿਹੜੇ ਬੱਚਿਆਂ ਨੇ ਨਵੇਂ ਸਿਰੇ ਤੋਂ ਸਿਲੇਬਸ ਕਰਨਾ ਸੀਗਾ ਪੰਜਾਬ ਸਪੈਸੀਫਿਕ ਐਗਜ਼ਾਮਸ ਦਾ, ਉਹਦੇ ਲਈ ਆਪਾਂ ਲਾਸਟ ਵੀਕ ਬੈਚ ਸਟਾਰਟ ਕੀਤਾ ਸੀ, ਤੁਸੀਂ ਉਹ ਜੁਆਇਨ ਕਰ ਸਕਦੇ ਹੋ। ਇਹੋ ਜਿਹੀ ਕਹਾਣੀ ਹੈ। ਅਗਲੀ ਕਲਾਸ 'ਚ ਮਿਲਦੇ ਹਾਂ। ਥੈਂਕ ਯੂ ਬੱਚੇ।